हाँ जी, हाँ जी, हाँ जी। ठीक है जी। क्योंकि अगले दिन एक नौजवान मेरे को बैठा सी ਤੇ ਇਹ ਗੱਲ ਹੋਣ ਲੱਗ ਪਈ ਕਿ ਜੀ ਜਿਹੜੀ ਤਬਦੀਲੀ ਹੈ ਪਿੰਡਾਂ ਦੇ ਵਿੱਚ, ਹੁਣ ਜਿਹੜੀ ਤਬਦੀਲੀ ਹੈ ਉਹ ਕਿਉਂ ਆਈ ਹੈ ਤੇ ਇਹਨੂੰ ਆਸਾਨ ਤਰੀਨ ਤਰੀਕੇ ਨਾਲ ਕਿਵੇਂ ਬਿਆਨ ਕੀਤਾ ਜਾ ਸਕਦਾ। ਮੈਂ ਕਿਹਾ ਯਾਰ ਮੈਨੂੰ ਇਹ ਪਤਾ ਹੈ ਕਿ 2000 ਸਾਲਾਂ ਦੀ ਜਿਹੜੀ ਇੱਕ ਹੀ ਤਰ੍ਹਾਂ ਚੱਲਦੀ ਆਈ ਜਿਹੜੀ ਪੈਦਾਵਾਰੀ ਨਿਜ਼ਾਮ ਸੀ ਨਾ ਪਿੰਡਾਂ ਦਾ ਸਾਡਾ ਐਗਰੀਕਲਚਰ ਦੇ ਵਿੱਚ, ਉਹ 4 ਟਰੈਕਟਰਾਂ ਨੇ ਆ ਕੇ ਤਬਾਹ ਕਰ ਦਿੱਤਾ ਹੈ। ਉਹਨੂੰ ਤਬਾਹ ਕਰਨਾ ਕਹਿ ਦਿਓ ਜਾਂ ਉਹਨੂੰ ਟ੍ਰਾਂਸਫਾਰਮ ਕਰਨਾ ਕਹਿ ਦਿਓ। ਇਸ ਤੋਂ ਪਹਿਲੇ ਕਿੰਨੇ ਕਿੰਨੇ ਵੱਡੇ ਵਾਕਿਆਤ ਹੋਏ, ਕਿੰਨੇ ਕਿੰਨੇ ਹਮਲੇ ਹੋਏ, ਕਿੰਨੇ ਕਿੰਨੀਆਂ ਸਲਤਨਤਾਂ ਬਦਲੀਆਂ, ਕਿੰਨੇ ਕਿੰਨੇ ਆਪਣਾ ਚੱਕਰ ਚੱਲੇ, ਲੇਕਿਨ ਉਹਦੇ ਬਾਵਜੂਦ ਉਹ ਜਿਹੜੀ ਸੁਸਾਇਟੀ ਦੀ ਚਲਤ ਸੀ ਉਹ ਤਕਰੀਬਨ ਉਂਝੀ ਰਹੀ। ਉੱਤੇ ਭਾਵੇਂ ਹਿੰਦੂ ਰਾਜਾ ਆ ਜਾਏ ਤੇ ਭਾਵੇਂ ਮੁਗਲ ਆ ਜਾਣ ਤੇ ਭਾਵੇਂ ਕੋਈ ਵੀ ਆ ਜਾਵੇ, ਤੇ ਲੇਕਿਨ ਟਰੈਕਟਰ ਤੇ ਟਰਾਲੀ ਤੇ ਥ੍ਰੈਸ਼ਰ ਦਾ ਸਾਹਮਣਾ ਜਿਹੜਾ ਨਾ ਉਹ ਨਹੀਂ ਕਰ ਸਕੇ, ਤੇ ਉਹਦੇ ਨਾਲ ਸਾਰਾ ਕੁਝ ਬਦਲ ਗਿਆ। ਬਿਲਕੁਲ, ਉਹਦੀ ਚਾਲ ਤੇ ਨਾਲ ਹੀ ਉਹਦੀ ਢਾਲ ਤੇ ਬੰਤਰ ਸਾਰਾ ਕੁਝ ਬਦਲ ਗਿਆ। ਹਾਂ, ਸਭ ਕੁਝ ਬਦਲ ਗਿਆ। ਅੱਛਾ, ਹੁਣ ਜਿਹੜੀ ਅਸੀਂ ਗੱਲ ਕਰਨੀ, ਮੈਂ ਇੱਥੋਂ ਸ਼ੁਰੂ ਇਸ ਲਈ ਕੀਤੀ ਹੈ ਕਿ ਇਹ ਚੀਜ਼ ਅਸੀਂ ਆਪਣੀ ਅੱਖੀਂ ਵੇਖੀ ਹੈ। ਮਤਲਬ ਇਹਦੇ ਤੇ ਸਾਨੂੰ ਜਿਹੜੀ ਹੈ ਉਹ ਸਪੈਕੂਲੇਸ਼ਨ ਦੀ ਘੱਟ ਲੋੜ ਹੈ। ਬਿਲਕੁਲ, ਕਿਉਂਕਿ ਇਹ ਸਾਡੇ ਸਾਹਮਣੇ ਹੋਈ ਹੈ ਤੇ ਹੋ ਰਹੀ ਹੈ, ਹੋ ਰਹੀ ਹੈ। ਤੇ ਮਤਲਬ ਮੈਂ ਤੇ ਜਸਪਾਲ ਤੇ ਸਾਡੀ ਉਮਰ ਦੇ ਲੋਕਾਂ ਨੇ ਜੋ ਐਗਰੀਕਲਚਰਲ ਸੁਸਾਇਟੀ ਵੇਖੀ ਸੀ, ਜਿਹਦੇ ਵਿੱਚ ਅਸੀਂ ਮਤਲਬ ਅੱਧੀ ਕਮ ਸੇ ਕਮ 1/4 ਜ਼ਿੰਦਗੀ ਗੁਜ਼ਾਰੀ ਸੀ, ਉਹਦਾ ਹੁਣ ਉਹਦੇ ਬਾਕੀਆਤ ਦੇ ਵਿੱਚੋਂ ਕੀ ਕਹਿਣਾ ਚਾਹੀਦਾ? 1% ਰਹਿ ਗਿਆ ਹੋਏਗਾ, 2% ਰਹਿ ਗਿਆ ਹੋਏਗਾ। ਬਿਲਕੁਲ ਬਿਲਕੁਲ, ਮਤਲਬ ਉਹਦੇ ਵਿੱਚੋਂ ਹਰ ਅੱਛਾ। ਹੁਣ ਇਹਦੇ ਵਿੱਚ ਜਿਹੜੀ ਡਾਕਟਰ ਇੱਕ ਗੱਲ ਹੈ, ਹਾਂਜੀ, ਬੰਦਿਆਂ 'ਚ ਨੋਸਟੈਲਜੀਆ ਬਹੁਤ ਹੈ। ਹਾਂ, ਨੋਸਟੈਲਜੀਆ ਹਮੇਸ਼ਾ ਹੁੰਦਾ ਹੈ। ਹਾਂ, ਨੋਸਟੈਲਜੀਆ ਹਮੇਸ਼ਾ ਹੁੰਦਾ ਹੈ ਜੀ, ਨੋਸਟੈਲਜੀਆ ਹਮੇਸ਼ਾ ਹੁੰਦਾ ਹੈ। ਅੱਛਾ, ਮੈਂ ਇੱਥੋਂ ਹੀ ਜਿਹੜਾ ਨਾ ਮੈਂ ਚਾਹੁੰਦਾ ਕਿ ਚੂੰਕਿ ਇਹ ਸਾਡੀ ਦੇਖੀ ਭਾਲੀ ਚੀਜ਼ ਹੈ ਜੀ, ਤੇ ਇਹਦੇ ਮੈਂ ਜਿਹੜੀ ਹੈ ਨਾ ਕਿ ਮਾਜ਼ੀ ਦੇ ਵਿੱਚ, ਪਾਸਟ ਦੇ ਵਿੱਚ ਕਿਵੇਂ ਐਗਰੀਕਲਚਰ ਦੇ ਵਿੱਚ ਤਰੱਕੀ ਹੋਈ ਤੇ ਉੱਥੇ ਕੀ ਕੀ ਆਈਡੀਆਜ਼ ਬਣੇ, ਮੈਂ ਕਹਿੰਦਾ ਕਿ ਇਹ ਅਸੀਂ ਕਰੀਏ ਬਾਅਦ ਦੇ ਵਿੱਚ। ਜੀ ਜੀ, ਇਹ ਜਿਹੜੀ ਸਾਡੇ ਸਾਹਮਣੇ ਹੋਈ ਬੀਤੀ ਹੈ ਨਾ, ਇਹਨੂੰ ਪਹਿਲੇ ਕਰੀਏ, ਇਹਨੂੰ ਪਹਿਲਾਂ ਦੇਖੀਏ। ਬਿਲਕੁਲ, ਹੈ ਨਾ, ਇਸ ਤਰੀਕੇ ਨਾਲ ਫਿਰ ਆਪਣੀ ਜਿਹੜੀ ਹੈ ਨਾ ਸੋਚ ਉਹ ਪਰਪੱਕ ਹੋਊ। ਹਾਂਜੀ, ਬਿਲਕੁਲ, ਫਿਰ ਉਹਦੇ ਨਾਲ ਅਸੀਂ ਵਾਪਸ ਜਾ ਕੇ ਵੇਖ ਸਕਦੇ ਹਾਂ। ਜੀ ਜੀ ਜੀ। ਅੱਛਾ, ਹੁਣ ਜਿਹੜੀ ਐਗਰੀਕਲਚਰਲ ਸੁਸਾਇਟੀ ਤੋਂ ਜਿਹੜੀ ਇੰਡਸਟਰੀਅਲ ਔਰ ਕਮਰਸ਼ੀਅਲ ਸੁਸਾਇਟੀ ਬਣੀ ਹੈ, ਉਹਦੇ ਸਿਲਸਿਲੇ ਦੇ ਵਿੱਚ ਕਿ ਉਹਦੇ ਨਾਲ ਕੀ ਕੁਛ ਹੋਇਆ ਹੈ, ਉਹਦੇ ਬਾਰੇ ਦੇ ਵਿੱਚ ਨਾ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਆਪਣਾ ਜਰਮਨ ਫਿਲਾਸਫਰ ਤੇ ਸਾਈਕੈਟਰਿਸਟ ਜਿਹੜਾ ਨਾ ਐਰਿਕ ਫਰੋਮ, ਉਹਦੀ ਥਿਊਰੀ ਜਿਹੜੀ ਹੈ ਨਾ ਤੁਹਾਨੂੰ ਦੱਸਣਾ ਪੇਸ਼ ਕਰਨਾ ਚਾਹੁੰਦਾ ਜੀ, ਤੇ ਤਾਂ ਕਿ ਤੁਹਾਡੇ ਸਾਹਮਣੇ ਮੈਂ ਇੱਕ ਥੋੜਾ ਜਿਹਾ ਜਿਹੜਾ ਉਹ ਡਿਸਕੋਰਸ ਬਣ ਜਾਵੇ ਸਾਡਾ। ਅੱਛਾ ਜੀ, ਜਿਹੜਾ ਐਰਿਕ ਫਰੋਮ ਹੈ ਉਹ ਇਹ ਕਹਿੰਦਾ ਹੈ ਕਿ ਜਿਹੜੀ ਅਗਰੇਨੀਅਨ ਸੁਸਾਇਟੀ ਸਨ, ਜਰਮਨ, ਉਹ ਤੇ ਜਰਮਨੀ ਦੀ ਗੱਲ ਕਰ ਰਿਹਾ ਹੈ ਬੇਸਿਕਲੀ, ਉਹ ਸਾਡੀ ਗੱਲ ਨਹੀਂ ਕਰ ਰਿਹਾ। ਤੁਸੀਂ ਆਪਣੇ ਵਾਸਤੇ ਖੁਦ ਨਤੀਜਾ ਕੱਢ ਲੈਣਾ। ਉਹਦੇ ਵਿੱਚ ਜਿਹੜੇ ਪਿੰਡ ਸਨ ਉਹ ਸੈਲਫ ਸਫੀਸ਼ੀਐਂਟ ਸਨ ਜੀ, ਤੇ ਜਿਹੜਾ ਜਾਂ ਵਾਹੀਵਾਨ ਸਨ, ਯਾਨੀ ਵਾਈ ਬੀਜੀ ਕਰਨ ਵਾਲੇ ਲੋਕ ਸਨ, ਤੇ ਜਾਂ ਫਿਰ ਆਰਟੀਜ਼ਨ ਸਨ। ਠੀਕ ਹੈ, ਹੁਣ ਜਿਹੜੀ ਸਦੀਆਂ ਤੀਕਰ ਜਿਹੜਾ ਵਾਹੀਵਾਨ ਹੈ ਉਹ ਵਾਹੀਵਾਨ ਹੀ ਰਿਹਾ, ਤੇ ਜਿਹੜਾ ਕੰਮੀ ਜਾਂ ਆਰਟੀਜ਼ਨ ਸੀ ਉਹ ਕੰਮੀ ਹੀ ਰਿਹਾ। ਅੱਛਾ, ਤਲਕ ਦੋਵਾਂ ਦਾ ਆਪਸ ਦਾ ਤਲਕ ਉਹਨਾਂ ਦਾ ਇਹ ਹੈ ਕਿ ਜਿਹੜਾ ਆਰਟੀਜ਼ਨ ਹੈ
ਉਹਨੂੰ ਲਾਜ਼ਮੀ ਪਾਲੇਗਾ ਭਾਈਵਾਨ, ਮਤਲਬ ਉਹਨੂੰ ਆਪਣੇ ਬਰਾਬਰ ਤੇ ਨਹੀਂ ਸਮਝੇਗਾ। ਉਹ ਰਹੇਗਾ ਵੀ ਲੋਹਾਰ ਦਾ ਲੋਹਾਰ ਹੀ, ਪਰ ਉਹ ਲੋਹਾਰ ਰਹਿੰਦਿਆਂ ਹੋਇਆਂ ਜਿਹੜਾ ਪਿੰਡ ਹੈ ਉਹਨੇ ਜ਼ਿੰਮੇਵਾਰੀ ਲਈ ਹੈ ਕਿ ਉਹ ਉਹਨੂੰ ਬਤੌਰ ਲੋਹਾਰ ਦੇ ਪਾਲੇਗਾ, ਤਰਖਾਣ ਨੂੰ ਪਾਲੇਗਾ, ਜੁਲਾਏ ਨੂੰ ਪਾਲੇਗਾ, ਮੋਚੀ ਨੂੰ ਪਾਲੇਗਾ, ਵਗੈਰਾ ਵਗੈਰਾ। ਠੀਕ, ਯਾਨੀ ਕਿ ਮਤਲਬ ਐਗਰੇਰੀਅਨ ਸੁਸਾਇਟੀ ਦੇ ਵਿੱਚ ਜਿਹੜਾ ਤੁਹਾਡਾ ਰੋਲ ਹੈ ਸੁਸਾਇਟੀ ਦੇ ਵਿੱਚ, ਤੁਹਾਡੀ ਜਿਹੜੀ ਹਸੀਅਤ ਹੈ ਉਹ ਬਾਈ ਐਂਡ ਲਾਰਜ ਜਿਹੜੀ ਹੈ ਉਹ ਡਿਟਰਮਿੰਡ ਹੈ, ਪ੍ਰੀ ਡਿਟਰਮਿੰਡ ਹੈ, ਤੁਹਾਡੇ ਜੰਮਣ ਤੋਂ ਪਹਿਲੇ ਹੀ ਤੈਅ ਹੋ ਗਈ ਹੈ। ਮਤਲਬ ਜੁਲਾਇਆ ਜਿਹੜਾ ਉਹ 100 ਨਸਲਾਂ ਤੋਂ ਜੁਲਾਇਆ ਹੈ, ਲੋਹਾਰ ਜਿਹੜਾ ਉਹ ਵੀ ਇੰਜੀ ਹੈ, ਤੇ ਬਾਕੀ ਜਿਹੜੇ ਲੋਕੀ ਨੇ ਉਹ ਵੀ ਇੰਜੀ ਨੇ। ਠੀਕ ਹੈ। ਅੱਛਾ, ਹੁਣ ਜਦੋਂ ਕਮਰਸ਼ੀਅਲ ਸੁਸਾਇਟੀ ਤੇ ਕਾਮਰਸ ਦਾ ਉਹਦੇ ਵਿੱਚ ਇੰਟਰਵੈਂਸ਼ਨ ਹੁੰਦੀ ਹੈ ਤੇ ਇੰਡਸਟਰੀ ਹੁੰਦੀ ਹੈ ਤੇ ਉਹ ਤਲਕ ਟੁੱਟ ਜਾਂਦਾ ਹੈ। ਹੁਣ ਜਿਹੜਾ ਲੋਹਾਰ ਹੈ, ਜਿਹੜਾ ਤਰਖਾਣ ਹੈ, ਜਿਹੜਾ ਜੁਲਾਇਆ ਹੈ, ਜੋ ਵੀ ਹੈ, ਜਾਂ ਈਵਨ ਜਿਹੜਾ ਕਿਸਾਨ ਵੀ ਹੈ, ਉਹ ਆਪਣਾ ਰੋਲ ਜਿਹੜਾ ਹੈ ਉਹ ਬਦਲ ਸਕਦਾ ਹੈ ਔਰ ਜੋ ਚਾਹੇ ਉਹ ਬਣ ਸਕਦਾ ਹੈ। ਹੁਣ ਇਹ ਜ਼ਰੂਰੀ ਨਹੀਂ ਹੈ ਕਿ ਜਿਹਦਾ ਜੋ ਪਿਓ ਸੀ ਉਹਨੇ ਉਹੀ ਬਣਨਾ ਹੈ। ਅੱਛਾ, ਉਹਦੇ ਨਾਲ ਉਹ ਕਹਿੰਦਾ ਹੈ ਕਿ ਇਹਦੇ ਨਾਲ ਤੁਹਾਨੂੰ ਆਜ਼ਾਦੀ ਤੇ ਮਿਲੀ, ਮਤਲਬ ਤੁਹਾਨੂੰ ਆਪਣਾ ਰੋਲ ਮਿਥਣ ਦੀ ਫਰੀडम ਤੇ ਤੁਹਾਨੂੰ ਹਾਸਲ ਹੋ ਗਈ। ਲੇਕਿਨ ਨਾਲ ਹੁਣ ਜਿਵੇਂ ਪਹਿਲੀ ਵਾਲੀ ਸੁਸਾਇਟੀ ਦੇ ਵਿੱਚ ਇਹ ਡਿਟਰਮਿਨਡ ਸੀਗਾ ਕਿ ਤੁਹਾਨੂੰ ਪਾਲਿਆ ਜਾਏਗਾ, ਹੁਣ ਤੁਹਾਨੂੰ ਕਿਸੇ ਨੇ ਪਾਲਣਾ ਨਹੀਂ ਹੈਗਾ। ਹੁਣ ਯੂ ਆਰ ਓਨ ਯੂਅਰ ਓਨ, ਤੁਸੀਂ ਆਪ ਹੀ ਆਪਣਾ ਆਪ ਪਾਲਣਾ ਹੈ। ਉਹ ਕਹਿੰਦਾ ਹੈ ਕਿ ਇਹਦੇ ਨਾਲ ਜਿਹੜੀ ਇੱਕ ਹਿਸਟੋਰੀਕਲੀ ਸੁਸਾਇਟੀ ਦੇ ਵਿੱਚ ਉਹ ਇੱਕ ਬੇਵਸਾਈ, ਅਨਸਰਟੇਨਿਟੀ ਆਈ, ਉਹ ਅਨਸਰਟੇਨਿਟੀ ਆਈ। ਉਹ ਕਹਿੰਦਾ ਕਿ ਉਸ ਅਨਸਰਟੇਨਿਟੀ ਨੂੰ, ਉਸ ਅਨਸਰਟੇਨਿਟੀ ਦੇ ਵਿੱਚ ਲੋਕੀ ਜਾਂ ਤੇ ਰਿਲੀਜਨ ਵੱਲ ਗਏ ਤੇ ਜਾਂ ਫਿਰ ਬਾਅਦ ਦੇ ਵਿੱਚ ਨੈਸ਼ਨਲਿਜ਼ਮ ਵੱਲ ਚਲੇ ਗਏ। ਔਰ ਕਹਿੰਦਾ ਹੈ ਕਿ ਇਹੋ ਹੀ ਫੀਨੋਮੀਨਾ ਹੈ ਕਿ ਜਿਹਦੇ ਵਿੱਚੋਂ ਹਿਟਲਰ ਬਣਿਆ, ਕਿਉਂਕਿ ਲੋਕੀ ਇੱਕ ਐਸੀ ਹਸਤੀ ਦੀ ਤਲਾਸ਼ ਵਿੱਚ ਸਨ, ਇੱਕ ਐਸੀ ਹਸਤੀ ਨੂੰ ਲੱਭ ਰਹੇ ਸਨ ਜਿਹੜੀ ਉਹਨਾਂ ਨੂੰ ਯਕੀਨ ਦਿਵਾ ਦੇਵੇ ਕਿ ਮੈਂ ਤੁਹਾਡਾ ਜ਼ਿੰਮੇਦਾਰ ਹੈ, ਮੈਂ ਤੁਹਾਨੂੰ ਸਾਂਭਾਂਗਾ, ਤੁਸੀਂ ਮੇਰੀ ਗੱਲ ਮੰਨੋ ਤੇ ਮੈਂ ਤੁਹਾਡੇ ਆਉਣ ਵਾਲੇ ਵੇਲੇ ਨੂੰ ਸਾਂਭ ਲਵਾਂਗਾ, ਬਸ ਜੋ ਮੈਂ ਕਹਿੰਦਾ ਉਹ ਤੁਸੀਂ ਕਰਦੇ ਜਾਓ। ਯਾਨੀ ਡਿਕਟੇਟਰਸ਼ਿਪ ਜਿਹੜੀ ਹੈ ਉਹਦੀ ਬਕੌਲ ਉਹ ਪੈਦਾ ਹੋਈ ਹੈ ਜਰਮਨ ਸੁਸਾਇਟੀ ਦੀ ਅਨਸਰਟੇਨਿਟੀ ਵਿੱਚੋਂ। ਮੇਰਾ ਖਿਆਲ, ਅੱਛਾ ਮੈਨੂੰ ਹੁਣ ਇਹ ਲੱਗਦਾ ਹੈ, ਮੈਂ ਆਪਣੇ ਅਸਲ ਮੁੱਦੇ ਤੇ ਆਉਣਾ ਹੈ, ਮੈਨੂੰ ਹੁਣ ਇਹ ਲੱਗਦਾ ਹੈ ਕਿ ਜਿਹੜਾ ਹਿੰਦੁਸਤਾਨ, ਪਾਕਿਸਤਾਨ ਪੂਰੇ ਦੇ ਵਿੱਚ ਔਰ ਬਾਕੀ ਦੁਨੀਆ ਦੇ ਵਿੱਚ ਵੀ ਜਿਹੜਾ ਖਾਸ ਤੌਰ ਤੇ ਹਿੰਦੁਸਤਾਨ ਪਾਕਿਸਤਾਨ ਦੇ ਵਿੱਚ ਜਿਹੜਾ ਪੁਰਾਣਾ ਐਗਰੀਰੀਅਨ ਸਿਸਟਮ ਟੁੱਟਾ ਹੈ ਔਰ ਉਹਦੀ ਜਗ੍ਹਾ ਤੇ ਕਮਰਸ਼ੀਅਲਿਜ਼ਮ ਔਰ ਇੰਡਸਟਰੀਅਲਾਈਜੇਸ਼ਨ ਥੋੜੀ ਬਹੁਤ ਜਿਹੜੀ ਹੈ ਉਹਨੇ ਪੈਨੀਟ੍ਰੇਟ ਕੀਤਾ ਹੈ, ਤੇ ਉਹਦੇ ਨਾਲ ਉਹੀ ਅਨਸਰਟਨਟੀ ਪੈਦਾ ਹੋਈ ਹੈ ਜਿਹੜੀ ਯੂਰਪ 'ਚ ਪੈਦਾ ਹੋਈ ਸੀ। ਇਹ ਮੈਂ ਯੂਰਪ ਦੇ ਨਾਲ ਉਹਦੀ ਸਿਮਿਲੈਰਿਟੀ ਸਿਰਫ ਗੱਲ ਨੂੰ ਸਮਝਣ ਲਈ ਕਰ ਰਿਹਾ, ਮੈਂ ਇਸ ਤੋਂ ਵੱਧ ਹੋਰ ਕੁਝ ਨਹੀਂ ਇਹਦੇ 'ਚ ਕਹਿ ਰਿਹਾ। ਉਸ ਅਨਸਰਟੇਨਿਟੀ ਨੂੰ ਜਿਹੜੀ ਪੈਦਾ ਹੋਈ ਹੈ, ਉਸ ਅਨਸਰਟੇਨਿਟੀ 'ਚ ਲੋਕ ਜਿਹੜੇ ਨੇ ਉਹਨਾਂ ਨੇ ਮਜ਼ਹਬ ਨੂੰ ਦੇ ਵੱਲ ਬਹੁਤਾ ਉਹਨੂੰ ਪੱਕੀ ਤਰ੍ਹਾਂ ਫੜ ਲਿਆ ਹੈ। ਔਰ ਇਸ ਤਰ੍ਹਾਂ ਦੇ ਜਿਹੜੇ ਫਾਸ਼ਿਸਟਿਕ ਟ੍ਰੈਂਡਸ ਨੇ ਔਰ ਨਾਨ ਡੈਮੋਕ੍ਰੈਟਿਕ ਜਿਹੜੇ ਟ੍ਰੈਂਡਸ ਨੇ, ਉਹਨਾਂ ਦੀ ਵਜ੍ਹਾ ਉਹ ਟ੍ਰਾਂਜੀਸ਼ਨ ਜਾਂ ਉਹ ਟ੍ਰਾਂਸਫਰਮੇਸ਼ਨ ਹੈਗੀ ਹੈ। ਮੈਂ ਸਿਰ ਇੱਥੋਂ ਤੱਕ ਗੱਲ ਕਰਾਂਗਾ, ਹੁਣ ਤੁਸੀਂ ਗੱਲ ਕਰੋ। ਡਾਕਟਰ ਸਾਹਿਬ ਤੁਹਾਡੀ ਬਿਲਕੁਲ ਦਰੁਸਤ ਹੈ ਇਹ ਗੱਲ। ਜੇ ਤੁਸੀਂ ਯੂਰਪ 'ਚ ਦੇਖੋ, ਜਿਹੜਾ ਕਲਾਸੀਕਲ ਲਿਬਰਲਿਜ਼ਮ ਆਉਂਦਾ ਜੀ, ਉਹਦੀ ਵੀ ਡਾਇਰੈਕਸ਼ਨ ਇਹੀ ਸੀ। ਲਿਬਰਲਿਜ਼ਮ ਜਿਹੜਾ 17ਵੀਂ 18ਵੀਂ ਉਹਦਾ ਥੀਸਿਸ ਇਹੀ ਹੈ, ਵਨ ਮਾਰਕੀਟ
one country, one God, one religion, one and nation, one currency. ਹਾਂਜੀ ਤੁਸੀਂ ਲੌਕ, ਬਰਕਲੇ ਤੇ ਹਿਊਮ ਦੇ ਤੁਸੀਂ ਜੇ ਆਪਣੇ ਵਰਕ ਤੇ ਤੁਸੀਂ ਪੜ੍ਹੋ, ਉਹ ਬਹੁਤ ਕਲੀਅਰਲੀ, ਤੇ ਇਹ ਜਿਹੜਾ ਹੈਗਾ ਨਾ, ਇਹ ਕਨਸੈਪਸ਼ਨ, ਇਹ ਟਿਪੀਕਲ ਲਿਬਰਲ ਇਕੋਨਮੀ ਤੇ ਲਿਬਰਲ ਪੋਲੀਟੀਕਲ ਪ੍ਰੋਸੈਸ ਦਾ ਹੈਗਾ। ਬਿਲਕੁਲ। ਔਰ ਨਹੀਂ, ਮੈਂ ਤੁਹਾਡੇ ਥੋੜੇ ਜਿਹੀ ਸ਼ਾਮਲ ਕਰਦਾ ਗੱਲ 'ਚ ਕਿ ਬਰਕਲੇ, ਹਿਊਮ ਤੇ ਇਹ ਜਿਹੜਾ ਇੰਪੀਰੀਅਲਿਸਟ ਗਰੁੱਪ ਸੀ ਨਾ ਆਪਣਾ UK ਦਾ, ਇੱਥੇ ਕਿਉਂਕਿ ਇੰਡਸਟਰੀ ਜਿਹੜੀ ਹੈ ਉਹ ਇੰਡਸਟਰੀਅਲ ਗਰੋਥ ਹੋ ਰਹੀ ਸੀ ਤੇ ਦੇ ਵਰ ਲਿਟਲ ਮੋਰ ਐਨਲਾਈਟਨਡ। ਨਹੀਂ, ਪਰ ਉਹਨਾਂ ਦੀ ਜਿਹੜੀ ਸਾਰੀ ਆਈਡੀਓਲੋਜੀ ਹੈ, that is to justify slavery in the Americas. Yes. ठीक है ना? Justify genocide in the Americas, and also, you know, like जिक्को हुन देखो, Berkeley, he lived in Providence, and then he started a school to quote unquote civilize the natives. Actually, George Mackenzie ਦੀ ਇੱਕ ਬੜੀ ਵਧੀਆ ਕਿਤਾਬ ਹੈ, Civilizing Money. ਉਹਦੇ ਵਿੱਚ he deals with this so specifically with Locke, Berkeley ਤਾਂ Hume. ਤੇ ਇਹ ਜਿਹੜਾ ਪੀਰੀਅਡ ਆਫ ਟ੍ਰਾਂਜੀਸ਼ਨ ਹੈ, ਇਹ ਬਹੁਤ ਜ਼ਿਆਦਾ ਡਿਸਟਰਕਟਿਵ ਤੇ ਟ੍ਰਾਂਸਫਾਰਮੇਟਿਵ ਇੱਕੇ ਵਕਤ ਹੈਗਾ, ਯੂਰਪ 'ਚ ਵੀ ਤੇ ਹੋਰਨਾਂ ਥਾਵਾਂ 'ਚ ਵੀ। ਹਾਂ, ਲੇਕਿਨ ਇਹ ਹੈ ਕਿ ਦੇਖੋ ਉਹਦੇ 'ਚ ਜਿਹੜੀ ਟ੍ਰਾਂਸਫਰਮੇਸ਼ਨ ਹੋ ਰਹੀ ਸੀ, ਯਾਨੀ ਕੈਪੀਟਲਿਸਟ ਸੋਸਾਇਟੀ ਵਿੱਚ ਜਿਹੜੀ ਟ੍ਰਾਂਸਫਰਮੇਸ਼ਨ ਹੋ ਰਹੀ ਸੀ, ਉਹਨੂੰ ਐਕਸਲਰੇਟ ਕਰਨਾ, ਟ੍ਰਾਂਸਫਰਮੇਸ਼ਨ ਨੂੰ ਐਕਸਲਰੇਟ ਕਰਨਾ ਜਾਂ ਉਹਦੇ ਵਿੱਚ ਫਿਊਚਰ ਨੂੰ ਵੇਖਣਾ। ਮਿਸਾਲ ਦੇ ਤੌਰ ਤੇ ਮਾਰਕਸ ਔਰ ਐਂਗਲਸ ਜਿਹੜੇ ਨੇ, ਇਹ ਬਹੁਤ ਘੱਟ ਲੋਕੀ ਇਹਦਾ ਜ਼ਿਕਰ ਕਰਦੇ ਨੇ ਕਿ ਮਾਰਕਸ ਔਰ ਐਂਗਲਸ ਨੇ ਅਮਰੀਕਾ ਨੇ ਕੈਲੀਫੋਰਨੀਆ ਦੇ ਉੱਤੇ ਕਬਜ਼ਾ ਕੀਤਾ, ਕੈਲੀਫੋਰਨੀਆ ਸਟੇਟ ਦੇ ਉੱਤੇ। ਸਪੈਨਿਸ਼ ਵਾਰ 1890s। ਹਾਂਜੀ, ਤੇ ਉਹਦੇ ਵਿੱਚ ਮਾਰਕਸ ਔਰ ਐਂਗਲਸ ਨੇ ਦੋਵਾਂ ਨੇ ਅਮਰੀਕਾ ਨੂੰ ਸਪੋਰਟ ਕੀਤਾ ਅਗੇਂਸਟ ਸਪੇਨ। ਔਰ ਇਹ ਕਿਹਾ ਸਪੇਨ ਵੀ ਤਾਂ ਉਹਨਾਂ ਨੇ ਇਹ ਕਿਹਾ ਕਿ ਜੀ ਅਮਰੀਕਾ ਨੂੰ ਤੇ ਚਾਹੀਦਾ ਕਿ ਸਾਰੇ ਮੈਕਸੀਕੋ ਤੇ ਕਬਜ਼ਾ ਕਰ ਲੈਣ। ਅੱਛਾ, ਹੁਣ ਇਹ ਬਹਿਸ ਮੈਂ ਕਿਸੇ ਦੇ ਨਾਲ ਕਰ ਰਿਹਾ ਸਾਂ ਕੋਈ 2 ਮਹੀਨੇ ਪਹਿਲੇ, ਤੇ ਹੁਣ ਮੈਂ ਕਿਹਾ ਇਹ ਵੀ ਮਾਰਕਸ ਨੇ ਤੇ ਐਂਗਲਸ ਨੇ ਕਿਹਾ ਸੀ ਕਿ ਉੱਥੇ ਅਮਰੀਕੀਆਂ ਦੇ ਕਬਜ਼ੇ ਦੀ ਵਜ੍ਹਾ ਤੋਂ ਇੰਡਸਟਰੀਲਾਈਜੇਸ਼ਨ ਜ਼ਿਆਦਾ ਤੇਜ਼ ਹੋ ਜਾਏਗੀ ਔਰ ਉਹ ਇੰਡਸਟਰੀਲਾਈਜ਼ ਹੋ ਜਾਏਗਾ। ਤੇ ਮੈਂ ਇਹ ਕਹਿ ਰਿਹਾ ਸਾਂ, ਮੈਂ ਥੋੜਾ ਜਿਹਾ ਕੀ ਕਹਿਣਾ ਚਾਹੀਦਾ, ਥੋੜੇ ਜਿਹੇ ਹਿਰਖ ਨਾਲ ਕਹਿ ਰਿਹਾ ਸਾਂ ਕਿ ਨਹੀਂ ਸੀ ਕਹਿਣਾ ਚਾਹੀਦਾ, ਤੇ ਲੇਕਿਨ ਉਹਨੇ ਕਿਹਾ ਯਾਰ ਦੇਖ ਤੂੰ ਹੁਣ ਦੇਖ ਕਿ ਕੈਲੀਫੋਰਨੀਆ ਦੁਨੀਆ ਸਭ ਤੋਂ ਅੱਗੇ ਹੈ ਮੁਖਤਲਿਫ ਪ੍ਰੋਸੈਸ ਦੇ ਵਿੱਚ, ਤੇ ਮੈਕਸੀਕੋ ਤੇ ਬਹੁਤ ਪਿੱਛੇ ਹੈ। ਖੈਰ ਐਨੀਵੇਜ਼, ਅਸੀਂ ਮਤਲਬ ਇਹ ਜਿਹੜੀ ਮੋਰਲਿਸਟਿਕ ਬਹਿਸ ਹੈ ਨਾ, ਇਹਦੇ ਚ ਨਾ ਪਈਏ। ਅਸੀਂ ਇਸ ਬਹਿਸ ਨੂੰ ਇਸੇ ਆਧਾਰ ਤੇ ਚਲਾਈਏ ਕਿ ਜਿਹੜੀ ਐਗਰੀਕਲਚਰ ਹੈ ਉਹਦੇ ਥਾਂ ਜਦੋਂ ਇੰਡਸਟਰੀ ਨੇ ਔਰ ਕਾਮਰਸ ਨੇ ਲਈ ਹੈ, ਤੇ ਸੁਸਾਇਟੀਜ਼ ਕਿਵੇਂ ਤਬਦੀਲ ਹੋ ਰਹੀਆਂ ਨੇ ਸਾਡੇ ਸਾਹਮਣੇ, ਔਰ ਖਾਸ ਤੌਰ ਤੇ ਸਾਡੀਆਂ ਸੁਸਾਇਟੀਆਂ। ਨਾਲੇ ਚੇਂਜ ਵੀ ਬਹੁਤ ਵਾਇਲੈਂਟ ਹੁੰਦਾ ਹੈ, ਭਾਵੇਂ ਉਹ ਸਟਰਕਚਰਲ ਵਾਇਲੈਂਸ ਹੋਵੇ, ਭਾਵੇਂ ਡਿਕਟੇਟਰਸ਼ਿਪ ਹੋਵੇ, ਤੇ ਭਾਵੇਂ ਜਿੱਕੂ ਤੁਸੀਂ ਜਰਮਨੀ ਦੇਖੋ, ਸਾਡੇ ਸਾਹਮਣੇ ਹੀ ਆ ਬਿਸਮਾਰਕ ਜੀ। ਬਿਸਮਾਰਕ 1870s ਚ ਆਉਂਦਾ। ਹਾਂਜੀ ਟੂ ਕੋਟ ਐਂਡ ਕੋਟ ਯੂਨੀਫਾਈਡ ਜਰਮਨੀ ਜੀ। ਇਸੇ ਤਰ੍ਹਾਂ ਫਰਾਂਸ ਦੇ ਵਿੱਚ ਬੋਨਾਪਾਰਟ ਆ ਜਾਂਦਾ ਜੀ,
ਪੈਰਿਸ ਕਮਿਊਨ ਦੇ ਬਾਅਦ। ਤੇ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਆ ਨਾ ਕਿ ਇਹ ਜਿਹੜਾ ਕੁਝ ਇੰਡੀਆ ਪਾਕਿਸਤਾਨ ਚ ਆਪਣੇ ਪਾਸੇ ਹੋ ਰਿਹਾ, ਕਿ ਜਿਹੜੀਆਂ ਟੈਂਡੈਂਸੀਜ਼ ਫॉर more and more concentration of power in single center, that also reflects ki more and more concentration of capital and resources in fewer and fewer hands. ਦੇਖੋ ਆਪਣਾ ਜਸਪਾਲ ਜੀ, ਤੁਹਾਡਾ ਫਿਰ ਜਿਹੜੀ ਡਾਇਰੈਕਸ਼ਨ ਹੈ ਨਾ, ਇਹ ਮਤਲਬ ਅੰਡਰਟੋਨ ਜਿਹੜੀ ਹੈ ਨਾ, ਮੈਨੂੰ ਇਹ ਲੱਗਦਾ ਕਿ ਸ਼ਾਇਦ ਉਹ ਮੋਰਲਿਸਟਿਕ ਹੈ। No, it's not. ਤੁਸੀਂ ਫਿਰ ਇਹਨੂੰ ਚੰਗੀ ਤਰ੍ਹਾਂ ਬਿਆਨ ਕਰੋ। ਮੈਂ ਤੁਹਾਨੂੰ ਹੁਣ ਡੇਟਾ ਦਿੰਨਾ। ਨਹੀਂ, ਮੈਂ ਡੇਟਾ ਤੁਹਾਡਾ, ਤੁਸੀਂ ਡੇਟਾ ਨਾ ਮੈਨੂੰ ਪਤਾ ਹੈ, ਮੈਂ ਤੁਹਾਡੇ ਨਾਲ ਤੁਹਾਡੀ ਇਸ ਕੰਸੈਂਟ੍ਰੇਸ਼ਨ ਆਫ ਵੈਲਥ ਔਰ ਮਜ਼ਹਬ ਦੀ ਚੜਾਈ, ਇਹਨੂੰ ਤੋਂ ਮੈਂ ਇਨਕਾਰ ਨਹੀਂ ਕਰ ਰਿਹਾ ਜੀ। ਮਤਲਬ ਇਹ ਫੈਕਟ ਹੈ, ਮੈਂ ਫੈਕਟਸ ਨੂੰ ਵੀ ਇਨਕਾਰ ਕਰ ਸਕਦਾ। ਮਤਲਬ ਕੰਸੈਂਟ੍ਰੇਸ਼ਨ ਆਫ ਵੈਲਥ ਹੋ ਰਹੀ ਹੈ, ਮੈਨੂੰ ਵੀ ਨਜ਼ਰ ਆ ਰਹੀ ਹੈ, ਸਾਰੀ ਦੁਨੀਆ ਨੂੰ ਨਜ਼ਰ ਆ ਰਹੀ ਹੈ। ਜੀ। ਹਿੰਦੁਸਤਾਨ 'ਚ ਵੀ ਹੋ ਰਹੀ ਹੈ, ਪਾਕਿਸਤਾਨ 'ਚ ਵੀ ਹੋ ਰਹੀ ਹੈ, ਦੁਨੀਆ 'ਚ ਹੋ ਰਹੀ ਹੈ। ਠੀਕ ਹੈ ਜੀ। ਮਤਲਬ ਸਵਾਲ ਇਹ ਹੈ ਕਿ ਕਿਆ ਇਸ ਸਟੇਜ ਦੇ ਉੱਤੇ, ਜੇ ਸਟੇਜ ਦੇ ਉੱਤੇ ਇਹ ਆਪਣਾ ਇਹ ਸੁਸਾਇਟੀ ਜਿਹੜੀਆਂ ਨੇ ਇਹ ਟ੍ਰਾਂਸਫਾਰਮ ਕਰ ਰਹੀਆਂ ਨੇ ਜੀ ਆਪਣੇ ਆਪ ਨੂੰ, ਕਿਆ ਕੰਸੈਂਟ੍ਰੇਸ਼ਨ ਆਫ ਵੈਲਥ ਜਿਹੜੀ ਹੈ ਉਹ ਨੈਸੈਸਰੀਬਲ ਹੈ ਜਾਂ ਕਿ ਇਹਦੇ ਵਿੱਚ ਚॉइस ਹੈ? ਇਸ ਮੋਡ ਆਫ ਪ੍ਰੋਡਕਸ਼ਨ ਦਾ ਕੋਈ ਚॉइस ਹੈ ਨਹੀਂ। ਤੁਸੀਂ ਭਾਵੇਂ ਚਾਈਨਾ ਦੇਖ ਲਓ, ਇਸ ਪੈਰਾਡਾਈਮ 'ਚ ਕੋਈ ਚॉइस ਨਹੀਂ। ਤੁਸੀਂ ਚਾਈਨਾ ਦੇਖੋ 49 ਦੇ ਬਾਅਦ, ਭਾਵੇਂ ਇੰਡੀਆ ਦੇਖ ਲਓ, ਭਾਵੇਂ ਉਹਨਾਂ ਦੀ ਫਾਰਮਸ ਵੱਖਰੀਆਂ, ਉਹ ਜਿਹੜਾ ਕਨਸੈਂਟ੍ਰੇਸ਼ਨ of power, concentration of capital, and decline of agriculture, in the sense कि ਉਹਨਾਂ ਦਾ GDP ਚ ਕੀ ਰੋਲ ਹੈਗਾ, ਉਹ that is the direction it is going. ਨਹੀਂ ਦੇਖੋ ਨਾ, ਗੱਲ ਇਹ ਹੈਗੀ ਆ ਕਿ ਈਵਨ ਦੋਜ਼ ਯਾਰ ਕਿਸੇ ਹੋਰ ਨੂੰ ਹੀ ਬੋਲਣ ਦਈਏ, ਮੈਂ ਤਾਂ ਤੂੰ ਚੁੱਪ ਕਰ ਜਾਈਏ, ਹੁਣ ਬਸ ਕੋਈ ਹੋਰ ਬੰਦਾ ਗੱਲ ਕਰੇ, ਹੁਣ ਅਸੀਂ ਨਹੀਂ ਬੋਲਣਾ। ਚਲੋ ਜੀ, ਐਵੇਂ ਅਸੀਂ ਬੋਲੀ ਜਾ ਰਹੇ ਹਾਂ, ਹੋਰ ਕੋਈ ਤਾਂ ਬੋਲੇ ਨਾ। ਅਸੀਂ ਤਾਂ ਬਹੁਤ ਸਾਲਾਂ ਤੋਂ ਬੋਲੀ ਜਾ ਰਹੇ। ਆਹੋ ਰਾਣਾ ਸਾਹਿਬ ਬੋਲੋ। ਹਾਂਜੀ ਤੇ ਡਾਕਟਰ ਸਾਹਿਬ, ਜਿਹੜੀ ਇਹੋ ਇੰਡੀਆ ਵਿੱਚ ਹੋ ਰਹੀ ਹੈ ਇਸ ਵੇਲੇ ਕਿਸਾਨ ਮੂਵਮੈਂਟ, ਇਹ ਵੀ ਉਹੀ ਰਿਫਲੈਕਸ਼ਨ ਹੈ ਕਿ ਚੇਂਜ ਨੂੰ ਰੈਜ਼ਿਸਟ ਕਰ ਰਹੇ ਨੇ ਤੇ ਡਰਦੇ ਨੇ ਤੇ ਅਨਸਰਟਨਟੀ ਆ, ਉਹਦੀ ਐਗਜ਼ਾਮਪਲ ਹੈ ਇਹੋ? ਮੇਰਾ ਆਪਣਾ ਮੇਰਾ ਜਿਹਦਾ ਮੁਖਤਸਰ ਜਵਾਬ ਮੈਂ ਤੁਹਾਨੂੰ ਦੇ ਦੇਣਾ ਹੈ। ਮੇਰਾ ਆਪਣਾ ਇਹ ਖਿਆਲ ਹੈ ਕਿ ਈਸਟ ਪੰਜਾਬ ਔਰ ਵੈਸਟ ਪੰਜਾਬ ਦੇ ਵਿੱਚ ਮਸਲਾ ਇਹ ਹੈਗਾ ਕਿ ਜਿਹੜੀਆਂ ਸਟੇਟਸ ਨੇ, ਉਹਨਾਂ ਨੇ ਆਪਣੀਆਂ ਲੋੜਾਂ ਦੀ ਵਜ੍ਹਾ ਤੋਂ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਇੰਡਸਟਰੀਲਾਈਜੇਸ਼ਨ ਦੀ ਲੋੜ ਸੀ ਨਾ, ਉਹ ਉਹਨਾਂ ਨੇ ਕੀਤੀ ਨਹੀਂ ਹੈ। ਅੱਛਾ, ਹੁਣ ਜਿਹੜੀ ਲੈਂਡ ਹੈ ਉਹ ਫ੍ਰਿਕਸ਼ਨ ਦੇ ਵਿੱਚ ਆ ਕੇ ਬਹੁਤ ਛੋਟੀ ਰਹਿ ਗਈ ਹੈ, ਜਿਹੜੀ ਕਿ ਹਰ ਥਾਂ ਤੇ ਹੁੰਦਾ ਹੈ। ਹੁਣ ਉਹਦੇ ਉੱਤੇ ਗੁਜ਼ਾਰਾ ਨਹੀਂ ਹੋ ਸਕਦਾ। ਅੱਛਾ, ਹੁਣ ਉਹਦੀ ਜਿਹੜੀ ਬਹੁਤ ਸਾਰੇ ਸਾਡੇ ਪ੍ਰੋਗਰੈਸਿਵ ਦੋਸਤ ਨੇ ਜਿਹੜੇ, ਉਹਦਾ ਹੱਲ ਵਕਤੀ ਤੌਰ ਤੇ ਇਹ ਦੱਸਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਐਗਜ਼ਿਸਟਿੰਗ ਐਗਰੀਕਲਚਰਲ ਸੁਸਾਇਟੀ ਹੈ ਈਸਟ ਪੰਜਾਬ ਦੀ ਔਰ ਵੈਸਟ ਪੰਜਾਬ ਦੀ, ਔਰ ਜੋ ਪੈਦਾ ਕਰਦੇ ਨੇ ਉਹਨਾਂ ਨੂੰ ਵਾਇਬਲ ਬਣਾਇਆ ਜਾਏ। ਮਤਲਬ ਇਹ ਹੈ ਕਿ ਉਹਨਾਂ ਦੀ ਜਿਹੜੀ ਕਾਸਟ ਹੈ ਪੈਦਾ ਕਰਨ ਦੀ, ਐਗਰੀਕਲਚਰਲ ਪ੍ਰੋਡਕਟਸ ਨੂੰ ਪੈਦਾ ਕਰਨ ਦੀ ਜਿਹੜੀ ਕਾਸਟ ਹੈ, ਉਹ ਪੂਰੀ ਹੋਵੇ ਇਸ ਸਿਸਟਮ ਦੇ ਵਿੱਚ, ਔਰ ਉਹਦੇ ਉੱਤੇ ਮੁਨਾਫਾ ਮਿਲੇ, ਜਿਹੜੀ ਕਿ ਹੋ ਨਹੀਂ ਸਕਦੀ। ਇਹ ਇੰਪੋਸੀਬਿਲਿਟੀ ਹੈ। ਅੱਛਾ,
ਔਰ ਮੈਂ ਜਿਹੜਾ ਨਕਸ਼ਾ ਤੁਹਾਡੇ ਸਾਹਮਣੇ ਤੁਹਾਨੂੰ ਭੇਜਿਆ ਸੀ ਨਾ, ਹਾਂਜੀ ਅੱਛਾ, ਮੈਂ ਜਿਹੜਾ ਤੁਹਾਨੂੰ ਭੇਜਿਆ ਸੀ ਨਾ, ਉਹਦੇ ਵਿੱਚ ਇਹ ਸੀਗਾ ਕਿ ਜਿਹੜੀ ਯੂਰਪ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਨਹੀਂ, ਇਹ ਜਿਹੜਾ ਕੌਣ ਹੈ? ਇਹ ਮਨਦੀਪ ਜੀ ਮਿਊਟ ਕਰੋ ਆਪਣੇ ਆਪ ਨੂੰ। ਹਾਂਜੀ, ਮੈਂ ਜਿਹੜਾ ਨਕਸ਼ਾ ਤੁਹਾਨੂੰ ਭੇਜਿਆ ਸੀ ਨਾ, ਉਹਦੇ ਚ ਮੈਂ ਇਹ ਵੀ ਤੁਹਾਨੂੰ ਦੱਸਣ ਦੀ, ਮਤਲਬ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਅਗਰ ਫਰਜ਼ ਕਰੋ ਅਮਰੀਕਾ ਦੀ ਜਿਹੜੀ ਟੋਟਲ GDP ਹੈ, ਉਹਦਾ 0.6% ਜਿਹੜਾ ਹੈ ਉਹ ਐਗਰੀਕਲਚਰ ਤੋਂ ਆ ਰਿਹਾ ਹੈ, ਠੀਕ। ਲੇਕਿਨ ਜਿਹੜੇ ਲੋਕੀ ਨੇ ਉਹ 2.5% ਲੋਕੀ ਨੇ ਜਿਹੜੇ ਕਿ ਐਗਰੀਕਲਚਰ ਤੇ ਡਿਪੈਂਡ ਕਰਦੇ ਨੇ। ਇਹਦਾ ਮਤਲਬ ਹੈ ਕਿ 2.5% ਬੰਦੇ ਭਾਵੇਂ ਬਹੁਤ ਥੋੜੇ ਨੇ, ਲੇਕਿਨ 2.5% ਬੰਦਿਆਂ ਦੇ ਹੱਥ ਸਿਰਫ 1% ਤੋਂ ਹੀ ਵੱਧ GDP ਆਇਆ, ਤੇ ਉਹਨਾਂ ਦੇ ਗਰੀਬ ਹੋਣਾ ਹੀ ਹੋਣਾ ਹੈ। ਉਹਨਾਂ ਦੀ ਤੇ ਵਾਇਬਿਲਿਟੀ ਦੀ ਕੋਈ ਸੂਰਤ ਹੀ ਨਹੀਂ ਹੈਗੀ। ਅੱਛਾ, ਹੁਣ ਅਗਰ ਪਾਕਿਸਤਾਨੀ ਪੰਜਾਬ ਦੇ ਵਿੱਚ ਜਿਵੇਂ ਕਿ ਜਿਹੜੇ ਫਿਗਰ ਦੱਸ ਰਹੇ ਨੇ, 48% ਜਿਹੜੇ ਲੋਕੀ ਨੇ ਉਹ ਐਗਰੀਕਲਚਰ ਤੇ ਡਿਪੈਂਡ ਕਰਦੇ ਨੇ, ਠੀਕ। ਪਾਕਿਸਤਾਨ ਦੇ ਵਿੱਚ ਜਿਹੜਾ GDP ਹੈ ਉਹਦਾ ਤਕਰੀਬਨ ਹੁਣ 18% ਜਿਹੜਾ ਹੈ ਉਹ ਐਗਰੀਕਲਚਰ ਤੋਂ ਆ ਰਿਹਾ ਹੈ। ਮੈਂ ਤੁਹਾਨੂੰ ਐਗਜ਼ੈਕਟ ਫਿਗਰ ਦੱਸ ਰਿਹਾ, ਮਤਲਬ ਮੈਂ ਤੁਹਾਨੂੰ ਮੇਡ ਅਪ ਜਾਂ ਹਾਈਪੋਥੈਟੀਕਲ ਫਿਗਰਸ ਨਹੀਂ ਦੱਸ ਰਿਹਾ, ਜਿਹੜੇ ਐਕਚੁਅਲ ਫਿਗਰਸ ਨੇ। ਹੁਣ 48% ਦੇ ਹੱਥ 18% ਆਇਆ, ਠੀਕ। 18 ਰੁਪਏ 100 ਚੋਂ 48 ਬੰਦਿਆਂ ਦੇ ਹੱਥ ਆਏ। ਬਾਕੀ 82 ਰੁਪਏ ਜਿਹੜੇ ਨੇ ਉਹ ਬਾਕੀ 55 ਦੇ ਹੱਥ ਆਏ ਜਾਂ 52 ਦੇ ਹੱਥ ਆਏ। ਹੁਣ ਜਿਹੜੀ ਐਗਰੀਕਲਚਰਲ ਜਿਹੜੀ ਪਾਪੂਲੇਸ਼ਨ ਹੈ, ਉਹ ਤੁਸੀਂ ਮੈਨੂੰ ਦੱਸੋ ਕਿ ਉਹ ਗਰੀਬ ਨਹੀਂ ਹੋਵੇਗੀ ਤੇ ਕੀ ਹੋਵੇਗੀ? ਉਹਦਾ ਕੀ ਹੱਲ ਹੈ? ਮੈਨੂੰ ਇਹਦੇ ਉੱਤੇ ਪਤਾ ਨਹੀਂ, ਇਸ ਪਾਸੇ ਸਾਨੂੰ ਜਾਣਾ ਚਾਹੀਦਾ ਸੀ ਕਿ ਨਹੀਂ ਸੀ ਜਾਣਾ ਚਾਹੀਦਾ। ਇਹੀ ਗੱਲ ਹੈ ਨਾ ਕਿ ਜੇ ਪ੍ਰੋਡਕਸ਼ਨ ਤਾਂ ਹੋ ਗਈ ਆ ਔਰ ਲੋਕਾਂ ਦੀ ਹੁਣ ਇੰਨੀ ਲੋੜ ਨਹੀਂ, ਤਾਂ ਦੂਜੀ ਇੰਡਸਟਰੀਅਲਾਈਜੇਸ਼ਨ ਵੀ ਹੋ ਨਹੀਂ, ਤੇ ਅਨਸਰਟਨਟੀ ਤਾਂ ਹੋਰ ਵੀ ਵਧੀ ਨਾ ਉਹਨਾਂ ਏਰੀਆਜ਼ ਦੇ ਵਿੱਚ। ਮਤਲਬ ਇਹ ਹੈ ਨਾ ਕਿ ਜਿਹੜੀ ਯੂਰਪ ਦੇ ਵਿੱਚ ਹੋਇਆ ਨਾ ਅਮਰਜੀਤ ਜੀ, ਮੈਂ ਇਹਨੂੰ ਇੰਜ ਕਰ ਦਿੰਦਾ ਕਿ ਜਿਵੇਂ ਯੂਰਪ ਚ ਹੋਇਆ ਨਾ ਕਿ ਜਿਵੇਂ ਉੱਥੇ ਇੰਡਸਟਰੀ ਵੱਧਦੀ ਗਈ ਨਾ, ਜਿਵੇਂ ਐਗਰੀਕਲਚਰ ਸੁੱਕੜਦਾ ਗਿਆ, ਸ਼ਰਿੰਕ ਹੁੰਦਾ ਗਿਆ, ਤੇ ਇੰਡਸਟਰੀ ਵੱਧਦੀ ਗਈ, ਤੇ ਲੋਕੀ ਪਿੰਡਾਂ ਨੂੰ ਛੱਡ ਕੇ ਤੇ ਜਾ ਕੇ ਸ਼ਹਿਰਾਂ ਦੇ ਵਿੱਚ ਫੈਕਟਰੀਆਂ ਦੇ ਵਿੱਚ ਨੌਕਰੀਆਂ ਕਰਨ ਲੱਗ ਪਏ। ਹੁਣ ਜਿਹੜਾ ਸਾਰੇ ਯੂਰਪ ਚ ਇੰਜ ਹੀ ਹੋਇਆ, ਅਖੀਰ ਹੌਲੀ ਹੌਲੀ ਉਹ 2.5% ਰਹਿ ਗਈ ਹੈ ਪਾਪੂਲੇਸ਼ਨ, ਤੇ ਉਹਦਾ ਇਹ ਹੁੰਦਾ ਹੈ ਕਿ 2.5% ਜਿਹੜੀ ਹੈ ਉਹ ਆਪ ਤੇ ਉਨੀ ਪੈਦਾ ਨਹੀਂ ਕਰਦੀ, ਲੇਕਿਨ ਜਿਹੜੀ ਇਹ ਸਾਰੇ ਵੱਡੇ ਅਮੀਰ ਮੁਲਕ ਨੇ ਇਹ ਸਬਸਿਡਾਈਜ਼ ਕਰਦੇ ਨੇ ਉਹਨੂੰ। ਅਮਰੀਕਾ ਦੇ ਵਿੱਚ ਵੀ ਐਗਰੀਕਲਚਰ ਸਬਸਿਡਾਈਜ਼ ਹੈ। ਅਗਰ ਅਮਰੀਕੀ ਜਿਹੜੀ ਹਕੂਮਤ ਹੈ ਉਹ ਸਬਸਿਡਾਈਜ਼ ਦੇਣਾ ਬੰਦ ਕਰ ਦੇ ਤੇ ਐਗਰੀਕਲਚਰ ਪ੍ਰੋਡਕਸ਼ਨ ਇੱਥੇ ਬੰਦ ਹੋ ਜਾਏਗੀ ਤਕਰੀਬਨ। ਜੋ ਯੂਰਪ ਚ ਵੀ ਇਦਾਂ ਹੀ, ਯੂਰਪ 'ਚ ਵੀ ਇਦਾਂ ਹੀ ਹੈ, ਔਰ ਹੋਰ ਜਿਹੜੇ ਮੁਲਕ ਇੰਡਸਟਰੀਅਲਾਈਜ਼ ਕਰ ਰਹੇ ਨੇ ਉਹਨਾਂ 'ਚ ਵੀ ਇਦਾਂ ਹੀ ਹੈ, ਠੀਕ। ਅੱਛਾ, ਹੁਣ ਤੁਸੀਂ ਦੱਸੋ ਕਿ ਜੇ ਐਗਰੀਕਲਚਰ ਦੇ ਵਿੱਚੋਂ ਜਿਹੜੀ ਮੀਨਿੰਗਫੁਲ ਐਮਪਲੋਇਮੈਂਟ ਹੈ ਹਿੰਦੁਸਤਾਨ, ਪਾਕਿਸਤਾਨੀ, ਪੰਜਾਬ ਦੇ ਵਿੱਚ, ਅਸੀਂ ਪੰਜਾਬ ਦੀ ਮਿਸਾਲ ਲੈ ਲਈਏ ਨਾ, ਅਗਰ ਉਹ ਮੁੱਕਦੀ ਜਾ ਰਹੀ ਹੈ ਤੇ ਫਿਰ ਜਾਂ ਤੇ ਲੋਕੀ ਮੁਲਕੋਂ ਬਾਹਰ ਜਾਣ, ਉਹ ਜਾ ਰਹੇ ਨੇ। ਜਿਵੇਂ ਕੋਈ ਮੇਰਾ ਖਿਆਲ ਹੈ ਕਿ 10-15% ਪੰਜਾਬੀ ਜਿਹੜੇ ਨੇ ਉਹ ਆਪਣੇ ਆਪਣੇ ਮੁਲਕਾਂ ਤੋਂ ਬਾਹਰ ਬੈਠੇ ਨੇ। ਆਹੋ 5 ਮਿਲੀਅਨ ਪੰਜਾਬੀ ਬਾਹਰ ਬੈਠੇ ਨੇ ਔਰ ਜਾਂ ਤੇ ਉਹ ਬਾਹਰ ਜਾਣ ਤੇ ਜਾਂ ਉਹ ਉੱਥੇ ਰਹਿ ਕੇ ਤੇ ਭੁੱਖੇ ਮਰਨ। ਮਤਲਬ ਜਿਨ੍ਹਾਂ ਨੂੰ ਤੇ ਬਾਹਰੋਂ ਲੋਕਾਂ ਨੇ, ਇਹਨੇ ਅਗਰ 5 ਮਿਲੀਅਨ ਬਾਹਰ ਗਏ ਨੇ ਤੇ ਉਹ ਕੋਈ ਉੱਥੇ ਜਿਹੜੀ ਕਮ ਸੇ ਕਮ 10-15 ਮਿਲੀਅਨ ਲੋਕ ਉਹਨਾਂ ਨੂੰ ਪਾਲ ਰਹੇ ਨੇ ਨਾ। ਬਿਲਕੁਲ। ਇਸੇ ਵਾਸਤੇ ਪਾਕਿਸਤਾਨ ਤੇ ਜਿਹੜੀ ਇੰਡੀਆ ਔਰ ਖਾਸ ਤੌਰ ਤੇ ਪੰਜਾਬ ਜਿਹੜੇ ਨੇ, ਉਹਨਾਂ ਦੇ ਵਿੱਚ ਜਿਹੜੀ ਫਾਰਨ ਰਿਮਿਟੈਂਸ ਹੈ ਉਹ ਬਹੁਤ ਵੱਡਾ
ਫੈਕਟਰ ਹਿੱਸਾ ਹੈ, ਹੈ। ਹਾਂ ਬਹੁਤ ਵੱਡਾ ਹਿੱਸਾ ਹੈ ਉਹਨਾਂ ਦੀ ਆਮਦਨੀ ਦੇ ਵਿੱਚ। ਮਤਲਬ ਅੱਛਾ, ਹੁਣ ਮਸਲਾ ਇਹ ਹੈਗਾ ਕਿ ਉਹੀ ਗੱਲ ਹੈਗੀ ਹੈ ਕਰਨ ਦੀ, ਜਿਹੜੀ ਕਿ ਇਹਦਾ ਫਿਰ ਇਹਦੇ ਚ ਮੈਨੂੰ ਤਾਂ ਸਵਾਈ ਇਸ ਗੱਲ ਦੇ ਗੱਲ ਨਜ਼ਰ ਨਹੀਂ ਆਉਂਦੀ ਕਿ ਜਿਹੜੀ ਐਕਟਿਵਿਸਟ ਲੋਕ ਨੇ, ਪ੍ਰੋਗਰੈਸਿਵ ਲੋਕ ਨੇ, ਜਿਹੜੇ ਸੁਸਾਇਟੀ ਨੂੰ ਬਿਹਤਰ ਕਰਨਾ ਚਾਹੁੰਦੇ ਨੇ, ਔਰ ਸੁਸਾਇਟੀ ਚਾਹੁੰਦੇ ਨੇ ਕਿ ਲੋਕੀ ਇੱਜ਼ਤ ਦੇ ਨਾਲ, ਵਕਾਰ ਦੇ ਨਾਲ, ਆਨਰ ਦੇ ਨਾਲ ਰਹਿ ਸਕਣ, ਖਾ ਸਕਣ, ਇੱਕ ਦੂਜੇ ਦੇ ਐਜੂਕੇਸ਼ਨ ਹਾਸਲ ਕਰਨ, ਸਿਹਤ ਹਾਸਲ ਕਰ ਸਕਣ, ਇਹ ਉਹਨਾਂ ਚਿਰ ਤੱਕ ਮੁਮਕਿਨ ਨਹੀਂ ਜੇ ਹੈਗਾ ਜਿੰਨਾ ਚਿਰ ਤੱਕ ਇੰਡਸਟਰੀਲਾਈਜੇਸ਼ਨ ਨਹੀਂ ਹੋਣੀ। ਤੇ ਫਿਰ ਉਹ ਇੰਡਸਟਰੀਲਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰਨ, ਯਾਨੀ ਉਸ ਤਰ੍ਹਾਂ ਦੀ ਪ੍ਰਚਾਰ ਕਰਨ ਜਿਹਦੇ ਚ ਇੰਡਸਟਰੀਲਾਈਜੇਸ਼ਨ ਹੋਵੇ। ਨਾਲੇ ਐਗਰੀਕਲਚਰ ਵੀ ਜਿਹੜਾ ਹੈ ਉਹ ਇੰਡਸਟਰੀਅਲ ਐਗਰੀਕਲਚਰ ਹੀ ਹੋਣਾ। ਬਿਲਕੁਲ ਬਿਲਕੁਲ, ਉਹ ਨਹੀਂ ਹੋਣਾ। ਹਾਂ, ਤੇ ਦੂਜੀ ਗੱਲ ਜਿਹੜਾ ਇੰਡਸਟਰੀਅਲਾਈਜੇਸ਼ਨ ਹੈ ਉਹਦਾ ਵੀ ਸਵਾਲ ਇਹ ਹੈ ਨਾ ਕਿ ਹੁਣ ਤਾਂ ਪੋਸਟ ਇੰਡਸਟਰੀਅਲ ਸੁਸਾਇਟੀ ਚ ਆਪਾਂ ਰਹਿ ਰਹੇ। ਬਿਲਕੁਲ, ਇੰਡਸਟਰੀ ਦੀ ਵੀ ਤੁਸੀਂ ਦੇਖੋ ਨਾ, EMPLOYMENT ਜਿਹੜੀ ਹੈ ਕਿੰਨੀ ਘਟੀ ਆ ਪਿਛਲੇ 100 ਸਾਲਾਂ ਬਹੁਤ ਘਟ ਗਈ ਹੈ। ਉਹ ਵੀ ਕੋਈ ਰੁਜ਼ਗਾਰ ਦਾ ਕੋਈ ਹੱਲ ਨਹੀਂ ਹੈ ਹੁਣ। ਹਾਂ, ਇਸੇ ਕਰਕੇ ਆ ਜਿਹੜਾ ਸੁਝਾਅ ਬਹੁਤ ਮੁਲਕਾਂ 'ਚ ਦਿੱਤਾ ਜਾ ਰਿਹਾ ਕਿ ਭਾਵੇਂ ਕੋਈ ਕੰਮ ਕਰੇ ਨਾ ਕਰੇ, ਬੇਸਿਕ ਗਾਰੰਟੀਡ ਇਨਕਮ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ। ਲੇਕਿਨ ਜਸਪਾਲ ਜੀ, ਉਹਦੇ ਚ ਮੇਰਾ ਇਹ ਸਵਾਲ ਹੈਗਾ ਕਿ ਉਹ ਸੁਸਾਇਟੀਆਂ ਜਿਹੜੀਆਂ ਸਰਪਲਸ ਪੈਦਾ ਕਰ ਸਕਦੀਆਂ ਨੇ ਜਾਂ ਜਿਨ੍ਹਾਂ ਚ ਕਪੈਸਿਟੀ ਹੈਗੀ ਹੈ ਪੈਦਾ ਕਰਨ ਦੀ, ਜਿਵੇਂ ਕਿ ਚੀਨ ਹੈ ਜਾਂ ਅਮਰੀਕਾ ਹੈ, ਇਹਨਾਂ ਚ ਤੇ ਕਪੈਸਿਟੀ, ਜਾਂ ਯੂਰਪ ਦੇ ਬਹੁਤ ਸਾਰੇ ਮੁਲਕ ਨੇ, ਇਹਨਾਂ ਚ ਤੇ ਕਪੈਸਿਟੀ ਹੈਗੀ ਹੈ ਕਿ ਇਹ ਇੰਨੀ ਪੈਦਾ ਕਰ ਲੈਣਗੇ ਕਿ ਇਹ ਲੋਕਾਂ ਨੂੰ ਬਿਠਾ ਕੇ ਖਵਾ ਸਕਦੇ ਨੇ। ਲੇਕਿਨ ਸਵਾਲ ਇਹ ਹੈਗਾ ਕਿ ਜਿਹੜੇ ਸਾਡੀਆਂ ਪਾਪੂਲੇਸ਼ਨਸ ਨੇ ਹਿੰਦੁਸਤਾਨ ਪਾਕਿਸਤਾਨ ਦੀਆਂ, ਇਹ ਤੇ ਇੰਨਾ ਪੈਦਾ ਹੀ ਨਹੀਂ ਕਰਦੀਆਂ ਕਿ ਇਹ ਖਵਾ ਸਕਣ। ਚੁਣਾਜੇ ਤੁਸੀਂ ਦੇਖੋ ਨਾ ਹੁੰਦਾ ਕੀ ਹੈ ਪਾਕਿਸਤਾਨ ਦੇ ਵਿੱਚ। ਮੈਂ ਤੁਹਾਨੂੰ ਪਾਕਿਸਤਾਨ ਹੀ ਦੱਸ ਦਿੰਦਾ। ਪਾਕਿਸਤਾਨ ਵਗੈਰਾ ਦੇ ਵਿੱਚ ਹੁੰਦਾ ਇਹ ਹੈ ਕਿ ਜਦੋਂ ਵੀ ਕੋਈ ਵੈਲਫੇਅਰ ਪ੍ਰੋਗਰਾਮ ਜਾਂ ਕੋਈ ਸ਼ੁਰੂ ਹੁੰਦਾ ਹੈ ਨਾ, ਜਾਂ ਕੋਈ ਇਨਕਮ ਪ੍ਰੋਗਰਾਮ ਸ਼ੁਰੂ ਹੁੰਦਾ ਹੈ, ਤੇ ਉਹ ਮਨੀ ਪ੍ਰਿੰਟ ਕਰਕੇ ਹੁੰਦਾ ਹੈ। ਬਿਲਕੁਲ, ਉਹਦੇ ਨਾਲ ਇਨਫਲੇਸ਼ਨ ਤੇ ਚੀਜ਼ਾਂ ਦੀਆਂ ਕੀਮਤਾਂ ਵੱਧ ਜਾਂਦੀਆਂ ਨੇ। ਉਹ ਜਿਹੜੀ ਤੁਸੀਂ ਜਿਹਦੀ ਵੈਲਫੇਅਰ ਕਰ ਰਹੇ ਹੋ, ਉੱਥੇ ਦਾ ਉੱਥੇ ਹੀ ਰਹਿ ਜਾਂਦਾ। ਬਿਲਕੁਲ, ਉਹਨੂੰ ਜਿਹੜੇ 2 ਰੁਪਏ ਵੱਧ ਮਿਲਦੇ ਨੇ ਕੱਲ ਨਾਲੋਂ ਅੱਜ, ਉਨੀ ਰੋਟੀ 2 ਰੁਪਏ ਦੀ ਹੋ ਜਾਂਦੀ ਹੈ। ਬਿਲਕੁਲ, ਤੇ ਮਤਲਬ ਜਿੰਨਾ ਚਿਰ ਹੁਣ ਦੇਖੋ ਚੀਨੀ ਸੁਸਾਇਟੀ ਹੈ, ਚੀਨੀ ਸੁਸਾਇਟੀ ਜਿਹੜੀ ਹੈ ਉਹ ਆਪਣਾ ਉਹਦਾ ਜਿਹੜਾ ਸਿਰਫ ਫਾਰਨ ਟ੍ਰੇਡ ਦਾ ਜਿਹੜਾ ਸਰਪਲਸ ਹੈ ਉਹ $1 ਟ੍ਰਿਲੀਅਨ ਦੇ ਵਿੱਚ ਹੈ। ਬਿਲਕੁਲ, ਠੀਕ, ਅੱਛਾ, ਲਿਹਾਜ਼ਾ ਉਹ ਤੇ ਇਹ ਸੋਚ ਸਕਦੇ ਨੇ ਚੀਨੀ ਕਿ ਅਸੀਂ ਇਹ ਜਿਹੜਾ $1 ਟ੍ਰਿਲੀਅਨ ਹੈ ਇਹਨੂੰ ਅਸੀਂ ਕਿਵੇਂ ਲੋਕਾਂ ਦੇ ਵਿੱਚ ਵੰਡ ਦਈਏ। ਅੱਛਾ, ਹੁਣ ਤੁਸੀਂ ਲੈ ਲਓ ਉਹਦੇ ਮੁਕਾਬਲੇ 'ਚ ਪਾਕਿਸਤਾਨ ਦੀ ਮਿਸਾਲ। ਪਾਕਿਸਤਾਨ ਤੇ ਜਿਹੜੀਆਂ ਚੀਜ਼ਾਂ ਮੰਗਵਾਉਂਦਾ ਹੈ ਉਹ ਉਧਾਰ 'ਚ ਮੰਗਵਾਉਂਦਾ ਹੈ, ਸਰਪਲਸ ਨਹੀਂ ਹੈ। ਪਾਕਿਸਤਾਨ ਦਾ ਤੇ ਬਾਹਰਲੇ ਮੁਲਕਾਂ ਦੇ ਨਾਲ ਵੱਡਾ ਡੈਫਿਸਿਟ ਹੈ, ਜਿਹਦੀ ਵਜ੍ਹਾ ਤੋਂ, ਯਾਨੀ ਮਤਲਬ ਇਹ ਹੈ ਕਿ ਤੁਸੀਂ ਖਰਚ ਬਹੁਤਾ ਕਰ ਰਹੇ ਹੋ, ਖਾ ਬਹੁਤਾ ਰਹੇ ਹੋ ਤੇ ਕਮਾ ਘੱਟ ਰਹੇ ਹੋ। ਪਰ ਡਾਕਟਰ ਸਾਹਿਬ ਤੁਸੀਂ ਆਪਾਂ ਵਾਪਸ ਪੰਜਾਬ 'ਚ ਆ ਜਾਈਏ। ਹਾਂਜੀ, ਪੰਜਾਬ 'ਚ ਰਿਸੋਰਸਸ ਹੈਗੇ ਕਿ ਆਪਣੇ ਲੋਕਾਂ ਨੂੰ ਇਹ ਰੋਟੀ ਦੇ ਸਕਦਾ? ਕਿਵੇਂ ਹੈ? ਕਿਵੇਂ? ਇੱਕ ਤਾਂ ਐਗਰੀਕਲਚਰ ਰਾਹੀਂ ਇਹਨੂੰ ਇੰਡਸਟਰੀਅਲਾਈਜ਼ ਕਰਕੇ, ਦੂਜਾ ਇੰਡਸਟਰੀਅਲਾਈਜ਼ ਕਰਕੇ ਜਿੱਕੂ ਸਿਰਫ ਐਗਰੀਕਲਚਰ ਨਹੀਂ, ਫੂਡ ਪ੍ਰੋਸੈਸਿੰਗ ਦੇ ਯੂਨਿਟ ਉੱਥੇ ਲਾਏ ਜਾਣ। ਮਤਲਬ ਜੇ ਆਪਾਂ ਪੰਜਾਬ ਨੂੰ ਇੱਕ ਯੂਨਿਟ ਦੇ ਥਾਂ ਤੇ, ਸਿਰਫ ਪੰਜਾਬ ਨੂੰ ਇੱਕ ਯੂਨਿਟ ਤੇ ਦੇਖ ਲਈਏ, ਤੇ ਇਹਦੇ ਵਿੱਚ ਰਿਸੋਰਸਸ ਹੈਗੇ ਆ ਜਿਹੜੇ ਇਹ ਲੋਕਾਂ ਨੂੰ ਰੋਟੀ ਦੇ ਸਕਦੇ। ਦੇਖੋ ਨਾ, ਪੰਜਾਬ ਵਿੱਚ ਜਿਹੜੇ ਆਪਣਾ ਜਸਪਾਲ ਜੀ, ਜਿਹੜੇ ਪੰਜਾਬ ਦੇ ਜਿਹੜਾ ਸਭ ਤੋਂ ਵੱਡਾ ਰਿਸੋਰਸ ਹੈ ਨਾ, ਉਹ ਹੈਗਾ ਹਿਊਮਨ ਕੈਪੀਟਲ।
ਬਿਲਕੁਲ ਪੰਜਾਬ ਦੇ ਵਿੱਚ ਜਿਹੜਾ ਹਿਊਮਨ ਕੈਪੀਟਲ ਹੈ, ਯਾਨੀ ਜਿਹੜੇ ਬੰਦੇ ਨੇ ਉਹ ਜਿਹੜੇ ਨੇ ਉਹਨਾਂ ਦਾ ਜਿਹੜਾ ਲੈਵਲ ਹੈ ਉਹ ਬਹੁਤ ਹਾਈ ਹੈ। ਉਹਨਾਂ ਦੇ ਵਿੱਚ ਇਨਸੈਂਟਿਵ ਵੀ ਹੈਗਾ, ਐਂਟਰਪ੍ਰੀਨਿਓਰਸ਼ਿਪ ਵੀ ਹੈਗੀ ਹੈ, ਹਾਰਡ ਵਰਕ ਵੀ ਕਰ ਲੈਂਦੇ ਨੇ ਜਦੋਂ ਲੋੜ ਪੈਂਦੀ ਹੈ, ਵਗੈਰਾ ਵਗੈਰਾ। ਠੀਕ ਹੈ ਨਾ। ਅੱਛਾ, ਹੁਣ ਉਹਨਾਂ ਨੂੰ ਚਾਹੀਦਾ ਕਿ ਕੋਈ ਐਸਾ ਨਿਜ਼ਾਮ ਜਾਂ ਕੋਈ ਐਸੀ ਚੀਜ਼ ਹੋਵੇ ਜਿਹੜੀ ਮਤਲਬ ਉਹੀ ਪੰਜਾਬੀ ਜਿਹੜੇ ਨੇ ਉਹ ਕੈਨੇਡਾ ਅਮਰੀਕਾ ਦੇ ਵਿੱਚ ਆ ਕੇ ਤੇ ਜ਼ੀਰੋ ਦੇ ਉੱਤੋਂ ਕਮ ਅਜ਼ ਕਮ ਮਿਡਲ ਕਲਾਸ ਜ਼ਰੂਰ ਸ਼ਾਮਲ ਹੋ ਜਾਂਦੇ ਨੇ। ਮੈਂ ਇਹ ਤੇ ਨਹੀਂ ਕਹਿੰਦਾ ਕਿ ਉਹ ਉਹਨਾਂ ਚੋਂ ਕੁਝ ਬਹੁਤ ਅਮੀਰ ਵੀ ਹੋ ਜਾਂਦੇ ਨੇ, ਲੇਕਿਨ ਚਲੋ ਉਹਨਾਂ ਨੂੰ ਉਹ ਐਕਸੈਪਸ਼ਨਸ ਉਹਨਾਂ ਨੂੰ ਛੱਡ ਦਿਓ। ਨਹੀਂ ਮਤਲਬ ਇਹ ਹੈ ਕਿ ਰੋਟੀ ਖਾ ਲੈਂਦੇ ਆਰਾਮ ਨਾਲ, ਇੱਜ਼ਤ ਨਾਲ, ਆਰਾਮ ਦੇ ਨਾਲ। ਮਿਡਲ ਕਲਾਸ ਦੀ ਰੋਟੀ ਜਿੱਥੇ ਵੀ ਜਾਂਦੇ ਨੇ ਉੱਥੇ ਬਣਾ ਕੇ ਖਾ ਲੈਂਦੇ ਨੇ। ਫਿਰ ਰੋਟੀ ਖਾਂਦੇ ਨਹੀਂ ਆ, ਉਹਦੇ ਵਿੱਚੋਂ ਬਚਾ ਕੇ ਪਿੱਛੇ ਵੀ ਭੇਜਦੇ ਨੇ। ਬਿਲਕੁਲ। ਅੱਛਾ, ਹੁਣ ਇਹਦਾ ਮਤਲਬ ਇਹ ਹੋਇਆ ਕਿ ਉਹੀ ਬੰਦੇ ਨੇ ਜੇ ਇਹਨਾਂ ਨੂੰ ਉਹੀ ਇੱਥੋਂ ਵਾਲੇ ਜਾਂ ਇਸ ਤਰ੍ਹਾਂ ਦੇ ਰਿਸੋਰਸਸ ਔਰ ਇਸ ਤਰ੍ਹਾਂ ਦਾ ਜਿਹੜਾ ਸੋਸ਼ਲ ਸਟਰਕਚਰ ਮਿਲ ਜਾਵੇ ਤੇ ਉਹ ਉੱਥੇ ਵੀ ਖਾ ਸਕਦੇ ਨੇ। ਬਿਲਕੁਲ। ਅੱਛਾ, ਹੁਣ ਸਵਾਲ ਇਹੋ ਹੀ ਪੈਦਾ ਹੁੰਦਾ ਹੈ ਕਿ ਉੱਥੇ ਜਿਹੜਾ ਹੈ ਉਹ ਸਟਰਕਚਰ ਕੀ ਹੋਵੇ। ਮੈਂ ਤੁਹਾਡੀ ਗੱਲ ਮੰਨਣਾ ਹੈ ਕਿ ਐਗਰੀਕਲਚਰ ਜਿਹੜਾ ਹੈਗਾ ਉਹਨੂੰ ਆਪਣਾ ਕੰਪਲੀਟਲੀ ਟ੍ਰਾਂਸਫਾਰਮ ਕਰਨ ਦੀ ਲੋੜ ਹੈ, ਉਹਨੂੰ ਟ੍ਰਾਂਸਫਾਰਮ ਕਰਨ। ਲੇਕਿਨ ਉਹਦੇ ਚ ਜਿਹੜੀ ਹੈ ਨਾ, ਮੈਂ ਇੱਕ ਤੁਹਾਨੂੰ ਹੋਰ ਜਿਹੜੀ ਅਰਜ਼ ਕਰ ਦੇਣਾ ਚਾਹੁੰਦਾ ਹੈ, ਜਿਹੜੀ ਉਹਦੇ ਚ ਪ੍ਰੋਬਲਮ ਹੈ ਨਾ ਉਹਦੀ ਮੈਂ ਤੁਹਾਨੂੰ ਅਰਜ਼ ਕਰ ਦੇਣਾ ਚਾਹੁੰਦਾ। ਉਹ ਇਹ ਹੈਗੀ ਹੈ ਕਿ ਇਹ ਜਿਹੜੇ ਸਾਰੇ ਵੱਡੇ ਅਮੀਰ ਮੁਲਕ ਨੇ ਨਾ, ਇਹ ਇੰਨੀ ਸਬਸਿਡੀ ਦਿੰਦੇ ਨੇ ਆਪਣੀ ਐਗਰੀਕਲਚਰਲ ਪ੍ਰੋਡਕਸ਼ਨ ਨੂੰ ਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜੇ ਮਾੜੇ ਮੁਲਕ ਉਹੋ ਹੀ ਚੀਜ਼ ਬਣਾ ਕੇ ਲਿਆਉਂਦੇ ਨੇ ਤੇ ਉਹ ਉਹਨਾਂ ਨੂੰ ਕੰਪੀਟ ਨਹੀਂ ਕਰ ਪਾਉਂਦੇ। ਮੈਂ ਉਹਦੀ ਤੁਹਾਨੂੰ ਮਿਸਾਲ ਦੱਸ ਦਿੰਦਾ ਪਾਕਿਸਤਾਨ ਦੀ। ਪਾਕਿਸਤਾਨ ਦੇ ਵਿੱਚ ਹੁਣ ਤੇ ਖੈਰ ਬਿਲਕੁਲ ਬਦਲ ਗਿਆ ਹੈ। ਪਾਕਿਸਤਾਨ 'ਚ 10-15 ਸਾਲ ਪਹਿਲੇ ਸਰਪਲਸ ਗ੍ਰੇਨ ਪੈਦਾ ਹੁੰਦਾ ਸੀ, ਕਣਕ ਕਾਫੀ ਸਰਪਲਸ ਸੀ। ਮਤਲਬ ਤੁਸੀਂ ਜਿਸ ਪਾਸੇ ਵੀ ਜਾਂਦੇ ਸੋ ਨਾ ਪਾਕਿਸਤਾਨ 'ਚ ਤੇ ਖੇਤਾਂ ਦੇ ਵਿੱਚ ਕਈ ਏਕੜ ਬੋਰੀਆਂ ਦੇ ਢੇਰ ਲੱਗੇ ਹੁੰਦੇ ਸਨ ਕਣਕ ਦੇ। ਠੀਕ। ਅੱਛਾ, ਹੁਣ ਉਹਦੇ ਉੱਤੇ ਮੈਂ ਖੈਰ ਬਹੁਤ ਉਹਦੇ ਤੇ ਰਿਸਰਚ ਕੀਤੀ ਹੈ ਔਰ ਮੈਂ ਬੜੇ ਲੋਕਾਂ ਨਾਲ ਉੱਤੇ ਬਹਿਸਾਂ ਵੀ ਕੀਤੀਆਂ ਨੇ ਔਰ ਮੈਂ ਉਦੋਂ ਕਾਲਮ ਵੀ ਲਿਖਦਾ ਸਾਂ, ਇਸ ਲਈ ਮੈਨੂੰ ਲੋੜ ਹੁੰਦੀ ਸੀ। ਤੇ ਉਹਦੇ ਵਿੱਚ ਆਖਿਰ ਦੇ ਉੱਤੇ ਗੱਲ ਇਹ ਹੁੰਦੀ ਸੀ ਕਿ ਪਾਕਿਸਤਾਨੀ ਗ੍ਰੇਨ ਜਿਹੜਾ ਹੈ ਉਹ ਅਮਰੀਕੀ ਗ੍ਰੇਨ ਨਾਲ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਸ ਲਈ ਕੰਪੀਟ ਨਹੀਂ ਕਰ ਪਾਉਂਦਾ ਕਿ ਅਮਰੀਕੀ ਹਕੂਮਤ ਜਿਹੜੀ ਹੈ ਉਹ ਆਪਣੇ ਜਿਹੜਾ ਐਗਰੀਕਲਚਰਲ ਸੈਕਟਰ ਹੈ ਜਾਂ ਆਪਣਾ ਜਿਹੜਾ ਅਨਾਜ ਉਗਾਉਣ ਵਾਲਾ ਹੈ ਉਹਨੂੰ ਇੰਨਾ ਸਬਸਿਡਾਈਜ਼ ਕਰ ਦਿੰਦੀ ਹੈ ਕਿ ਉਹਨੂੰ ਤਾਂ ਮੁਫਤ ਹੁੰਦਾ, ਉਹ ਤਾਂ ਕਿਸੇ ਵੀ ਕੀਮਤ ਤੇ ਵੇਚ ਸਕਦਾ ਹੈ। ਨਹੀਂ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਇਧਰਲੇ ਪੰਜਾਬ 'ਚ ਵੀ ਇਦਾਂ ਹੀ ਹੋ ਰਿਹਾ, ਇਹੋ ਹੀ ਹੋ ਰਿਹਾ। ਲਿਹਾਜ਼ਾ ਭਾਵੇਂ ਝੋਨਾ। ਬਿਲਕੁਲ। ਜੇ ਪੰਜਾਬ ਨੇ ਆਪਣੇ ਲੋਕਾਂ ਨੂੰ ਇੱਜ਼ਤ ਦੀ ਰੋਟੀ ਦੇਣੀ ਆ, ਇੱਕ ਗੱਲ ਇਹਨੂੰ ਕਰਨੀ ਪਏਗੀ, ਇੰਟਰਨੈਸ਼ਨਲ ਮਾਰਕੀਟ ਤੋਂ ਡੀਲਿੰਕ ਕਰਨਾ ਪਏਗਾ। ਹਾਂ, ਇਹ ਹੁਣ ਜਿਹੜੇ ਹੈ ਨਾ, ਇਹ ਬਹਿਸ ਜਿਹੜੀ ਹੈ ਨਾ, ਇਹ ਆਪਣਾ ਜਸਪਾਲ ਜੀ, ਇਹ ਦੂਸਰੀ ਬਹਿਸ ਹੈ ਕਿ ਕਿਆ ਹਿਸਟੋਰੀਕਲੀ ਸਪੀਕਿੰਗ ਤੁਸੀਂ ਇੰਟਰਨੈਸ਼ਨਲ ਮਾਰਕੀਟ ਤੋਂ ਡੀਲਿੰਕ ਕਰ ਸਕਦੇ ਹੋ ਔਰ ਕਿਆ ਤੁਸੀਂ ਇੰਟਰਨੈਸ਼ਨਲ ਮਾਰਕੀਟ ਤੋਂ ਡੀਲਿੰਕ ਕਰਕੇ, ਦੁਨੀਆ ਤੋਂ ਡੀਲਿੰਕ ਕਰਕੇ, ਮੈਂ ਉਹਦਾ ਜਿਹੜਾ ਦੇਸੜ ਤਰਜਮਾ ਹੈ, ਦੁਨੀਆ ਤੋਂ ਵੱਖ ਹੋ ਕੇ ਕਿਆ ਤੁਸੀਂ ਆਪਣਾ ਮਾਡਰਨਾਈਜ਼ ਹੋ ਸਕਦੇ ਹੋ ਜਾਂ ਕਿਆ ਤੁਸੀਂ ਪੈਦਾ ਕਰ, ਮੈਨੂੰ ਨਹੀਂ ਹੈ। ਇਹ ਤਾਂ ਇੱਕ ਆਈਡੀਆ। ਜਿੱਕੂ ਹੁਣ ਚਾਈਨਾ ਦਾ ਐਗਜ਼ਾਮਪਲ ਦੇਖ ਲਓ ਨਾ ਜੀ। ਜਿੱਕੂ ਚਾਈਨਾ 'ਚ ਜਿਹੜਾ ਫਾਰਮਰ ਹੈ ਉਹ ਆਪਣੇ ਸੈੱਲ ਫੋਨ ਰਾਹੀਂ ਡਾਇਰੈਕਟ ਬਾਇਰ ਨਾਲ ਕੰਟੈਕਟ ਕਰਦਾ ਟੈਕਨੋਲੋਜੀ ਕਰਕੇ ਤੇ ਭਾਅ ਨੈਗੋਸ਼ੀਏਟ ਕਰ ਲੈਂਦਾ। ਤੇ ਸਟੇਟ ਜਿਹੜੀ ਹੈ ਉਹ ਟਰਾਂਸਪੋਰਟੇਸ਼ਨ ਪ੍ਰੋਵਾਈਡ ਕਰਦੀ ਹੈ ਫ੍ਰੀ ਫਾਰਮਰ ਨੂੰ। ਜੀ, ਸਮਝੇ ਨਾ। ਤਾਂ ਕਈ ਤਰ੍ਹਾਂ ਦੀਆਂ ਪੋਸਿਬਿਲਿਟੀਜ਼ ਹੋ ਸਕਦੀਆਂ ਲੇਕਿਨ ਅਗਰੇਰੀਅਨ ਕ੍ਰਾਈਸਿਸ ਨੂੰ ਓਵਰਕਮ ਕਰਨ ਦੀਆਂ। ਲੇਕਿਨ ਜਸਪਾਲ ਜੀ, ਅਸੀਂ ਮੋਟੀ ਗੱਲ ਕਰੀਏ
ਜਿਹੜੀ ਮੋਟੀ, ਇਹ ਤੇ ਗੱਲ ਤੁਹਾਡੀ ਸਹੀ ਹੈ, ਤੇ ਛੋਟੇ ਇਹ ਤੇ ਮਾਈਕਰੋ ਲੈਵਲ ਦੇ ਉੱਤੇ ਕੰਮ ਹੋਣੇ ਨੇ, ਲੇਕਿਨ ਜਿਹੜੀ ਮੋਟੀ ਗੱਲ ਹੈ ਨਾ, ਮੈਨੂੰ ਇਹ ਲੱਗਦਾ ਕਿ ਜਿਹੜੀ ਮੋਟੀ ਗੱਲ ਜੇ ਕਰੀਏ ਤੇ ਉਹ ਇਹ ਹੈ ਕਿ ਜਿਹੜੀ ਮਾਡਰਨ ਟੈਕਨੋਲੋਜੀ ਨੂੰ ਅਡਾਪਟ ਕਰਕੇ, ਮਾਡਰਨ ਮੀਨਸ ਆਫ ਪ੍ਰੋਡਕਸ਼ਨ ਨੂੰ ਅਡਾਪਟ ਕੀਤਿਆਂ ਬਗੈਰ ਤੁਸੀਂ ਸਰਵਾਈਵ ਨਹੀਂ ਕਰ ਸਕਦੇ। ਨਹੀਂ, ਇਹ ਤਾਂ ਬਿਲਕੁਲ ਦਰੁਸਤ ਹੈ। ਜਿੱਕੂ ਹਲ ਤੋਂ ਬਿਨਾ ਤੁਸੀਂ ਪਹਿਲਾਂ ਸਰਵਾਈਵ ਨਹੀਂ ਕਰ ਸਕਦੇ ਸੀ। ਬਿਲਕੁਲ ਬਿਲकुल ਟਰੈਕਟਰ ਤੋਂ ਬਿਨਾ ਨਹੀਂ ਸਰਵਾਈਵ ਕਰ ਸਕਦੇ। ਬਿਲਕੁਲ, ਮਤਲਬ ਇਹ ਹੈ ਕਿ ਇਹ ਤਾਂ ਹੁਣ ਬਿਲਕੁਲ ਹੀ ਜ਼ਾਹਿਰ ਗੱਲ ਹੈ। ਔਰ ਇਹ ਹੈ ਕਿ ਜਿਹੜਾ ਦੂਸਰਾ ਕ੍ਰਾਈਸਿਸ ਆ ਰਿਹਾ ਹੈ ਨਾ, ਆਪਣਾ ਇੱਕ ਜਿਹੜਾ ਦੂਸਰਾ ਕ੍ਰਾਈਸਿਸ ਆ ਰਿਹਾ ਹੈ, ਡਾਕਟਰ ਸਾਹਿਬ ਕਿਸੇ ਹੋਰ ਨੂੰ ਵੀ ਬੋਲਣ ਦਈਏ ਆਪਾਂ। ਚਲੋ ਠੀਕ ਹੈ, ਮੈਂ ਤਾਂ ਛੱਡਿਆ ਸੀ ਪਰ ਬੋਲਿਆ ਹੀ ਕੋਈ ਨਹੀਂ। ਹਾਂਜੀ ਬੋਲੋ ਪਲੀਜ਼। हाँ जी, नमस्कार जी डॉक्टर साहब। जी नमस्कार। हाँ, मैं थोड़ा ਜਿਹਾ ਲੇਟ ਹੋ ਗਿਆ ਤੇ ਡਾਕਟਰ ਸਾਹਿਬ ਇੱਕ ਗੱਲ ਇਹ ਜਿਹੜੀ ਮੈਂ ਤੁਹਾਡੀ ਡਿਸਕਸ਼ਨ ਸੁਣੀ ਹੈ ਜੀ, ਵੀ ਇੱਕ ਪੱਖ ਹੋਰ ਹੈਗੇ ਪਿੱਛੇ ਜੀ, ਮੈਂ ਇੱਕ ਚੀਜ਼ ਪੜ੍ਹੀ ਸੀ ਵੀ ਚਾਈਨਾ ਇਸ ਚੀਜ਼ ਤੇ ਰਿਸਰਚ ਕਰ ਰਿਹਾ ਫੂਡ ਬਣਾਉਣ ਵਾਸਤੇ, ਵੀ ਜਿਹੜਾ ਫੂਡ ਹੈ ਦੇਖੋ ਐਗਰੀਕਲਚਰ ਦੀ ਲੋੜ ਫੂਡ ਕਰਕੇ ਪੈਂਦੀ ਹੈ, ਖਾਣੇ ਕਰਕੇ। ਨਹੀਂ ਨਹੀਂ, ਸਿਰਫ ਫੂਡ ਨਹੀਂ ਹੈ, ਹੋਰ ਵੀ ਬਹੁਤ ਚੀਜ਼ਾਂ ਨੇ। ਹਾਂ ਹੋਰ ਵੀ ਹੈਗੀਆਂ ਨੇ। ਜੀ, ਤੇ ਉਹ ਕਹਿੰਦੇ ਵੀ ਜਿਹੜੀ ਵਾਤਾਵਰਣ ਚ ਕਾਰਬਨ ਡਾਈਆਕਸਾਈਡ ਹੈ ਉਹਦੇ ਵਿੱਚੋਂ ਫੂਡ ਤਿਆਰ ਕਰਨਗੇ, ਏਦਾਂ ਦੀ ਕੋਈ ਰਿਸਰਚ ਕਰ ਰਹੇ ਨੇ ਵੀ ਉਹ ਜੀ ਚੀਜ਼ਾਂ ਜਦੋਂ ਅੱਗੇ ਵੱਧ ਗਈਆਂ ਤਾਂ ਉਹਦਾ ਕੀ ਇੰਪੈਕਟ ਪਏਗਾ। ਇਹ ਵੀ ਇੱਕ ਖੇਤੀਬਾੜੀ ਨਾਲ ਜੁੜੀ ਹੋਈ ਚੀਜ਼ ਹੈ। ਨਹੀਂ, ਤੁਸੀਂ ਇੰਜ ਭਾਵੇਂ ਵੀ ਇਸ ਨੂੰ ਨਾ ਹੀ ਕਹੋ, ਤੁਸੀਂ ਇਹਨੂੰ ਇੰਜ ਕਹਿ ਲਓ ਕਿ ਇਸ ਵੇਲੇ ਜਿਹੜਾ ਚੀਨ ਹੈ ਉਹ ਦੁਨੀਆ ਦੇ ਟੋਟਲ ਜਿਹੜੀ ਐਗਰੀਕਲਚਰਲ ਪ੍ਰੋਡਕਟ ਹੈ ਉਹਦੇ ਵਿੱਚੋਂ 35% ਪ੍ਰੋਡਿਊਸ ਕਰਦਾ ਹੈ। ਹਾਂਜੀ ਹਾਂਜੀ। ਚੀਨ ਦੀ ਪਾਪੂਲੇਸ਼ਨ ਦੁਨੀਆ ਦਾ 35% ਨਹੀਂ ਹੈ। ਦੇਖੋ ਨਾ, ਅਗਰ ਸਿਰਫ ਚੀਨ, ਹਿੰਦੁਸਤਾਨ ਦੀ ਪਾਪੂਲੇਸ਼ਨ ਜਿਹੜੀ ਉਹ ਚੀਨ ਤੋਂ ਜ਼ਿਆਦਾ ਹੈ। ਤੇ ਅਗਰ ਚੀਨ ਨਹੀਂ, ਸੁਣੋ ਅਗਰ ਚੀਨ ਜਿਹੜਾ ਉਹ 35% ਪੈਦਾ ਕਰਦਾ ਹੈ, ਔਰ ਅਗਰ ਫਰਜ਼ ਕਰੋ ਉਹ ਅਗਲੇ 20 ਸਾਲਾਂ ਦੇ ਵਿੱਚ 70% ਪੈਦਾ ਕਰਨਾ ਸ਼ੁਰੂ ਕਰ ਦਿੰਦਾ ਐਗਰੀਕਲਚਰਲ desired goods, right? ਤੇ ਫਿਰ ਬਾਕੀ ਮੁਲਕਾਂ ਦੇ ਵਿੱਚ ਤੇ ਐਗਰੀਕਲਚਰ ਪ੍ਰੋਡਕਸ਼ਨ ਦੀ ਜਿਹੜੀ ਹੈ ਉਹ ਪੋਸਿਬਿਲਿਟੀ ਹੋਰ ਘਟ ਜਾਏਗੀ ਨਾ। ਮਤਲਬ ਇਹ ਹੈ ਕਿ ਜੇ ਫਰਜ਼ ਕਰੋ ਉਹ ਰੋਬੋਟਸ ਦੇ ਨਾਲ ਇੱਕ ਪੈਨੀ ਦੇ ਉੱਤੇ ਇੱਕ ਸੇਰ ਕਣਕ ਪੈਦਾ ਕਰ ਲੈਂਦਾ, ਇੱਕ ਪੈਨੀ ਦੇ ਸੇਰ ਦੇ ਉੱਤੇ, ਔਰ ਹੋਰ ਸਾਰੀ ਦੁਨੀਆ ਜਿਹੜੀ ਹੈ ਉਹ ਇੱਕ ਪੈਨੀ ਤੇ ਨਹੀਂ ਪੈਦਾ ਕਰ ਸਕਦੀ, ਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਫਿਰ ਸਿਰ ਚੀਨ ਹੋਏਗਾ। ਮੇਰੀ ਗੱਲ ਸਮਝੋ ਨਾ ਤੁਸੀਂ। ਇੱਕ ਮੈਂ ਥੋੜੇ ਦਿਨ ਹੋ ਗਏ ਪੜ੍ਹੀ ਸੀ ਵੀ ਚਾਈਨਾ ਨੇ ਇੱਕ ਏਦਾਂ ਦੀ ਰਿਸਰਚ ਕਰੀ ਹੈ, ਵਾਤਾਵਰਣ ਵਿੱਚ ਜਿਹੜੀ ਕਾਰਬਨ ਹੁੰਦਾ ਹੈ, ਕਾਰਬਨ ਡਾਈਆਕਸਾਈਡ ਹੁੰਦੀ ਹੈ, ਉਹਨੂੰ ਕੰਜ਼ਿਊਮ ਕਰਕੇ। ਹਾਂਜੀ ਹਾਂਜੀ, ਠੀਕ ਹੈ, ਮੈਂ ਸਮਝ ਗਿਆ ਤੁਹਾਡੀ ਗੱਲ, ਲੇਕਿਨ ਮੈਂ ਕਹਿੰਦਾ ਇਹ ਤੇ ਚਲੋ ਮੈਂ ਸਮਝ ਰਿਹਾ ਇਹ ਚਲੋ ਦੂਰ ਦੀ ਗੱਲ ਹੈ ਨਾ। ਮੈਂ ਡਿਸਕਸ਼ਨ ਨੂੰ ਬੇਸਿਕਸ ਤੇ ਰੱਖਣ ਲਈ ਕਹਿ ਰਹੇ ਹਾਂ ਕਿ ਚਲੋ ਇਹ ਤਾਂ ਦੂਰ ਦੀ ਗੱਲ ਹੈ ਨਾ। ਹਾਂਜੀ ਹਾਂਜੀ। ਤੇ ਅਗਰ ਉਹ ਨਾ ਵੀ ਕਰੇ, ਅਗਰ ਜਿਹੜੀਆਂ ਇਸ ਵੇਲੇ ਚੀਜ਼ਾਂ ਪੈਦਾ ਹੋ ਰਹੀਆਂ ਨੇ ਉਸ ਤਰ੍ਹਾਂ ਹੀ ਚੀਜ਼ਾਂ ਪੈਦਾ ਹੋਣ, ਔਰ ਤੇ ਫਿਰ ਕੀ ਹੋਏਗਾ? ਮੈਨੂੰ ਫਿਰ ਵੀ ਬਿਲਕੁਲ ਸਹੀ ਹੈ ਤੁਹਾਡੀ ਗੱਲ, ਫਿਰ ਵੀ ਇੱਕ ਬਹੁਤ ਵੱਡੀ ਦਿੱਕਤ ਇਹ ਜਿਹੜੀ ਆਪਣੀ ਸਬ ਕੰਟੀਨੈਂਟ ਦੀ ਕੰਟਰੀਆਂ ਨੇ ਇਹਨਾਂ ਨੂੰ ਆਏਗੀ। ਨਹੀਂ, ਸਾਰੀਆਂ ਜਿਹੜੀਆਂ ਹਾਂਜੀ, ਹੁਣ ਦੇਖੋ ਉਤੋਂ ਇਹ ਹੋ ਗਿਆ ਕਿ ਪਹਿਲੇ ਤੇ ਇਹ ਸੀਗਾ ਕਿ ਜੀ ਚਲੋ ਮੁਲਕਾਂ ਨੂੰ ਆਪਣਾ ਗਰੋ ਕਰਨ ਲਈ ਜਿਹੜੇ ਮਾੜੇ ਮੁਲਕ ਨੇ ਉਹ ਚੀਪਰ ਲੇਬਰ ਤੇ ਇੰਡਸਟਰੀਅਲ ਗੁੱਡਸ ਪੈਦਾ ਕਰਕੇ ਤੇ ਉਹਨਾਂ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਸੀ। ਜਿਵੇਂ ਸਾਊਥ ਕੋਰੀਆ ਚ ਹੋਈ, ਜਿਵੇਂ ਵਿਤਨਾਮ ਚ ਹੋਈ ਹੈ, ਜਿਵੇਂ ਚੀਨ ਚ ਹੋਈ ਹੈ, ਕਿ ਬਈ ਉਹ ਉੱਥੇ ਲੇਬਰ ਬਹੁਤ ਚੀਪ ਸੀ, ਨੋ ਹਾਉ ਹੈਗੀ ਸੀ, ਤੇ ਉਹ ਚੀਪਰ ਪ੍ਰਾਈਸ ਦੇ ਉੱਤੇ ਵੇਚ ਕੇ ਤੇ ਉਹ ਗਰੋ ਕਰ ਰਹੇ ਸਨ। ਠੀਕ,
ਅੱਛਾ, ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜੇ ਇਹਦੀ ਜਿਹੜੀ ਅਸੀਂ ਇੰਟੈਲੀਜੈਂਸ ਵਾਲੀ ਕਲਾਸ ਕੀਤੀ ਸੀ ਨਾ, ਹੁਣ ਤੁਸੀਂ ਉਹਨੂੰ ਵਾਪਸ ਦੇਣ ਚ ਲਿਆਓ ਕਿ ਜੇ ਜਿਹੜੇ ਸੁਪਰ ਪਾਵਰਸ ਨੇ ਇਹਦੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ, ਜੇ ਇਹਨਾਂ ਨੂੰ ਲੋੜ ਹੀ ਨਾ ਹੋਵੇ ਬਾਹਰੋਂ ਚੀਪ ਲੇਬਰ ਤੇ ਮੰਗਵਾ ਕਰਨ ਦੀ, ਤੇ ਰੋਬੋਟਸ ਦੇ ਨਾਲ ਖੁਦ ਹੀ ਪੈਦਾ ਕਰਕੇ ਦੂਜਿਆਂ ਨੂੰ ਵੇਚਣਾ ਸ਼ੁਰੂ ਕਰ ਦੇਣ, ਤੇ ਫਿਰ ਤੇ ਜਿਹੜੇ ਬਾਕੀ ਛੋਟੇ ਮੁਲਕ ਰਹਿ ਗਏ ਨੇ, ਉਹਨਾਂ ਦੇ ਜਿਹੜੇ ਪਿੱਛੇ ਰਹਿ ਗਏ ਨੇ ਮੁਲਕ, ਉਹਨਾਂ ਦੀ ਡਿਵੈਲਪਮੈਂਟ ਦੀ ਹੋਰ ਵੀ ਪੋਸਿਬਿਲਿਟੀ ਖਤਮ ਹੋ ਗਈ। ਬਿਲਕੁਲ ਬਿਲਕੁਲ। ਮਤਲਬ ਹੁਣ ਤੇ ਚਲੋ ਪਾਕਿਸਤਾਨ ਜਿਹੜਾ ਹੈ, ਪਾਕਿਸਤਾਨ ਦੇ ਵਿੱਚ ਲਾਹੌਰ 'ਚ ਬੈਠਾ ਸਾਡਾ ਦੋਸਤ ਤੌਲੀਏ ਬਣਾ ਕੇ ਵੇਚ ਲੈਂਦਾ ਹੈ, ਕਿਉਂਕਿ ਜਿੰਨੇ ਰੁਪਈਆਂ ਦਾ ਜਾਂ ਜਿੰਨੇ ਡਾਲਰਾਂ ਦਾ ਤੌਲੀਆ ਉੱਥੇ ਬਣਦਾ ਹੈ, ਅਗਰ ਉਹ ਅਮਰੀਕੀ ਬਣਾਉਣ ਤੌਲੀਆ ਇੱਥੇ, ਤੇ ਉੱਥੇ ਉਹ 10 ਰੁਪਏ ਦਾ ਬਣਦਾ, ਇੱਥੇ ਉਹ 200 ਰੁਪਏ ਦਾ ਬਣੇਗਾ, ਤੇ ਉਹ 10 ਰੁਪਏ ਦਾ ਬਣਾ ਕੇ ਵੇਚ ਸਕਦਾ ਹੈ। ਤੇ ਜੇ ਫਰਜ਼ ਕਰੋ ਇਹਨਾਂ ਨੇ ਰੋਬੋਟ ਲਾ ਕੇ ਤੌਲੀਆ ਜਿਹੜਾ ਉਹ 5 ਰੁਪਏ ਦਾ ਬਣਾਉਣਾ ਸ਼ੁਰੂ ਕਰ ਲਿਆ, ਤੇ ਫਿਰ ਉਹ ਲਾਹੌਰ ਵਾਲੇ ਬੰਦੇ ਦੀ ਕੌਣ ਖਰੀਦੇਗਾ ਬਈ? ਕੋਈ ਨਹੀਂ ਖਰੀਦੇਗਾ ਉਹਦੀ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈ, ਇਹਨੇ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਕ੍ਰਾਈਸਿਸ ਲਿਆ ਰਹੀ ਹੈ। ਮੈਂ ਸਿਰਫ ਉਹਦੇ ਵੱਲ ਤੁਹਾਡਾ ਧਿਆਨ ਦਵਾ ਰਿਹਾ ਕਿ ਇਹਦੀ ਪੋਸਿਬਿਲਿਟੀ ਰੀਅਲ ਹੈ। ਮਤਲਬ ਹੁਣ ਨਹੀਂ, ਰੀਅਲ ਕੀ ਐਕਚੁਅਲੀ ਹੋ ਰਿਹਾ ਡਾਕਟਰ ਸਾਹਿਬ? ਹੋ ਰਿਹਾ। ਹੁਣ ਜਿਹੜੇ ਇਨੀਸ਼ੀਅਲ ਪੀਰੀਅਡ ਦੇ ਉੱਤੇ ਜਿਹੜੇ ਮੁਲਕ ਪਿਛਲੇ 20-40 ਸਾਲਾਂ ਚ ਡਿਵੈਲਪ ਹੋ ਗਏ ਸਨ ਆਪਣਾ ਚੀਪਰ ਲੇਬਰ ਲਾ ਕੇ, ਹੁਣ ਤੁਸੀਂ ਵੇਖੋ ਕਿ ਹੁਣ ਉਹਦੀ ਜਿਹੜੀ ਸਪੀਡ ਆ ਉਹ ਘਟ ਗਈ ਹੈ। ਹੁਣ ਨਵੇਂ ਮੁਲਕ ਜਿਹੜੇ ਨੇ ਉਹਦੇ ਵਿੱਚ ਸ਼ਾਮਲ ਨਹੀਂ ਹੋ ਰਹੇ। ਅੱਛਾ, ਫਿਰ ਦੂਜੀ ਗੱਲ ਇਹ ਹੈਗੀ ਹੈ ਕਿ ਮੈਂ ਇਸ ਤੇ ਦੂਜੇ ਪੱਖ ਤੇ ਵੀ ਅਰਜ਼ ਕਰਦੇ ਹਾਂ ਕਿ ਦੂਜੇ ਪਾਸੇ ਇਹ ਹੋ ਰਿਹਾ ਹੈ ਕਿ ਜਿਹੜੀਆਂ ਹਿੰਦੁਸਤਾਨੀ ਪਾਕਿਸਤਾਨ ਦੀਆਂ ਸੁਸਾਇਟੀਆਂ ਨੇ, ਉਹ ਟਰਾਂਸਫਰਮੇਸ਼ਨ ਦੀ ਵਜ੍ਹਾ ਤੋਂ ਜਿਹੜੀਆਂ ਆਈਡੀਓਲੋਜੀਕਲੀ ਰਿਗਰੈਸਿਵ ਹੋ ਗਈਆਂ ਨੇ। ਮਤਲਬ ਉਹ ਜ਼ਿਹਨੀ ਤੌਰ ਦੇ ਉੱਤੇ ਜ਼ਿਆਦਾ ਮਜ਼ਹਬੀ ਕੱਟੜ ਪਸੰਦ ਹੋ ਗਈਆਂ ਨੇ। ਅੱਛਾ, ਉਹਦੀ ਵਜ੍ਹਾ ਤੋਂ ਇਹ ਕੋਈ ਕੋਇਨਸੀਡੈਂਸ ਨਹੀਂ ਹੈ, ਇਹ ਕੋਈ ਕੋਇਨਸੀਡੈਂਸ ਨਹੀਂ ਹੈ। ਆਹੋ, ਲੇਕਿਨ ਇਹ ਹੈ ਕਿ ਉਹ ਉਹਨਾਂ ਨੂੰ ਫਰਦਨ ਪਿੱਛੇ ਰੱਖੇਗਾ। ਇਹ ਜਿਹੜੀ ਕੱਟੜ ਪ੍ਰਸਤੀ ਦੀ ਸੋਚ ਹੈ, ਇਹ ਜਿਹੜੀ ਰਿਗਰੈਸਿਵ ਸੋਚ ਹੈ, ਇਹ ਫਰਦਰ ਉਹਨਾਂ ਨੂੰ ਪਿੱਛੇ ਰੱਖੇ। ਇੱਕ ਤੇ ਮੈਂ ਕਹਿ ਰਿਹਾ ਕਿ ਇੱਕ ਤੇ ਹਾਲਾਤ ਹੀ ਖਰਾਬ ਨੇ ਨਾ ਉਹਨਾਂ ਲਈ ਬਾਹਰ ਦੇ। ਉਹ ਮੁਨੀਰ ਨੇ ਇਸਦਾ ਸ਼ੇਰ ਸੁਣਿਆ ਤੁਸੀਂ? ਹਾਂ, ਉਹ ਸੁਣਾਓ ਨਾ ਜੀ ਇਹਨਾਂ ਨੂੰ। ਕੁਝ ਉਂਝ ਵੀ ਰਾਵਾਂ ਔਖੀਆਂ ਸਨ, ਨਹੀਂ ਕੁਝ ਉਂਝ ਵੀ ਰਾਵਾਂ ਔਖੀਆਂ ਸਨ, ਕੁਝ ਗੱਲ ਵਿੱਚ ਗਮ ਦਾ ਤੌਕ ਵੀ ਸੀ, ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ। ਯਾਰ ਅੱਜ ਕੋਈ ਬੋਲ ਨਹੀਂ ਰਿਹਾ, ਮੈਂ ਬੋਲ ਕੇ ਤੇ ਮੇਰਾ ਗਾਲ ਬਹਿ ਗਿਆ। ਡਾਕਟਰ ਮੈਂ ਇਹ ਕਰਾਂ ਅਰਜ਼ ਇੱਥੇ ਕਿ ਜਿਹੜੀ ਤੁਹਾਡਾ ਇਕਨੋਮਿਕਸ ਦਾ ਪ੍ਰਿੰਸੀਪਲ ਅਪਲਾਈ ਹੁੰਦਾ ਆ ਰਿਹਾ ਸ਼ੁਰੂ ਤੋਂ, ਟਾਈਮ ਇਮੋਰੀਅਲਸ ਤੋਂ, ਕਿ ਚੀਪ ਤੋਂ ਚੀਪ ਕੋਸਟ ਦੇ ਉੱਤੇ ਚੀਜ਼ ਪ੍ਰੋਡਿਊਸ ਕਰਨੀ ਆ, ਜਿਹਦੇ ਵਿੱਚ ਤੁਸੀਂ ਸਲੇਵਰੀ ਲੈ ਲਓ, ਲੋ ਆਵਰਲੀ ਵੇਜਸ ਲੈ ਲਓ, ਤੁਸੀਂ ਪ੍ਰੋਡਕਸ਼ਨ ਮਸ਼ੀਨਾਂ ਨਾਲ ਕਰਨੀ ਆ। ਆਈਡੀਆ ਸਿਰਫ ਇਹੀ ਆ ਕਿ ਸਸਤੀ ਤੋਂ ਸਸਤੀ ਚੀਜ਼ ਪ੍ਰੋਡਿਊਸ ਕਰਨੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ। ਔਰ ਦੂਸਰੇ ਇਸੇ ਕਰਕੇ ਤਾਂ ਬਾਹਰੋਂ ਚੀਪ ਲੇਬਰ ਆਉਂਦੀ ਆ ਜਾਂ ਹੋਰ ਕੀ ਆਉਂਦੀ ਆ, ਕਿਉਂਕਿ ਉਹਦੀ ਕੋਸਟ ਘੱਟ ਹੋਏਗੀ ਤੇ ਡੈਫੀਨਿਟਲੀ ਪ੍ਰੋਫਿਟ ਜ਼ਿਆਦਾ ਹੋਏਗਾ ਤੇ ਤੁਸੀਂ ਉਹਦੇ ਚੋਂ ਮੁਨਾਫਾ ਕੱਢ ਸਕਦੇ ਹੋ। ਇਹ ਉਹੀ ਪ੍ਰਿੰਸੀਪਲ ਹੈ। ਔਰ ਆਪਣੇ ਇੰਡਸਟਰੀਅਲਾਈਜੇਸ਼ਨ ਦਾ ਵੀ ਜਿਹੜਾ ਕਿ ਪਹਿਲਾਂ ਸੀਗਾ ਚੀਪ ਲੋ ਕਾਸਟ। ਬਿਲਕੁਲ, ਮਤਲਬ ਉਹ ਜਿਹੜਾ ਕਿਹਾ ਸੀਗਾ ਐਡਮ ਸਮਿਥ ਜੀ, ਐਡਮ ਸਮਿਥ ਨੇ ਜਿਹੜੀ ਫੋਰਕਾਸਟ ਕੀਤੀ ਸੀ ਕਿ ਤੁਸੀਂ ਬਰਤਾਨੀਆ ਦੇ ਵਿੱਚ ਜਦੋਂ ਸਸਤੀਆਂ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦੋਗੇ ਤੇ ਤੁਹਾਡਾ ਦੁਨੀਆ ਤੇ ਕਬਜ਼ਾ ਖੁਦ ਹੀ ਹੋ ਜਾਣਾ। ਦੈਟਸ ਵਾਟ ਹੀ ਸੈਡ ਕਿ ਦੁਨੀਆ 'ਚ ਜਿਹੜਾ ਬਰਤਾਨੀਆ ਹੈ ਉਹ ਅਗਰ ਮਸ਼ੀਨੀ ਪੈਦਾਵਾਰ ਸ਼ੁਰੂ ਕਰ ਦਿੰਦਾ ਹੈ
ਤੇ ਉਹਦਾ ਮੁਕਾਬਲਾ ਬਾਕੀ ਦੁਨੀਆ ਨਹੀਂ ਕਰ ਸਕਦੀ। ਐਂਡ ਦੈਟਸ ਵਾਟ ਹੈਪਨ। ਜੌਨ ਸਟੂਅਰਟ ਮਿਲ ਦਾ ਵੀ ਤਾਂ ਆਰਗੂਮੈਂਟ ਇਹੀ ਸੀ ਨਾ, ਬਿਲਕੁਲ ਕਿ ਗੁਲਾਮਾਂ ਦੀ ਥਾਂ ਤੇ ਸਾਨੂੰ ਕੰਜ਼ਿਊਮਰ ਟ੍ਰਾਂਸਫਾਰਮ ਕਰਨੇ ਚਾਹੀਦੇ। ਬਿਲਕੁਲ। ਇਹ ਤੁਹਾਡੇ ਚੋਂ ਕਿਸੇ ਨੂੰ ਪਤਾ ਹੈ ਆਪਣਾ ਕਿ ਅਮਰੀਕਾ ਦੇ ਵਿੱਚ ਫੋਰਡਨਿਜ਼ਮ ਕਿਹਨੂੰ ਕਹਿੰਦੇ ਨੇ? ਚਲੋ ਹਲਕੀ ਫੁਲਕੀ ਗੱਲ ਕਰਨੇ ਆ। ਕਿਉਂ ਜੀ, ਕਿਸੇ ਨੂੰ ਪਤਾ ਫੋਰਡਨਿਜ਼ਮ ਕੀ ਸੀਗਾ? ਡਾਕਟਰ ਸਾਹਿਬ ਮੈਨੂੰ ਜਾਣਾ ਪੈਣਾ ਹੁਣ। ਅੱਛਾ ਤੁਸੀਂ ਜਾਓ। ਅੱਛਾ ਜੀ, ਫੋਰਡਨਿਜ਼ਮ ਆਪਣਾ ਅਮਰਜੀਤ ਜੀ ਤੁਹਾਨੂੰ ਪਤਾ ਫੋਰਡਨਿਜ਼ਮ ਕੀ ਸੀ? ਫੋਰਡਨਿਜ਼ਮ ਮੈਨੂੰ ਆਫ ਹੈਂਡ ਤੇ ਬਿਲਕੁਲ ਪਤਾ ਨਹੀਂ ਜੀ। ਅੱਛਾ, ਫੋਰਡਨਿਜ਼ਮ ਇਹ ਸੀ ਕਿ ਜਦੋਂ ਜਿਹੜਾ ਫੋਰਡ ਸੀ ਨਾ ਕਾਰਾਂ ਬਣਾਉਣ ਵਾਲਾ, ਉਹਨੇ ਜਦੋਂ ਕਾਰਾਂ ਬਣਾਉਣੀਆਂ ਸ਼ੁਰੂ ਕੀਤੀਆਂ ਨਾ ਆਪਣਾ ਬਲਕ ਦੇ ਵਿੱਚ, ਯਾਨੀ ਇੱਕ ਜਿਹੜੀ ਹੈ ਨਾ ਇੱਕ ਬਲਕ ਦੇ ਵਿੱਚ ਕਾਰਾਂ ਬਣਾਉਣਾ, ਅਸੈਂਬਲੀ ਲਾਈਨ ਬਣਾਉਣਾ, ਇੱਕ ਤੇ ਇਹ ਸੀਗਾ ਕਿ ਜਿਹੜੀ ਕਾਰਾਂ ਜਿਹੜੀਆਂ ਨੇ ਉਹ ਬਲਕ 'ਚ ਬਣਾਈਆਂ ਜਾਣ। ਠੀਕ ਹੈ ਨਾ? ਠੀਕ ਹੈ। ਦੂਜਾ ਜਿਹੜਾ ਫੋਰਡ ਦਾ ਜਿਹੜੀ ਕੰਸਰਨ ਸੀ, ਜਿਹੜੀ ਉਹਨੇ ਲੋਕਾਂ ਨੂੰ ਕਿਹਾ, ਉਹਨੇ ਕਿਹਾ ਜੇ ਮੇਰੇ ਜਿਹੜੇ ਮਜ਼ਦੂਰ ਨੇ ਕਾਰਾਂ ਬਣਾਉਣ ਵਾਲੇ, ਜੇ ਇਹ ਕਾਰ ਖਰੀਦ ਨਹੀਂ ਸਕਦੇ ਤੇ ਇਹਦਾ ਮਤਲਬ ਇਹ ਹੋਇਆ ਕਿ ਕਾਰਾਂ ਵਿਕਣੀਆਂ ਵੀ ਨਹੀਂ ਹੈ। ਵਾਹ। ਅੱਛਾ, ਉਹਨੇ ਕਿਹਾ ਕਿ ਜੇ ਫਰਜ਼ ਕਰੋ ਇੱਕ ਅਮੀਰ ਬੰਦਾ ਕਾਰ ਖਰੀਦ ਲੈਂਦਾ ਹੈ, ਠੀਕ, ਜੇ ਸਿਰਫ ਅਮੀਰ ਬੰਦੇ ਕਾਰ ਖਰੀਦ ਲੈਂਦੇ ਨੇ ਤੇ ਜਿਹੜਾ ਆਮ ਬੰਦਾ ਉਹ ਤੇ ਉਹਨਾਂ ਦੀ ਰੀਸ ਨਹੀਂ ਕਰੇਗਾ ਨਾ। ਉਹਨੇ ਕਹਣਾ ਯਾਰ ਅਮੀਰ ਬੰਦਿਆਂ ਕੋਲ ਤਾਂ ਹਮੇਸ਼ਾ ਚੀਜ਼ਾਂ ਹੁੰਦੀਆਂ ਨੇ। ਠੀਕ ਹੈ। ਤੇ ਜੇ ਮਜ਼ਦੂਰ ਕੋਲ ਉਹਨੇ ਕਾਰ ਦੇਖ ਲਈ ਦੂਜਿਆਂ ਨੇ, ਤੇ ਫਿਰ ਕਾਰ ਖਰੀਦਣਗੇ ਉਹ। ਸਮਝੋ ਗੱਲ ਨੂੰ। ਲਿਹਾਜ਼ਾ ਉਹਨੇ ਡਾਲਰ ਤੋਂ ਆਪਣੇ ਮਜ਼ਦੂਰਾਂ ਦੀ ਤਨਖਾਹ ਪਹਿਲੇ $5 ਕੀਤੀ। ਅੱਛਾ। ਹਾਂਜੀ, ਫਿਰ ਉਹਨੇ $7 ਕੀਤੀ ਔਰ ਉਹਨੇ ਆਪਣੇ ਮਜ਼ਦੂਰਾਂ ਨੂੰ ਇਸ ਕਾਬਿਲ ਬਣਾਇਆ ਕਿ ਉਹ ਕਾਰਾਂ ਖਰੀਦ ਸਕਣ। ਇਸ ਤਰੀਕੇ ਦੇ ਨਾਲ ਅਮਰੀਕਾ ਦੀ ਕਾਰ ਇੰਡਸਟਰੀ ਬਣੀ ਸੀ। ਮੈਂ ਤੁਹਾਨੂੰ ਐਵੇਂ ਸਾਈਡ ਦੇ ਉੱਤੇ ਥੋੜਾ ਜਿਹਾ ਹਿਸਟਰੀ ਦੀ ਬਾਰੇ ਚ ਐਵੇਂ ਕਰਤੀ ਹੈ ਗੱਲ, ਲੇਕਿਨ ਇਹ ਹੈ ਕਿ ਹਾਂਜੀ ਕੋਈ ਹੋਰ ਬੰਦਾ ਗੱਲ ਕਰੇ ਯਾਰ। ਡਾਕਟਰ ਸਾਹਿਬ ਇੱਥੇ ਇਹ ਵੀ ਗੱਲ ਹੈ ਨਾ, ਮੇਰਾ ਖਿਆਲ ਉਹਦੀ ਬੜੀ ਇਨਵੈਂਸ਼ਨ ਸੀ ਫੋਰਡ ਵਗੈਰਾ ਦੀ, ਕਿ ਅਸੈਂਬਲੀ ਲਾਈਨ ਪ੍ਰੋਡਕਸ਼ਨ, ਕਿ ਤੁਸੀਂ ਪੂਰੀ ਕਾਰ ਕੋਈ ਬੰਦਾ ਨਹੀਂ ਬਣਾ ਸਕਦਾ, ਸਿਰਫ ਪਾਰਟ ਦੇ ਵਿੱਚ ਕੋਈ ਪੇਚ ਕਰ ਸਕਦਾ ਤੇ ਕੋਈ ਫਲਾਨੀ ਚੀਜ਼ ਕਰ ਸਕਦਾ, ਕੋਈ ਫਲਾਨੀ ਚੀਜ਼ ਕਰ ਸਕਦਾ। ਇਹਦਾ ਅਸਰ ਇਹ ਹੋਏਗਾ ਕਿ ਤੁਹਾਡੀ ਪੂਰੀ ਕਾਰ ਨੂੰ ਕੋਈ ਮਜ਼ਦੂਰ ਨਹੀਂ ਬਣਾ ਸਕੇਗਾ, ਕੋਈ ਚੋਰੀ ਨਹੀਂ ਕਰ ਸਕੇਗਾ, ਔਰ ਸਿਰਫ ਟੁਕੜੇ ਕਰਦਿਆਂ ਕਾਰ ਬਣਦੀ ਆ। ਅਸੈਂਬਲੀ ਲਾਈਨ ਕਨਸੈਪਟ ਦੇ ਬਾਰੇ ਦੱਸੋ ਕੁਝ ਥੋੜਾ ਜਿਹਾ। ਅਸੈਂਬਲੀ ਲਾਈਨ ਤੇ ਜਿਹੜੀ ਹੈ ਨਾ ਆਪਣਾ ਅਮਰਜੀਤ ਜੀ, ਕਾਰਾਂ ਦੇ ਵਿੱਚ ਫੋਰਡ ਨੇ ਲਿਆਂਦੀ ਸੀ, ਲੇਕਿਨ ਅਸੈਂਬਲੀ ਲਾਈਨ ਜਿਹੜੀ ਹੈ ਉਹ ਤੇ ਬਹੁਤ ਪਹਿਲੇ ਆ ਚੁੱਕੀ ਸੀ ਨਾ। ਉਹ ਤੇ ਇੰਡਸਟਰੀਅਲਾਈਜੇਸ਼ਨ ਦੇ ਵਿੱਚ ਹੀ ਆ ਚੁੱਕੀ ਸੀ ਨਾ। ਮਸਲਨ ਇੰਡਸਟਰੀਅਲਾਈਜੇਸ਼ਨ ਦੇ ਵਿੱਚ ਜਿਹੜੀ ਜੁੱਤੀ ਹੈ ਉਹ ਕੋਈ ਮੋਚੀ ਤੇ ਨਹੀਂ ਸੀ ਬਣਾਉਂਦਾ ਨਾ। ਜਿਹੜੀ ਜੁੱਤੀ ਹੈ ਉਹ ਤੇ ਫੈਕਟਰੀ 'ਚ ਹੀ ਹੁਣ ਬਣ ਲੱਗ ਪਈ ਸੀ ਨਾ, ਕਿ ਉਹਦਾ ਇੱਕ ਹਿੱਸਾ ਇੱਕ ਉਹਨਾਂ ਨੇ ਬਣਾਇਆ, ਦੂਜਾ ਦੂਜੇ ਨੇ ਬਣਾਇਆ, ਤੀਜਾ ਤੀਜੇ ਨੇ ਬਣਾਇਆ, ਚੌਥਾ ਚੌਥੇ ਨੇ ਬਣਾਇਆ। ਠੀਕ ਹੈ ਨਾ? ਤੇ ਉਹ ਇਸੇ ਗੱਲ ਦੇ ਉੱਤੇ ਜਿਹੜੇ ਹਜ਼ਾਰਾਂ ਮਜ਼ਦੂਰ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੇ ਸਨ ਨਾ, ਫੋਰਡ ਨੇ ਅਸੈਂਬਲੀ ਲਾਈਨ ਜਿਹੜੀ ਹੈ ਕਾਰਾਂ ਦੀ ਇੰਡਸਟਰੀ 'ਚ ਲਿਆਂਦੀ ਸੀ। ਲੇਕਿਨ ਜਿਹੜੀ ਅਸੈਂਬਲੀ ਲਾਈਨ ਹੈ ਉਹ ਬੇਸਿਕਲੀ ਜਿਹੜੀ ਇੰਡਸਟਰੀਅਲਾਈਜੇਸ਼ਨ ਹੈ ਉਹਦੇ ਨਾਲ, ਮਤਲਬ ਇੰਡਸਟਰੀਅਲਾਈਜੇਸ਼ਨ ਜਿਹੜੀ ਉਹ ਚੱਲਦੀ ਨਹੀਂ ਹੈ ਸਵਾਏ ਅਸੈਂਬਲੀ ਲਾਈਨ ਤੋਂ। ਠੀਕ ਹੈ ਮਨਜ਼ੂਰ। ਤੇ ਇਹ ਜਿਹੜਾ ਫੋਰਡਿਜ਼ਮ ਹੈ ਉਹਦਾ ਕੰਟਰੀਬਿਊਸ਼ਨ ਹੈ ਸੀ ਕਿ ਉਹਨੇ ਕਿਹਾ ਸੀ ਕਿ ਕ੍ਰਾਈਟੇਰੀਆ ਆਫ ਮੈਸ ਡਿਮਾਂਡ ਉਹ ਹੋਣਾ ਚਾਹੀਦਾ ਹੈ ਕਿ ਜਿਹੜੀ ਅਸੈਂਬਲੀ ਲਾਈਨ ਤੇ ਤੁਸੀਂ ਚੀਜ਼ ਤਿਆਰ ਕਰੋ ਉਹ ਮੈਸਸ ਖਰੀਦ ਸਕਣ। ਬਿਲਕੁਲ ਬਿਲਕੁਲ। ਅਗਰ ਤੁਸੀਂ ਮੈਸ ਪ੍ਰੋਡਕਸ਼ਨ ਕਰਨੀ ਹੈ ਤੇ then the masses should be able to buy that। ਅੱਛਾ, ਇਹ ਅਗਰ
ਬਿਲਕੁਲ ਕਿਉਂਕਿ ਇਲਨ ਮਸਕ ਵੀ ਅੱਜਕੱਲ ਇਹੀ ਕਹਿ ਰਿਹਾ ਹੈ ਕਿ ਅਗਰ ਬਿਲਕੁਲ। ਤੁਸੀਂ ਸਪੇਸ ਐਕਸਪਲੋਰੇਸ਼ਨ ਕਰਨੀ ਹੈ ਤੇ ਉਹਦੇ ਖਰਚੇ ਇੰਨੇ ਘੱਟ ਕਰੋ ਕਿ ਉਹ ਅਫੋਰਡ ਵੀ ਹੋ ਸਕੇ। ਜਾਂ ਖਰਚੇ ਵੀ ਘੱਟ ਕਰੋ, ਲੋਕਾਂ ਦੀ ਆਮਦਨੀ ਵੀ ਵਧਾਓ। ਹਾਂਜੀ ਹਾਂਜੀ ਠੀਕ ਹੈ ਨਾ। ਠੀਕ। ਹੁਣ ਇਹ ਜਿਹੜੀ ਹੈ ਨਾ, ਇਹੋ ਇੰਡਸਟਰੀਲਾਈਜੇਸ਼ਨ ਦਾ ਮੁੱਢਲਾ ਅਸੂਲ ਹੈ, ਔਰ ਇਹਦੇ ਉੱਤੇ ਹੀ ਇੰਡਸਟਰੀਲਾਈਜੇਸ਼ਨ ਦੇ ਜਿਹੜੇ ਨੇ ਉਹ, ਔਰ ਹੁਣ ਤੇ ਤੁਸੀਂ ਦੇਖੋ ਕਿ ਜਿਹੜੀ ਇੰਡਸਟਰੀਲਾਈਜੇਸ਼ਨ ਦੇ ਆਉਣ ਤੋਂ, ਚਲੋ ਹੁਣ ਅੱਜ ਇਸੇ ਪਾਸੇ ਸੀ, ਇੰਡਸਟਰੀਲਾਈਜੇਸ਼ਨ ਦੇ ਆਉਣ ਤੋਂ ਬਾਅਦ ਜਿਹੜੇ ਮੇਜਰ ਕ੍ਰਾਈਸਿਸ ਆਏ ਨੇ ਨਾ ਇੰਡਸਟਰੀਅਲ ਸੁਸਾਇਟੀ ਦੇ ਵਿੱਚ, ਉਹ ਪ੍ਰੋਡਕਸ਼ਨ ਦੀ ਵਜ੍ਹਾ ਤੋਂ ਨਹੀਂ ਆਏ, ਉਹ ਕੰਜ਼ੰਪਸ਼ਨ ਦੀ ਵਜ੍ਹਾ ਤੋਂ ਆਏ ਨੇ। ਠੀਕ। ਉਹਦੀ ਵਜ੍ਹਾ ਇਹ ਹੈ ਕਿ ਤੁਹਾਨੂੰ ਉਹਦਾ ਸਾਈਕਲ ਕੀ ਹੁੰਦਾ ਹੈ, ਮਤਲਬ ਸਾਈਕਲ ਇਹ ਹੁੰਦਾ ਹੈ ਕਿ ਜਿਹੜੀ ਕੈਪੀਟਲਿਸਟ ਸੁਸਾਇਟੀ ਹੈ, ਜਿਵੇਂ ਯੂਰਪ ਦੀ ਹੈ ਜਾਂ ਜਿਵੇਂ ਅਮਰੀਕਾ ਦੀ ਹੈ, ਇਹਦੇ ਵਿੱਚ ਜਿਹੜੇ ਪ੍ਰੋਡਿਊਸਰ ਨੇ ਉਹ ਕੋਆਰਡੀਨੇਟ ਕਰਕੇ ਤੇ ਪ੍ਰੋਡਿਊਸ ਕਰਦੇ ਨਹੀਂ ਹੈ। ਉਹ ਪਹਿਲੇ ਤੇ ਸ਼ੁਰੂ, ਮਤਲਬ ਪਹਿਲੇ 100-200 ਸਾਲ ਤੇ ਬਿਲਕੁਲ ਹੀ ਨਹੀਂ ਸੀ। ਹੁਣ ਉਹਨਾਂ ਨੇ ਜਿਹੜੀ ਵੀ ਕੋਈ ਇੱਕ ਇੰਡਸਟਰੀ ਆ, ਉਹਦੇ ਚ ਜਿਹੜੀਆਂ ਉਹਨਾਂ ਨੇ ਚੀਜ਼ਾਂ ਪ੍ਰੋਡਿਊਸ ਕੀਤੀਆਂ, ਉਹ ਉਹਨਾਂ ਨੇ ਮਾਰਕੀਟ ਦੇ ਵਿੱਚ ਉਨੀ ਡਿਮਾਂਡ ਨਹੀਂ ਹੈਗੀ ਜਿੰਨੀਆਂ ਉਹਨਾਂ ਨੇ ਚੀਜ਼ਾਂ ਪ੍ਰੋਡਿਊਸ ਕਰ ਦਿੱਤੀਆਂ। ਠੀਕ, ਤੁਹਾਨੂੰ ਆ ਗਈ ਸਮਝ ਗੱਲ ਇੰਨੀ? ਜੇ ਉਹ ਸਾਰੀਆਂ ਚੀਜ਼ਾਂ ਵਿਕੀਆਂ ਨਾ, ਜੇ ਉਹਨੇ 10 ਚੀਜ਼ਾਂ ਬਣਾਈਆਂ ਨੇ, 10 ਆਈਟਮ ਬਣਾਏ ਨੇ, 10 ਵਿੱਚੋਂ 2 ਬਚ ਗਏ, ਤੇ ਉਹ 2 ਆਈਟਮ ਹੀ ਉਹਦਾ ਮੁਨਾਫਾ ਸਨ। ਤੇ ਜੇ 3 ਬਚ ਗਏ ਤੇ ਉਹਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ। ਜਦੋਂ ਉਹਨੂੰ ਘਾਟਾ ਪੈਣਾ ਸ਼ੁਰੂ ਹੋਇਆ ਤੇ ਉਹਨੇ ਆਪਣੇ ਮਜ਼ਦੂਰਾਂ ਨੂੰ ਅਨਪਲਾਈ ਕਰਨਾ ਸ਼ੁਰੂ ਕਰ ਦਿੱਤਾ, ਫਾਇਰ ਕਰਨਾ ਸ਼ੁਰੂ ਕਰ ਦਿੱਤਾ, ਪ੍ਰੋਡਕਸ਼ਨ ਘਟਾ ਦਿੱਤੀ। ਜਦੋਂ ਉਹਨੇ ਪ੍ਰੋਡਕਸ਼ਨ ਘਟਾ ਦਿੱਤੀ ਤੇ ਲੋਕਾਂ ਦੀ ਇਨਕਮ ਹੋਰ ਵੀ ਘਟ ਗਈ ਤੇ ਚੀਜ਼ਾਂ ਦੀ ਡਿਮਾਂਡ ਵੀ ਹੋਰ ਘਟ ਗਈ। ਸੋ ਕ੍ਰਾਈਸਿਸ ਜਿਹੜਾ ਹੋਰ ਵੱਧ ਗਿਆ। ਇੰਜ ਸੀ, ਇਸ ਵਜ੍ਹਾ ਤੋਂ ਸਾਰੀ ਦੁਨੀਆ ਦੇ ਵਿੱਚ ਜਿਹੜਾ ਇਕਨੋਮਿਕ ਡਿਪਰੈਸ਼ਨ ਵੱਡਾ ਆਇਆ ਸੀ 30s ਦਾ, ਔਰ ਉਸ ਤੋਂ ਪਹਿਲੇ ਵਾਲੇ ਡਿਪਰੈਸ਼ਨ ਜਿਹੜੇ ਨੇ, ਉਹਨਾਂ ਦੀ ਵਜ੍ਹਾ ਇਹੋ ਹੀ ਸੀ ਕਿ ਡਿਮਾਂਡ ਜਿਹੜੀ ਆ ਉਹ ਮੁੱਕ ਗਈ ਸੀ। ਫਿਰ ਤੁਸੀਂ ਇਹ ਵੇਖੋ ਕਿ ਆਪਣਾ ਯੂਰਪ ਦੇ ਵਿੱਚ ਔਰ ਅਮਰੀਕਾ ਦੇ ਵਿੱਚ ਵੈਲਫੇਅਰ ਪ੍ਰੋਗਰਾਮ ਸ਼ੁਰੂ ਕਰਕੇ ਉਹਨਾਂ ਨੇ ਡਿਮਾਂਡ ਬਣਾਈ ਗੁੱਡਸ ਦੀ, ਤਾਂ ਕਿ ਲੋਕੀ ਚੀਜ਼ਾਂ ਪੈਦਾ ਕਰ ਸਕਣ। ਹੁਣ ਵੀ ਇਹੋ ਹੀ ਜਿਹੜੀ ਤੁਹਾਡੇ ਸਾਰਿਆਂ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਕਲਾਸ 'ਚ ਬਹਿਸ ਹੋ ਰਹੀ ਸੀ ਨਾ, ਉਹ ਇਹੋ ਹੀ ਬਹਿਸ ਹੋ ਰਹੀ ਸੀ ਮੁਸਤਕਿਲ ਕਿ ਬਈ ਤੁਸੀਂ ਪ੍ਰੋਡਿਊਸ ਤਾਂ ਕਰ ਲੋਗੇ, ਲੇਕਿਨ ਜਿੰਨਾ ਚਿਰ ਤੱਕ ਤੁਸੀਂ ਆਪਣਾ ਲੋਕਾਂ ਨੂੰ ਖਰੀਦਣ ਦੇ ਕਾਬਿਲ ਨਹੀਂ ਬਣਾਉਂਦੇ ਤੇ ਤੁਹਾਡੀ ਖਰੀਦੇਗਾ ਕੌਣ? ਤੇ ਜਿਸ ਲਈ ਯੂਨੀਵਰਸਲ ਇਨਕਮ ਜਾਂ ਡਿਸਟ੍ਰੀਬਿਊਸ਼ਨ ਦੇ ਨਿਜ਼ਾਮ ਦੀ ਬਦਲਣ ਦੀ ਲੋੜ ਹੈ। ਡਾਕਟਰ ਸਾਹਿਬ, ਇਸ ਲਈ ਤਾਂ ਅੰਗਰੇਜ਼ਾਂ ਨੇ ਚਾਹ ਦੇ ਬਾਗਾਂ ਦੇ ਲਈ ਯੂਜ਼ ਕਰਨ ਨੂੰ, ਫਿਰ ਲੋਕਾਂ ਨੂੰ ਚਾਹ ਤੇ ਲਾਇਆ ਨਾ, ਆਪਣੇ ਇੰਡੀਆ ਦੇ ਲੋਕਾਂ ਨੂੰ ਚਾਹਾਂ ਤੇ ਫਿਰ ਕਿ ਆਪਣੀ ਚੀਜ਼ ਵੇਚਣ ਲਈ ਡਿਮਾਂਡ ਕ੍ਰੀਏਟ ਕਰੋ। ਆਹੋ, ਚੀਨੀਆਂ ਨੂੰ ਅਫੀਮ ਤੇ ਲਾਤਾ, ਚੀਨੀਆਂ ਨੂੰ ਅਫੀਮ ਤੇ ਲਾਤਾ। ਬਿਲਕੁਲ ਬਿਲਕੁਲ ਬਿਲਕੁਲ। ਡਾਕਟਰ ਸਾਹਿਬ, ਜਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਹੀ ਹੈ, ਮੈਂ ਇੰਡੀਆ ਦੀ ਗੱਲ ਕਰਾਂਗਾ। ਕੱਲ ਮੈਂ ਬੈਂਕ 'ਚ ਗਿਆ, ਬੈਂਕ ਵਾਲਾ ਜਿਹੜਾ ਬੰਦਾ ਬੈਠੇ ਸੀ ਉਹਦੇ ਨਾਲ ਗੱਲ ਚੱਲ ਪਈ। ਉਹ ਬੰਦਾ ਕਹਿੰਦਾ ਵੀ ਆਉਣ ਵਾਲੇ ਟਾਈਮ 'ਚ ਮਸ਼ੀਨਾਂ ਆਉਣਗੀਆਂ। ਇੱਕ ਮਸ਼ੀਨ ਰੱਖੀ ਹੋਈ ਸੀ ਉੱਥੇ, ਉਹ ਕਹਿੰਦਾ ਵੀ ਇਹ ਮਸ਼ੀਨ ਹੈ, ਇਹ ਮਸ਼ੀਨ ਹੀ ਕੰਮ ਕਰੂਗੀ, ਅੱਗੇ ਬੰਦਿਆਂ ਦੀ ਲੋੜ ਨਹੀਂ। ਵੀ ਇੰਡੀਆ ਵਰਗੀ ਕੰਟਰੀ 'ਚ ਵੀ ਇੰਨੀ ਅੱਗੇ ਵਧ ਰਹੀ ਹੈ। ਇੱਕ ਡਾਕਟਰ ਸਾਹਿਬ, ਜਿਵੇਂ ਕਰੰਸੀ ਹੈ, ਵੀ ਕਰੰਸੀ ਅੱਜ ਜਿਹੜੀ ਕਰੰਸੀ ਚੱਲਦੀ ਉਹ ਅਲੱਗ-ਅਲੱਗ ਹੈ, ਲੇਕਿਨ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲੀ ਕਰੰਸੀ ਵੀ ਆ ਰਹੀ ਹੈ, ਵੀ ਉਹ ਵੀ ਦੁਨੀਆ ਨੂੰ ਬਦਲੂਗੀ। ਵੀ ਨਹੀਂ, ਉਹਦਾ ਲਾਜ਼ਮੀ ਨਤੀਜਾ ਹੈਗਾ ਨਾ, ਉਹ ਤੇ ਰਿਜ਼ਲਟ ਹੈਗਾ ਨਾ। ਜਦੋਂ ਬਾਕੀ ਚੀਜ਼ਾਂ ਹੋ ਰਹੀਆਂ ਨੇ ਤੇ ਉਹ ਕਰੰਸੀ ਦੇ ਵਿੱਚ ਵੀ ਦੇਖੋ ਨਾ, ਕਰੰਸੀ ਦੇ ਵਿੱਚ ਵੀ ਤੁਸੀਂ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਉਹਦੇ ਵਿੱਚ ਐਵੋਲੂਸ਼ਨ ਕਿਵੇਂ ਹੋਇਆ। ਪਹਿਲੇ ਬਿਲਕੁਲ ਜਦੋਂ ਸ਼ੁਰੂ ਦੇ ਵਿੱਚ ਸੀ ਤੇ ਕਰੰਸੀ ਜਿਹੜੀ ਸੀ ਉਹ ਖੁਦ ਕਮੋਡਿਟੀ ਸਨ, ਚੀਜ਼ਾਂ ਸਨ।
ਕਣਕ ਦੇ ਬਦਲੇ ਜੁੱਤੀ ਲੈ ਲਓ, ਜੁੱਤੀ ਦੇ ਬਦਲੇ ਆਲੂ ਖਰੀਦ ਲਓ, ਠੀਕ ਹੈ ਨਾ। ਸੋ ਜਿਹਨੂੰ ਅਸੀਂ ਬਾਰਟਰ ਸਿਸਟਮ ਕਹਿੰਦੇ ਸਾਂ। ਬਾਰਟਰ ਸਿਸਟਮ ਦੀ ਜਗ੍ਹਾ ਤੇ ਫਿਰ ਆਈ ਕਿਸੇ ਇੱਕ ਕਮੋਡਿਟੀ ਨੂੰ ਉਹਨਾਂ ਨੇ ਕਰੰਸੀ ਬਣਾ ਲਿਆ। ਬਹੁਤ ਸ਼ੁਰੂ ਜਦੋਂ ਯੂਨਾਨੀਆਂ ਦਾ ਪੀਰੀਅਡ ਸੀ ਨਾ ਪੁਰਾਣਾ, ਤੇ ਉਹਦੇ ਵਿੱਚ ਜਿਹੜੇ ਜੌ ਸਨ ਨਾ, ਬਾਰਲੇ ਜਿਹੜੀ ਸੀ ਉਹ ਕਰੰਸੀ ਸੀਗੀ। ਬਾਰਲੇ ਦੀਆਂ ਪੰਡਾਂ ਜਿਹੜੀਆਂ ਨੇ ਉਹ ਕਰੰਸੀ ਦੇ ਤੌਰ ਤੇ ਮੰਨੀਆਂ ਜਾਂਦੀਆਂ ਸਨ। ਫਿਰ ਉਹਦੀ ਥਾਂ ਦੇ ਉੱਤੇ ਸਮਝ ਲਓ ਕਿ ਇਹ ਜਿਹੜੇ ਆਪਣਾ ਮੈਟਲ ਕਾਇਨਸ ਨੇ ਇਹ ਆ ਗਏ। ਮੈਟਲ ਕਾਇਨਸ ਦੀ ਜਗ੍ਹਾ ਤੇ ਪੇਪਰ ਮਨੀ ਆ ਗਈ। ਪੇਪਰ ਮਨੀ ਜਗ੍ਹਾ ਤੇ ਕ੍ਰੈਡਿਟ ਕਾਰਡ ਆ ਗਏ। ਕ੍ਰੈਡਿਟ ਕਾਰਡ ਦੀ ਜਗ੍ਹਾ ਤੇ ਹੁਣ ਜਿਹੜਾ ਚੀਨ ਹੈ ਉਹਦੇ ਵਿੱਚ ਕ੍ਰੈਡਿਟ ਕਾਰਡ ਵੀ ਨਹੀਂ ਹੈਗਾ, ਉਹਦੇ ਵਿੱਚ ਉਤੋਂ ਵੀ ਜ਼ਿਆਦਾ ਐਡਵਾਂਸ ਸਿਸਟਮ ਹੈ ਕਿ ਸਿਰਫ ਕੋਡ ਜਨਰੇਟ ਹੁੰਦੇ ਨੇ ਤੁਹਾਡੇ ਸੈੱਲ ਫੋਨ ਦੇ ਉੱਤੇ, ਜਿਨ੍ਹਾਂ ਦੇ ਨਾਲ ਖਰੀਦੋ ਫਰੋਖਤ ਹੁੰਦੀ ਹੈ। ਇਹ ਡਾਕਟਰ ਸਾਹਿਬ ਜਿਵੇਂ ਇੱਕ ਕ੍ਰਿਪਟੋ ਕਰੰਸੀ ਹੈ, ਕ੍ਰਿਪਟੋ ਕਰੰਸੀ ਜਿਹਨੂੰ ਕਹਿੰਦੇ ਨੇ ਬਿਟਕੋਇਨ ਵਗੈਰਾ। ਯਾਰ ਮੈਂ ਉਹਦੇ ਜਾਣਾ ਨਹੀਂ ਚਾਹੁੰਦਾ। ਮੈਂ ਜਾਣਬੁੱਝ ਕੇ ਉਹਨੂੰ ਅਵਾਇਡ ਕਰ ਰਿਹਾ ਕਿਉਂਕਿ ਉਹ ਇੱਕ ਅਲੱਗਾ ਬਹਿਸ ਹੈਗੀ ਹੈ ਕਿ ਉਹ ਕੀ ਹੁੰਦੀ ਹੈ, ਕਿਉਂਕਿ ਉਹਦੇ ਚ ਫਿਰ ਬਾਕੀ ਲੋਕ ਸ਼ਾਮਿਲ ਨਹੀਂ ਨਾ ਹੋ ਸਕਦੇ। ਅਸੀਂ ਉਹ ਗੱਲ ਕਰੀਏ ਨਾ ਜਿਹਦੇ ਚ ਸਾਰੇ ਲੋਕਾਂ ਨੂੰ ਦਿਲਚਸਪੀ ਹੋਵੇ ਤੇ ਲੋਕ ਸ਼ਾਮਿਲ ਹੋ ਸਕਣ। ਮੈਂ ਇਹ ਚਾਹੁੰਦਾ ਹੈ ਉਹ ਤੁਹਾਡੇ ਨਾਲ ਅਲੱਗਾ ਮੈਂ ਗੱਲ ਕਰ ਸਕਦਾ ਬਿਟਕੋਇਨ ਦੇ ਉੱਤੇ। ਨਹੀਂ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਲੇਕਿਨ ਜਿਹੜਾ ਇੰਡੀਆ ਦੀ ਜਿੱਥੇ ਮੈਂ ਰਹਿਣਾ ਇਸ ਏਰੀਏ 'ਚ ਜੀ, ਇਹ ਨਿਊਜ਼ ਵੀ ਆ ਰਹੀ ਹੈ ਵੀ ਇੰਡੀਆ ਦੇ ਲੋਕ ਸਭ ਤੋਂ ਜ਼ਿਆਦਾ ਖਰੀਦ ਰਹੇ ਨੇ ਇਹ ਕਰੰਸੀ, ਸਭ ਤੋਂ ਜ਼ਿਆਦਾ। ਪੰਜਾਬ ਵਿੱਚ ਵੀ ਬਹੁਤ ਜ਼ਿਆਦਾ ਸਾਰੇ ਲੋਕ ਦੌੜੇ ਫਿਰਦੇ ਨੇ ਵੀ ਇਹ ਵੀ ਕਿਤੇ ਨਾ ਕਿਤੇ ਇਹ ਵੀ ਕੋਈ ਨਾ ਕੋਈ ਇੰਪੈਕਟ ਹੋ ਸਕਦਾ ਆਉਣ ਵਾਲੇ ਟਾਈਮ 'ਚ ਪਾਵੇ। ਇਹਦਾ ਜਿਹੜੇ ਇੰਡੀਆ ਦੇ ਜੇ ਇਸ ਤਰ੍ਹਾਂ ਹੋ ਰਿਹਾ ਨਾ ਤੇ ਫਿਰ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਬਹੁਤ ਛੇਤੀ ਸਾਲ ਦੋਆਂ 'ਚ ਬਿਟਕੋਇਨ ਦੀ ਜਿਹੜੀਆਂ ਕੀਮਤਾਂ ਨੇ ਉਹ ਕੋਲੈਪਸ ਕਰ ਜਾਣਗੀਆਂ। ਘਟ ਜਾਣਗੀਆਂ, ਕੋਲੈਪਸ ਕਰ ਜਾਣਗੀਆਂ, ਘਟਣੀਆਂ ਨਹੀਂ, ਕੋਲੈਪਸ ਕਰ ਜਾਣਗੀਆਂ। ਅੱਛਾ। ਉਹਦੀ ਮੈਂ ਫਿਰ ਕਦੀ ਥਿਊਰੀ ਦੱਸਾਂਗਾ, ਉਹਦੀ ਥਿਊਰੀ ਕੀ ਹੈ। ਡਾਕਟਰ ਸਾਹਿਬ ਆਪਾਂ ਉਸੇ ਟੌਪਿਕ ਤੇ ਫਿਰ ਆਈਏ ਕਿ ਹਾਂਜੀ ਬਿਲਕੁਲ ਐਗਰੀਕਲਚਰ ਸੁਸਾਇਟੀ ਤੋਂ ਹੁਣ ਆਪਾਂ ਇੰਡਸਟਰੀਅਲ ਸੁਸਾਇਟੀ ਹੋਈ ਬਣਦੀ ਚਲੀ ਜਾ ਰਹੀ ਆ ਜੀ। ਉਹਦੇ ਵਿੱਚ ਆਟੋਮੇਸ਼ਨ ਆ ਗਈ, ਟਰੈਕਟਰ ਆ ਗਿਆ, ਮਸ਼ੀਨਾਂ ਆ ਗਈਆਂ, ਉਹਦੇ ਨਾਲ ਪ੍ਰੋਡਕਸ਼ਨ ਬੜੀ ਵੱਧਦੀ ਜਾ ਰਹੀ ਆ। ਉਹਦੇ 'ਚ ਸਿਰਫ ਅਸੀਂ ਟੈਕਨੋਲੋਜੀ ਕਹਿੰਦੇ ਕਿ ਅਸੀਂ ਕਹਿੰਦੇ ਕਿ ਸਾਇੰਸ ਆਈ ਹੈ ਜਿਹਦੇ 'ਚ ਕਿ ਬਹੁਤ ਵੱਡਾ ਸਿਰਫ ਨੌ ਕੇ ਮਸ਼ੀਨਾਂ ਕਰਕੇ ਉਹਦੇ ਪਿੱਛੇ ਦੇਖੋ ਗੱਲ ਇਹ ਹੈਗੀ ਹੈ ਕਿ ਸਾਇੰਸ ਜਿਹੜੀ ਹੈ ਉਹਦੀ ਬੁਨਿਆਦ ਤੇ ਟੈਕਨੋਲੋਜੀ ਬਣਦੀ ਹੈ ਨਾ। ਤੁਸੀਂ ਦੋਵਾਂ ਨੂੰ ਵੱਖਰਾ ਨਾ ਕਰੋ। ਸਾਇੰਸ ਦੀ ਬੁਨਿਆਦ ਤੇ ਟੈਕਨੋਲੋਜੀ ਬਣਦੀ ਹੈ ਤੇ ਫਿਰ ਟੈਕਨੋਲੋਜੀ ਅੱਗੇ ਜਾ ਕੇ ਜਿਹੜੀ ਹੈ ਉਹ ਪੈਦਾਵਾਰੀ ਤਰੀਕਿਆਂ ਨੂੰ ਬਦਲਦੀ ਹੈ। ਮੈਂ ਸਮਝਦਾ ਸੀ ਕਿ ਜਿਹੜੀ ਪ੍ਰੋਡਕਟ ਕੋਈ ਬਣ ਗਈ ਸਾਇੰਸ ਦੇ ਥਰੂ, ਚੀਜ਼ ਜਿਹੜੀ ਬਣ ਗਈ ਉਹਨੂੰ ਤੁਸੀਂ ਟੈਕਨੋਲੋਜੀ ਕਹ ਲਓ, ਭਾਵੇਂ ਕੈਥੇਟਰ ਬਣ ਗਿਆ, ਮਸ਼ੀਨਾਂ। ਨਹੀਂ ਉਹ ਸੋਚ ਜਿਹੜੀ ਆ ਤੁਹਾਡੀ ਹਾਲ ਵੀ ਤੇ ਟੈਕਨੋਲੋਜੀ ਹੈ ਨਾ। ਹਾਂ, ਹਾਲ ਵੀ ਟੈਕਨੋਲੋਜੀ ਹੈ। ਹਾਲ ਦਾ ਫਲ ਵੀ ਤੇ ਟੈਕਨੋਲੋਜੀ ਨਾਲ ਹੀ ਬਣਿਆ ਸੀ ਨਾ। ਹੁਣ ਸਿਰਫ ਇਹ ਹੈ ਕਿ ਕੰਬਸਸ਼ਨ ਇੰਜਨ ਦੇ ਨਾਲ ਫਾੜੇ ਲੱਗ ਕੇ ਤੇ ਹੁਣ ਟਰੈਕਟਰ ਵਗਦਾ ਹੈ। ਹਾਂਜੀ। ਸੋ ਮਤਲਬ ਟੈਕਨੋਲੋਜੀ ਜਿਹੜੀ ਹੈ ਉਹ ਜਿਹੜੀ ਸਾਇੰਸ ਹੈ, ਜਿਹੜੀ ਹੁਣ ਤਾਂ ਸਾਰੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਸਾਇੰਸ ਹੈ, ਜਿਹੜੀ ਟੈਕਨੋਲੋਜੀ ਹੈ, ਉਹਦੀ ਬੇਸ ਤੇ ਜਿਹੜੀ ਉਹ ਸਾਇੰਸ ਹੈ ਨਾ। ਹਾਂ, ਬੇਸਿਕ ਸਾਇੰਸ ਚੀਜ਼ ਹੈ। ਪਿੱਛੇ ਤੋਂ ਉਹਦੇ ਕੈਲਕੂਲਸ ਦੀਆਂ ਜਿਹੜੀਆਂ ਨੇ ਉਹ ਆਪਣਾ ਕੀ ਕਹਿੰਦੇ ਨੇ ਲਿਖੇ ਅਸੂਲ ਨੇ ਨਾ। ਲੇਕਿਨ ਇਹ ਹੈ ਕਿ ਮੈਂ ਚਾਹੁੰਦਾ ਕਿ ਅੱਜ ਅਸੀਂ ਚਲੋ ਖੈਰ ਇੱਥੋਂ ਤੱਕ, ਕਿਉਂਕਿ ਹੋਰ ਬੋਲ ਹੀ ਕੋਈ ਨਹੀਂ ਰਿਹਾ, ਤੇ ਇੱਥੋਂ ਤੱਕ ਅਸੀਂ ਅੱਜ ਗੱਲ ਕਰਨੇ ਆ। ਅਗਰ ਇੱਕ ਸਵਾਲ ਸੀ ਮੇਰਾ ਕਿ ਕਨੈਕਟਡ ਹੈ। ਪਹਿਲੀ ਤਾਂ ਚੀਜ਼ ਹੈ ਕਿ ਜਿਹੜਾ ਫੰਡਾਮੈਂਟਲ ਪ੍ਰਿੰਸੀਪਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਉਹ ਹੈ ਕਿ
ਇੱਕ ਤੇ ਮੋਟੀਵੇਸ਼ਨ ਹੁੰਦੀ ਹੈ ਨਾ ਕਿ ਆਟੋਮੇਸ਼ਨ ਦੀ, ਕਿ ਤੁਸੀਂ ਚੀਜ਼ਾਂ ਨੂੰ ਸਸਤੀ ਕਰੋ, ਤੇ ਕੈਪੀਟਲਿਜ਼ਮ ਦਾ ਤੁਸੀਂ ਦੱਸਿਆ ਕੰਟਰਡਿਕਸ਼ਨ ਹੈ ਕਿ ਜਦੋਂ ਲੋਕੀ ਅਫੋਰਡ ਨਹੀਂ ਕਰ ਸਕਦੇ ਤੇ ਫਿਰ ਕੈਪੀਟਲਿਜ਼ਮ ਕੰਟਰੈਕਟ ਹੋਣਾ ਸ਼ੁਰੂ ਹੋ ਜਾਂਦੀ ਹੈ ਤੇ ਕ੍ਰਾਈਸਿਸ ਵੱਧਦਾ ਜਾਂਦਾ ਹੈ। ਜੀ ਤੇ ਜੀ ਇੱਕ ਤੇ ਮੈਂ ਇਹ ਗੱਲ ਹੈ। ਦੂਜੀ ਗੱਲ ਜਿਹੜੀ ਤੁਸੀਂ ਜਿਸ ਤੇ ਐਲੈਬੋਰੇਟ ਨਹੀਂ ਕੀਤਾ ਉਹ ਹੈ ਕਿ ਐਗਰੀਕਲਚਰ ਲਈ ਜ਼ਮੀਨ ਦੀ ਵੀ ਹੁਣ ਲੋੜ ਨਹੀਂ ਰਹੀ ਹੈ, ਕਿਉਂਕਿ ਬਹੁਤ ਸਾਰਾ ਐਗਰੀਕਲਚਰ ਜਿਹੜਾ ਹੈ ਨਾ ਉਹ to a large extent doesn't require as much land, ਕਿਉਂਕਿ ਜਿਹੜੀ ਕਣਕ ਸ਼ਨਕ ਹੈ ਉਹਦਾ ਤੇ ਮੈਨੂੰ ਨਹੀਂ ਪਤਾ, ਪਰ ਜਿਹੜੀ ਸਬਜ਼ੀਆਂ ਨਾ ਸਾਰੀ ਉਹ ਤੇ ਉਹਨਾਂ ਦਾ ਹਾਈਡਰੋਫੋਨਿਕ ਹੋ ਗਿਆ ਸਿਸਟਮ, ਤੇ ਉਹ ਕਹਿੰਦੇ ਨੇ ਅਰਬਨ ਏਰੀਆਜ਼ ਵਿੱਚ ਅਸੀਂ ਕੰਟੇਨਰ ਵਿੱਚ ਉਗਾ ਕੇ ਸ਼ਹਿਰ ਨੂੰ ਪੂਰਾ ਖਿਲਾ ਸਕਦੇ ਨੇ। ਮਤਲਬ ਇਸ ਬਾਰੇ ਚ ਮੈਂ ਇਹ ਕਹਾਂਗਾ ਕਿ ਇਸ ਬਾਰੇ ਚ ਮੈਂ ਸਿਰਫ ਇੰਨੀ ਗੱਲ ਕਹਾਂਗਾ ਕਿ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਹ ਲਾਰਜਲੀ ਸਹੀ ਹੈ, ਔਰ ਇਹ ਹੈ ਕਿ ਜਿੰਨੀ ਐਗਜ਼ਿਸਟਿੰਗ ਲੈਂਡ ਹੈਗੀ ਹੈ ਜਾਂ ਉਸ ਲੈਂਡ ਚੋਂ ਵੀ ਜਿਹੜੀ ਘੱਟ ਲੈਂਡ ਹੈ ਉਹਦੇ ਉੱਤੇ ਮਾਡਰਨ ਸਾਇੰਟੀਫਿਕ ਤਰੀਕਿਆਂ ਦੇ ਨਾਲ ਇੰਨੀ ਪੈਦਾਵਾਰ ਕੀਤੀ ਜਾ ਸਕਦੀ ਹੈ ਜਿੰਨੀ ਕਿ ਪਹਿਲੇ ਇਸ ਤੋਂ 4 ਗੁਣਾ 100 ਗੁਣਾ 1000 ਗੁਣਾ ਜ਼ਮੀਨ ਤੇ ਕੀਤੀ ਜਾ ਸਕਦੀ ਸੀ। ਠੀਕ ਹੈ, ਲੇਕਿਨ ਜਿਹੜੀ ਸਾਹਮਣੇ ਆਈ ਹੈ, ਜਿਹੜਾ ਫੈਕਟ ਹੈ ਜਿਹਨੂੰ ਲੈ ਕੇ ਅਸੀਂ ਅੱਗੇ ਚੱਲਣਾ ਹੈ, ਉਹ ਇਹ ਹੈ ਕਿ ਵੀ ਅਮਰੀਕਾ ਦੇ ਵਿੱਚ ਅਗਰ ਐਗਜ਼ਿਸਟਿੰਗ ਲੈਂਡ ਦੇ ਉੱਤੇ ਹੀ 2.5% ਲੋਕ ਜਿਹੜੇ ਨੇ ਪਾਪੂਲੇਸ਼ਨ ਦਾ ਉਹ ਇੰਨੀ ਪੈਦਾ ਕਰਦੇ ਨੇ ਕਿ ਉਹ ਸਰਪਲਸ ਹੋ ਜਾਂਦੀ ਹੈ ਅਮਰੀਕੀਆਂ ਲਈ। ਠੀਕ, ਲੇਕਿਨ ਉਹ ਟੋਟਲ ਜਿਹੜਾ GDP ਹੈ ਅਮਰੀਕਾ ਦਾ ਉਹਦੇ ਚੋਂ ਸਿਰਫ 0.6% ਨੇ। ਠੀਕ, 1% ਤੋਂ ਵੀ ਘੱਟ ਨੇ। ਹਾਂਜੀ, ਇਹਦਾ ਮਤਲਬ ਇਹ ਹੈ ਕਿ ਜਿਹੜਾ ਐਗਰੀਕਲਚਰ ਹੈ ਉਹਦੇ ਵਿੱਚ ਇਹ ਨਹੀਂ, ਮਤਲਬ ਉਹਨੂੰ ਤੁਸੀਂ ਬਹੁਤ ਹੀ ਮੋਟੀ ਜੀ ਗੱਲ ਕਰਨੀ ਹੋਵੇ ਨਾ ਤੇ ਉਹ ਤੁਸੀਂ ਇਹ ਕਹਿ ਸਕਦੇ ਹੋ ਕਿ ਦੁਨੀਆ ਨੂੰ ਹੁਣ ਇਹ ਨਹੀਂ ਫਿਕਰ ਕਰਨਾ ਚਾਹੀਦਾ ਕਿ ਇੱਥੇ ਖੁਰਾਕ ਨਹੀਂ ਹੋਏਗੀ। ਸਹੀ ਗੱਲ ਹੈ, ਇਹ ਬੜੀ ਕੀ ਗੱਲ ਤੁਸੀਂ ਕੀਤੀ ਹੈ, ਕਿਉਂਕਿ ਜਿਹਨੂੰ ਕਹਿੰਦੇ ਅਨਈਵਨ ਡਿਸਟ੍ਰੀਬਿਊਸ਼ਨ ਖੁਰਾਕ ਦੀ ਤੇ ਕਿਸੇ ਵੀ ਏਜ ਵਿੱਚ ਹੋ ਸਕਦੀ ਹੈ, ਪਰ ਲੇਕਿਨ ਖੁਰਾਕ ਹੋਏਗੀ ਜ਼ਰੂਰ, ਖੁਰਾਕ ਹੋਏਗੀ ਜ਼ਰੂਰ। ਉਹ ਡਿਸਟ੍ਰੀਬਿਊਸ਼ਨ ਦਾ ਮਕਸਦ ਹੋ ਸਕਦਾ ਹੈ ਪਰ ਕੁਆਂਟੀਟੀ ਦਾ ਨਹੀਂ। ਹਾਂ, ਉਹ ਤੇ ਦੂਜੀ ਗੱਲ ਹੈ, ਮਤਲਬ ਡਿਸਟ੍ਰੀਬਿਊਸ਼ਨ ਦਾ ਕਿਤੇ ਵੀ ਮਸਲਾ ਹੋ ਸਕਦਾ। ਇੱਕ ਤਾਂ ਹੈ ਨਾ ਕਿ ਚੀਜ਼ ਹੋਏ ਹੀ ਨਾ ਤੇ ਡਿਸਟ੍ਰੀਬਿਊਟ ਕੀ ਕਰੋਗੇ, ਇੱਕ ਇਹ ਹੈ ਕਿ ਚੀਜ਼ ਹੈਗੀ ਤੇ ਉਹਦੀ ਡਿਸਟ੍ਰੀਬਿਊਸ਼ਨ ਦਾ ਮਸਲਾ। ਲਿਹਾਜ਼ਾ ਇਹ ਹੁਣ ਮੈਂ ਸਮਝਣਾ ਹੈ ਕਿ ਜਿੱਥੋਂ ਤੱਕ ਤੇ ਐਗਰੀਕਲਚਰਲ ਗੁਡਸ ਦਾ ਤਾਲੁਕ ਹੈ ਨਾ, ਉਹ ਤੇ ਪੂਰੀ ਦੁਨੀਆ ਦੇ ਵਿੱਚ ਜਿਹੜੀ ਹੈ ਉਹ ਇੰਨਾ ਛੋਟਾ, ਯਾਨੀ ਤੁਸੀਂ ਦੂਰ ਕੋ ਜਾਂਦਾ, ਮੈਂ ਤੁਹਾਨੂੰ ਫਿਰ ਪਿੰਡ ਚ ਲੈ ਜਾਣਾ। ਪਿੰਡ ਵਿੱਚ ਜਿਹੜਾ ਕੰਮ 2-2.5 ਬੰਦਾ ਕਰਦਾ ਸੀਗਾ ਸਾਰਾ ਸਾਲ ਲਾ ਕੇ, ਉਹ ਹੁਣ 4-5 ਬੰਦੇ ਕਰਦੇ ਨੇ। ਠੀਕ, ਤੇ ਹੁਣ ਤੁਸੀਂ ਇਹ ਸਮਝੋ ਕਿ ਜਿਹੜੇ ਬਾਕੀ ਬੰਦੇ ਬਚ ਗਏ ਨੇ, ਉਹ ਇੱਕ ਤੇ ਗੱਲ ਹੈ ਕਿ ਉਹ ਕਰਨ ਕੀ, ਹਾਂਜੀ, ਤੇ ਦੂਜੀ ਗੱਲ ਇਹ ਹੈ ਕਿ ਜੇ ਉਹ ਕੁਝ ਨਹੀਂ ਕਰਦੇ ਔਰ 4 ਬੰਦੇ ਇੰਨਾ ਕਮਾ ਵੀ ਲੈਂਦੇ ਨੇ ਕਿ ਬਾਕੀਆਂ ਨੂੰ ਖਵਾ ਸਕਣ, ਤੇ ਉਹ ਡਿਸਟ੍ਰੀਬਿਊਟ ਕਿਵੇਂ ਕਰਨ? ਹਾਂਜੀ, ਇਹ ਦੋਵੇਂ ਇਸ਼ੂ ਆ ਗਏ ਨਾ ਇਹਦੇ ਨਾਲ। ਠੀਕ, ਸੋ ਇਹ ਮੈਂ ਮਤਲਬ ਮੇਰਾ ਇਹ ਅਰਜ਼ ਇਹ ਕਰ ਰਿਹਾ ਤੁਹਾਡੇ ਸਾਰਿਆਂ ਨਾਲ ਕਿ ਇਹਨੂੰ ਸਮਝਣਾ ਜ਼ਰੂਰੀ ਹੈ। ਅਸੀਂ ਅਗਲੀ ਵਾਰੀ ਵੀ ਇਹਦੇ ਤੇ ਗੱਲ ਅਸੀਂ ਕਰਾਂਗੇ, ਲੇਕਿਨ ਐਗਰੀਕਲਚਰ ਦੇ ਆਪਣਾ ਐਗਰੀਕਲਚਰ ਦੇ ਵਿੱਚ ਸਾਡੇ ਹੁਣ ਪਾਪੂਲੇਸ਼ਨ ਦੀ ਨਿਜਾਤ ਕੋਈ ਨਹੀਂ ਹੈ। ਐਗਰੀਕਲਚਰ ਦੀ ਸਟੇਜ ਲੰਘ ਗਈ। ਦੇਖੋ ਮੈਂ ਤੁਹਾਨੂੰ ਇਹ ਦੱਸਣਾ ਕਿ ਜਦੋਂ ਜਿਹੜੀ ਐਗਰੀਕਲਚਰ ਦੀ ਸਟੇਜ ਸੀ ਇੰਡਸਟਰੀਅਲ ਰੈਵੋਲੂਸ਼ਨ ਤੋਂ ਪਹਿਲੇ, ਉਹ 18ਵੀਂ ਸਦੀ ਦੇ ਵਿੱਚ ਕਲਾਈਮੈਕਸ ਕਰ ਗਈ ਸੀ, ਪੀਕ ਕਰ ਗਈ ਸੀ। 18ਵੀਂ ਸਦੀ ਦੇ ਵਿੱਚ ਜਿਹੜੇ ਦੁਨੀਆ ਦੇ ਸਭ ਤੋਂ ਅਮੀਰ 3 ਮੁਲਕ ਸਨ, ਉਹਨਾਂ ਵਿੱਚ ਨੰਬਰ 1 ਚੀਨ ਸੀ,
ਤੇ ਨੰਬਰ 2 ਹਿੰਦੁਸਤਾਨ ਸੀ। ਫਿਰ ਕਦੀ ਇੱਕ ਅੱਧੀ ਵਾਰ ਵਿੱਚੋਂ ਕਿਸੇ ਇੱਕ ਵਾਰੀ ਹਿੰਦੁਸਤਾਨ ਵੀ ਅਮੀਰ ਹੋ ਜਾਂਦਾ ਸੀ ਸਭ ਤੋਂ, ਤੇ ਚੀਨ ਨੰਬਰ 2 ਹੋ ਜਾਂਦਾ ਸੀਗਾ। ਸੋ ਨੰਬਰ 2 ਤੇ ਨੰਬਰ 1 ਉਹ ਹੀ ਸਨ। ਕਿਉਂ? ਕਿਉਂਕਿ ਸਭ ਤੋਂ ਜ਼ਿਆਦਾ ਐਗਰੀਕਲਚਰਲ ਪ੍ਰੋਡਕਸ਼ਨ ਉਹ ਕਰ ਸਕਦੇ ਸਨ। ਜ਼ਮੀਨ ਸੀ, ਨੋ ਹਾਊ ਸੀ, ਰਿਸੋਰਸਸ ਸਨ, ਲਿਹਾਜ਼ਾ ਉਹ ਹੀ ਅਮੀਰ ਵੀ ਸਨ। ਉਸ ਤੋਂ ਬਾਅਦ ਇਹ ਹੋਇਆ ਕਿ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆ ਗਿਆ ਤੇ ਕੰਜ਼ੰਪਸ਼ਨ ਵੀ ਸੀ ਨਾ, ਕੰਜ਼ੰਪਸ਼ਨ ਵੀ ਵੱਡੀ ਸੀ। ਕੰਜ਼ੰਪਸ਼ਨ ਵੀ ਸੀ। ਮਤਲਬ ਇਹ ਹੈ ਕਿ ਉਹ, ਮੈਂ ਡਿਟੇਲ ਚ ਨਹੀਂ ਜਾ ਰਿਹਾ, ਕੰਜ਼ੰਪਸ਼ਨ ਵੀ ਹੋਣੀ ਸੀ ਨਾਲ ਉਹਨਾਂ ਦੀ। ਹਾਂਜੀ। ਅੱਛਾ, ਹੁਣ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆ ਰਿਹਾ ਤੇ ਫਿਰ ਅਮੀਰ ਉਹ ਬਣੇ ਜਿਨ੍ਹਾਂ ਨੇ ਇੰਡਸਟਰੀ ਲਾਈ, ਉਹ ਭਾਵੇਂ ਮੁਲਕ ਹੋਣ ਤੇ ਭਾਵੇਂ ਬੰਦੇ ਹੋਣ। ਠੀਕ। ਹੁਣ ਤੁਸੀਂ ਵੇਖੋ ਕਿ ਜਿਹੜੀ ਨਵੀਂ ਟੈਕਨੋਲੋਜੀ ਆਈ ਹੈ, ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ, ਉਹਦੇ ਵਿੱਚ ਜਿਹੜੇ ਲੋਕੀ ਅਮੀਰ ਹੋਏ ਨੇ ਉਹ ਹੋਏ ਨੇ ਜਿਨ੍ਹਾਂ ਨੇ ਇਹ ਮਾਡਰਨ ਟੈਕਨੋਲੋਜੀ ਵਰਤੀ ਹੈ। ਜਿਵੇਂ ਟੈਸਲਾ ਵਾਲਾ ਹੈ, ਤੇ ਜਿਵੇਂ ਮਾਈਕਰੋਸਾਫਟ ਵਾਲਾ ਹੈ, ਤੇ ਜਿਵੇਂ ਗੂਗਲ ਵਾਲਾ ਹੈ, ਤੇ ਜਿਵੇਂ ਐਮਾਜ਼ੋਨ ਹੈ। ਹਾਂਜੀ। ਹੁਣ ਜਿਹੜਾ ਫੋਰਡ ਵਾਲਾ ਨਕਸ਼ਾ ਸੀ ਉਹ ਨਹੀਂ ਰਿਹਾ। ਬਿਲਕੁਲ ਸਹੀ। ਠੀਕ। ਸੋ ਇੱਕ ਤੇ ਇਹ ਲਾਈਨ ਆਫ ਥਿੰਕਿੰਗ ਹੈਗੀ ਹੈ ਜਿਹਨੂੰ ਸਾਨੂੰ ਸਾਹਮਣੇ ਰੱਖਣਾ ਚਾਹੀਦਾ ਹੈ। ਔਰ ਤੁਸੀਂ ਇਹ ਸਾਰੀ ਗੱਲ ਨੂੰ ਸਾਹਮਣੇ ਰੱਖਦਿਆਂ ਹੋਇਆਂ ਇਹ ਗੌਰ ਕਰਿਓ ਕਿ ਵੈਸੇ ਤੇ ਆਮ ਤੌਰ ਤੇ ਸਮਝਿਆ ਜਾਂਦਾ ਨਾ, ਅਸੀਂ ਆਮ ਤੌਰ ਤੇ ਸਮਝਦੇ ਹਾਂ ਕਿ ਜਿਹੜੇ ਪੇਂਡੂ ਨੇ ਉਹ ਬਹੁਤ ਮੁਤੱਸਬ ਤੇ ਬਹੁਤ ਬੇਵਕੂਫ ਹੁੰਦੇ ਨੇ, ਤੇ ਜਿਹੜੇ ਲੋਕੀ ਸ਼ਹਿਰਾਂ 'ਚ ਆ ਜਾਂਦੇ ਨੇ, ਵਾਈ ਬੀਜੀ ਤੋਂ ਦੂਜਿਆਂ ਪੇਸ਼ਿਆਂ 'ਚ ਆ ਜਾਂਦੇ ਨੇ, ਸ਼ਹਿਰੀ ਪੇਸ਼ਿਆਂ 'ਚ ਆ ਜਾਂਦੇ ਨੇ, ਦੋ ਬੜੇ ਅਕਲਮੰਦ ਤੇ ਤੇਜ਼ ਹੋ ਜਾਂਦੇ ਨੇ। ਤੇ ਇਹ ਤੇ ਸਾਡੇ ਆਮ ਇੱਕ ਬਾਇਸ ਹੈਗਾ ਨਾ। ਲੇਕਿਨ ਹੁਣ ਤੁਸੀਂ ਅਗਲੀ ਵਾਰੀ ਮੈਂ ਸਵਾਲ ਪੁੱਛਣਾ ਤੁਹਾਡੇ ਸਾਰਿਆਂ ਕੋਲੋਂ ਕਿ ਇਹ ਕੀ ਵਜ੍ਹਾ ਹੈ ਕਿ ਜਿਹੜੀ ਜਿੰਨਾ ਚਿਰ ਤੱਕ ਜ਼ਰੀ ਨਿਜ਼ਾਮ ਜਿਹੜਾ ਹੈ ਉਹ ਹੀ ਮੇਜਰ ਸੋਰਸ ਸੀਗਾ 95% ਲੋਕਾਂ ਦੀ ਇਨਕਮ ਦਾ, ਤੇ ਉਸ ਜ਼ਮਾਨੇ ਦੇ ਵਿੱਚ ਤੇ ਲੋਕੀ ਜ਼ਿਆਦਾ ਟੋਲਰੈਂਟ ਸਨ। ਤੇ ਜਦੋਂ ਉਹ ਮੁੱਕਣਾ ਸ਼ੁਰੂ ਹੋਇਆ ਤੇ ਉਹਦੇ ਨਾਲ ਹੀ ਮਜ਼ਹਬ ਪ੍ਰਸਤੀ ਵੱਧ ਗਈ ਹੈ, ਉਹਦੇ ਨਾਲ ਫਿਰਕਾ ਪ੍ਰਸਤੀ ਵੱਧ ਗਈ ਹੈ, ਉਹਦੇ ਨਾਲ ਕੌਮ ਪ੍ਰਸਤੀ ਵੱਧ ਗਈ ਹੈ। ਲੋਕਾਂ ਦੀ ਸੋਚ ਲੱਗਦਾ ਹੈ ਕਿ ਜਿਵੇਂ ਪਹਿਲੇ ਨਾਲੋਂ ਤੰਗ ਹੁੰਦੀ ਹੋ ਰਹੀ ਹੈ, ਜਾਂ ਲੱਗਦੀ ਹੈ ਜਿਵੇਂ ਕਿ ਤੰਗ ਹੋ ਰਹੀ ਹੈ। ਇਹਦੇ ਬਾਰੇ ਚ ਸੋਚ ਕੇ ਆਇਆ ਕਿ ਕਿਉਂ ਹੋਇਆ ਹੈ। ਡਾਕਟਰ ਸਾਹਿਬ ਮੇਰਾ ਇੱਕ ਹੋਰ ਵੀ ਕੁਐਸਚਨ ਹੈ ਜੀ। ਜੀ ਬੋਲੋ। ਉਹ ਇਸ ਤਰ੍ਹਾਂ ਆ ਕਿ ਜਿਉਂ-ਜਿਉਂ ਇਹ ਗਰੋਥ, ਪ੍ਰੋਡਕਸ਼ਨ, ਚੀਜ਼ਾਂ ਦੀ ਅਬੰਡੈਂਸ ਹੋਈ ਚਲੀ ਜਾਂਦੀ ਹੈ, ਟੈਕਨੋਲੋਜੀ ਵੱਧਦੀ ਚਲੀ ਜਾਂਦੀ ਹੈ ਜਿਨ੍ਹਾਂ ਕੰਟਰੀ 'ਚ, ਫਾਰ ਐਗਜ਼ਾਮਪਲ ਵੈਸਟ ਦੇ ਵਿੱਚ, ਉਹਦਾ ਪਾਪੂਲੇਸ਼ਨ ਗਰੋਥ ਦੇ ਨਾਲ ਕੀ ਕਨੈਕਸ਼ਨ? ਕਈਆਂ ਕੰਟਰੀਆਂ ਦੇ ਵਿੱਚ ਪਾਪੂਲੇਸ਼ਨ ਘਟਦੀ ਜਾ ਰਹੀ ਆ। ਨਹੀਂ, ਉਹਦੇ ਨਾਲ ਪਾਪੂਲੇਸ਼ਨ ਘਟ ਜਾਂਦੀ ਹੈ ਨਾ। ਦੇਖੋ ਨਾ, ਉਹਦੀ ਵਜ੍ਹਾ ਇਹ ਹੁੰਦੀ ਹੈ ਅਮਰਜੀਤ ਜੀ ਕਿ ਜਿਹੜੀ ਐਗਰੀਰੀਅਨ ਸੁਸਾਇਟੀ ਹੈ ਨਾ, ਉਹਦੇ ਵਿੱਚ ਜਿੰਨੇ ਵੀ ਜ਼ਿਆਦਾ ਹੱਥ ਹੋਣ ਉਨੇ ਹੀ ਚੰਗੇ ਨੇ। ਠੀਕ ਹੈ ਜੀ। ਕਿਉਂਕਿ ਪੈਦਾਵਾਰ ਹੈ ਹੱਥਾਂ ਦੀ ਫੰਕਸ਼ਨ। ਜਿਹੜੀ ਇੰਡਸਟਰੀਅਲ ਸੁਸਾਇਟੀ ਹੈ ਉਹਦੇ ਵਿੱਚ ਇੰਨੇ ਹੱਥਾਂ ਦੀ ਲੋੜ ਨਹੀਂ ਹੈ। ਮਤਲਬ ਹੁਣ ਜਿਹੜੇ ਸਾਡੇ ਪਿੰਡਾਂ ਦੇ ਹੁੰਦੇ ਸਨ ਜ਼ਿਮੀਂਦਾਰ, ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਸੀ ਕਿ ਉਹਨਾਂ ਜ਼ਿਆਦਾ ਤੋਂ ਜ਼ਿਆਦਾ ਮੁੰਡੇ ਹੋਣ। ਹਾਂਜੀ। ਤਾਂ ਕਿ ਉਹ ਵਾਈ ਬੀਜੀ ਦੇ ਵਿੱਚ ਅੱਗੇ ਵੱਧ ਸਕਣ। ਕੁੜੀਆਂ ਨੂੰ ਕਿਉਂ ਮਾੜਾ ਸਮਝਿਆ ਜਾਂਦਾ ਸੀ? ਕੁੜੀਆਂ ਨੂੰ ਇਸ ਲਈ ਮਾੜਾ ਸਮਝਿਆ ਜਾਂਦਾ ਸੀ ਕੁੜੀਆਂ ਦੇ ਨਾਲ ਪੈਦਾਵਾਰ ਚ ਵਾਧਾ ਨਹੀਂ ਹੋਣਾ। ਠੀਕ ਹੈ। ਤੇ ਹੁਣ ਜਿਹਦੇ ਮੁੰਡੇ ਬਹੁਤੇ ਨੇ ਉਹਦੀ ਪੈਦਾਵਾਰ ਵੀ ਬਹੁਤੀ ਹੈ। ਬਲਕਿ ਇਹ ਹੈ ਕਿ ਇਹ ਜਿਹੜੀ ਜਦੋਂ ਅੰਗਰੇਜ਼ਾਂ ਨੇ ਵੈਸਟ ਪੰਜਾਬ ਦੇ ਵਿੱਚ ਨਹਿਰਾਂ ਬਣਾ ਕੇ ਤੇ ਜਦੋਂ ਜ਼ਮੀਨ ਵੰਡੀ ਨਾ, ਤੇ ਉਹਦੇ ਵਿੱਚ ਜਿਹਦੇ ਮੁੰਡੇ ਜ਼ਿਆਦਾ ਸਨ ਨਾ, ਜਿਸ ਬੰਦੇ ਦੇ, ਉਹਨੂੰ ਬਹੁਤੀ ਜ਼ਮੀਨ ਦਿੱਤੀ। ਵਾਹ।
ਕਿਉਂਕਿ ਉਹਨਾਂ ਨੂੰ ਇਹ ਪਤਾ ਸੀਗਾ ਕਿ ਇਹ ਜਾ ਕੇ ਬਹੁਤੇ ਬੰਦਿਆਂ ਨਾਲ ਆਵਾਜ਼ ਕਰਕੇ ਤੇ ਇਹ ਆਪਣਾ ਪੈਦਾਵਾਰ ਸ਼ੁਰੂ ਕਰ ਦੇਗਾ। ਠੀਕ, ਹੁਣ ਇੰਡਸਟਰੀਅਲ ਸੁਸਾਇਟੀ ਜਿਹੜੀ ਹੈ, ਤੁਸੀਂ ਇੰਡਸਟਰੀਅਲ ਸੁਸਾਇਟੀ ਦੇ ਵਿੱਚ ਜੰਮੇ, ਅਸੀਂ ਰਹਿ ਰਹੇ ਹਾਂ। ਸਾਡੀ ਹੁਣ ਇਹ ਕੰਸੀਡਰੇਸ਼ਨ ਤੇ ਨਹੀਂ ਨਾ ਹੈਗੀ ਕਿ ਜ਼ਿਆਦਾ ਨਿਆਣੇ ਹੋਣਗੇ ਤੇ ਜ਼ਿਆਦਾ ਪੈਦਾਵਾਰ ਹੋਏਗੀ। ਅਸੀਂ ਤੇ ਇਹ ਸੋਚਣਾ ਹੈ ਕਿ ਯਾਰ ਅਸੀਂ ਅਫੋਰਡ ਕਿੰਨੇ ਕਰ ਸਕਦੇ ਹਾਂ, ਔਰ ਕਿਉਂਕਿ ਅਸੀਂ ਅਫੋਰਡ ਘੱਟ ਕਰ ਸਕਦੇ ਹਾਂ ਨਿਆਣੇ, ਤੇ ਯਾਨੀ ਮਤਲਬ ਇਹ ਹੈ ਕਿ ਜੇ ਕੈਲੀਫੋਰਨੀਆ ਦੇ ਵਿੱਚ, ਲਾਸ ਐਂਜਲਸ ਦੇ ਵਿੱਚ ਇੱਕ ਬੱਚਾ ਜਿਹੜਾ ਹੈ ਉਹਨੂੰ ਅੱਛੀ ਤਰ੍ਹਾਂ ਤਾਲੀਮ ਦੇਣ ਦਾ ਖਰਚਾ $1 ਮਿਲੀਅਨ ਹੈ, ਯਾਨੀ 16-20 ਸਾਲਾਂ ਦਾ। ਤੇ ਫਿਰ ਹਾਂਜੀ ਤੇ ਫਿਰ ਉਹ ਜਿਹੜਾ ਹੈ ਉਹ ਅਸੀਂ ਫਿਰ ਕਹਾਂਗੇ ਜੀ ਇੱਕ ਹੀ ਬੱਚਾ ਹੋਣਾ ਚਾਹੀਦਾ ਜਾਂ 2 ਹੋਣੇ ਚਾਹੀਦੇ ਨੇ। ਤੇ ਜਿੰਨਾ ਮੁਲਕ ਜਿਵੇਂ ਦੇਖੋ ਮੁਲਕ ਤਰੱਕੀ ਕਰਦੇ ਜਾਂਦੇ ਨੇ, ਉਵੇਂ ਉਹਨਾਂ ਦੀ ਪਾਪੂਲੇਸ਼ਨ ਜਿਹੜੀ ਹੈ ਕੰਟਰੋਲ ਹੁੰਦੀ ਜਾਂਦੀ ਹੈ। ਉਹਦੀ ਬਹੁਤ ਜਿਹੜੀ ਪ੍ਰੋਮੀਨੈਂਟ ਐਗਜ਼ਾਮਪਲ ਹੈ ਉਹ ਬੰਗਲਾਦੇਸ਼ ਹੈ। ਜਦੋਂ ਬੰਗਲਾਦੇਸ਼ ਪਾਕਿਸਤਾਨ ਤੋਂ ਅਲੱਗ ਹੋਇਆ ਸੀ ਤੇ ਬੰਗਲਾਦੇਸ਼ ਦੀ ਪਾਕਿਸਤਾਨ ਨਾਲੋਂ ਕੋਈ 10% ਆਬਾਦੀ ਬਹੁਤੀ ਸੀ। ਵੈਸਟ ਪਾਕਿਸਤਾਨ ਜਿਹਨੂੰ ਪਾਕਿਸਤਾਨ ਕਹਿੰਦੇ ਆ, ਇਹਦੀ ਆਬਾਦੀ 45% ਸੀ, ਉਹਨਾਂ ਦੀ ਮੇਰੇ ਖਿਆਲ 55% ਸੀ ਜਾਂ ਇਸ ਤਰ੍ਹਾਂ ਹੀ ਸੀ ਕੁਛ। ਤੇ ਇਲਾਕਾ ਉਹਨਾਂ ਦਾ ਕੋਈ 20-25% ਸੀ। ਰਾਈਟ। ਤੇ ਹੁਣ ਬਿਲਕੁਲ ਰਿਵਰਸ ਹੋ ਗਿਆ, ਕਿਉਂਕਿ ਉਹਨਾਂ ਦੀ ਡਿਵੈਲਪਮੈਂਟ ਜ਼ਿਆਦਾ ਹੋਈ ਹੈ ਬੰਗਲਾਦੇਸ਼ ਦੀ ਰਿਲੇਟਿਵਲੀ ਪਾਕਿਸਤਾਨ ਦੀ, ਤੇ ਲਿਹਾਜ਼ਾ ਉੱਥੇ ਪਾਪੂਲੇਸ਼ਨ, ਹੁਣ ਪਾਕਿਸਤਾਨ ਦੀ ਪਾਪੂਲੇਸ਼ਨ ਉਹਨਾਂ ਨਾਲੋਂ ਕਿਤੇ ਜ਼ਿਆਦਾ ਵੱਧ ਹੈ। ਦੇਖੋ ਨਾ ਜੀ, ਮੈਂ ਤੁਹਾਨੂੰ ਉਹਦੀ ਹੁਣ ਤੁਸੀਂ ਪ੍ਰੈਕਟੀਕਲ ਮਿਸਾਲ ਦੇਖੋ। ਪ੍ਰੈਕਟੀਕਲ ਮਿਸਾਲ ਇਹ ਹੈ ਕਿ ਉੱਥੇ ਜਿਹੜੀ ਮਤਲਬ ਟੈਕਸਟਾਈਲ ਇੰਡਸਟਰੀ ਜਿਹੜੀ ਆ ਉਹ ਟੋਟਲੀ ਔਰਤਾਂ, ਉਹਦੇ ਵਿੱਚ 90% ਔਰਤਾਂ ਕੰਮ ਕਰਦੀਆਂ ਨੇ। ਹੁਣ ਇੱਕ ਔਰਤ ਜਿਹੜੀ ਹੈ ਉਹ ਇੰਡਸਟਰੀ ਆਪਣਾ ਮਿਲ 'ਚ ਕੰਮ ਕਰ ਰਹੀ ਹੈ ਦਿਨ ਰਾਤ ਪੂਰਾ ਸਾਲ, ਤੇ ਉਹਨੇ ਤੇ ਸੋਚ ਕੇ ਬੱਚਾ ਪੈਦਾ ਕਰਨਾ ਨਾ ਕਿ ਮੈਂ ਅਫੋਰਡ ਕਰ ਸਕਦੀ ਹਾਂ ਕਿ ਨਹੀਂ ਕਰ ਸਕਦੀ। ਤੇ ਜੇ ਹੁਣ ਪਾਕਿਸਤਾਨ ਦੇ ਵਿੱਚ ਇਹ ਹੈ ਕਿ ਬਈ ਬੀਵੀ ਘਰ ਬੈਠੀ ਹੈ ਵਗੈਰਾ ਵਗੈਰਾ, ਤੇ ਉਹਦੇ ਚ 4 ਬਣ ਗਏ ਕਿ 5 ਬਣ ਗਏ ਕਿ 7 ਬਣ ਗਏ ਨਿਆਣੇ, ਉਹ ਵਿਚਾਰੀ ਔਰਤ ਦੀ ਤੇ ਖੈਰ ਮਰਜ਼ੀ ਕੋਈ ਨਹੀਂ ਹੁੰਦੀ। ਪਰ ਐਨੀਵੇ ਇਹ ਮੈਂ ਤੁਹਾਨੂੰ ਮਿਸਾਲ ਦੇ ਸਕਦਾ, ਲੇਕਿਨ ਇਹ ਫਿਨੋਮਨਾ ਹੈ। ਹੁਣ ਬਲਕਿ ਫਿਨੋਮਨਾ ਉਲਟ ਹੋ ਗਿਆ ਹੈ ਕਿ ਬਾਅਦ ਮੁਲਕ ਜਿਹੜੇ ਨੇ ਉਹਨਾਂ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਨੈਗੇਟਿਵ ਹੋ ਗਈ ਹੈ, ਜਿਵੇਂ ਰੂਸ ਦੀ, ਰਸ਼ੀਆ ਦੀ, ਜਾਪਾਨ ਦੀ, ਔਰ ਅਗਰ ਤੁਸੀਂ ਅਮਰੀਕਾ ਦੇ ਵਿੱਚ ਵੀ ਵੇਖੋ ਤੇ ਵਾਈਟ ਪਾਪੂਲੇਸ਼ਨ ਦੀ ਜਿਹੜੀ ਗਰੋਥ ਹੈ ਉਹ ਨੈਗੇਟਿਵ ਹੈ। ਪਲੱਸ ਚਾਈਨਾ 'ਚ ਵੀ ਢਿੱਲ ਪਈ ਥੋੜੀ ਜੀ। ਉਹਨਾਂ ਨੇ ਤਾਂ ਖੈਰ ਪਹਿਲੇ ਇੱਕ ਕੀਤਾ ਸੀ, ਉਹਨਾਂ ਨੇ ਬੰਦ ਕਰਤੇ ਸਨ, ਉਹਨਾਂ ਨੇ ਤੇ ਜ਼ਬਰਦਸਤੀ ਕਰਤਾ ਸੀ ਨਾ। ਹਾਂਜੀ, ਉਹਨਾਂ ਨੇ ਤੇ ਬਾਈ ਸਟੇਟ ਲਾ ਕਰਤਾ ਸੀ ਨਾ ਕਿ ਸਿਰਫ ਇੱਕ ਹੀ ਬੱਚਾ ਹੋ ਸਕਦਾ ਹੈ। ਫਿਰ ਉਹਨਾਂ ਨੇ ਹੁਣ ਮੇਰੇ ਖਿਆਲ ਕਹਿ ਦਿੱਤਾ ਕਿ 2 ਹੋ ਸਕਦੇ। ਸਰ ਮੈਸ ਸਕੇਲ ਤੇ ਜਿਹੜਾ ਹੁੰਦਾ ਨਾ ਫਿਨੋਮੇਨਾ, ਉਹ ਸਮਝਣਾ ਵੀ ਬਹੁਤ ਇੰਟਰਸਟਿੰਗ ਹੈ, ਕਿਉਂਕਿ ਰੂਸ ਵਿੱਚ ਤੇ ਉਹ ਇੱਕ ਪੁਆਇੰਟ ਆਫ ਨੋ ਰਿਟਰਨ ਜਾਂ ਕ੍ਰਾਈਸਿਸ ਦੀ ਗੱਲ ਕਰਦੇ ਨੇ ਕਿ ਅਗਰ ਇੱਕ ਹੱਦ ਸੇ ਜ਼ਿਆਦਾ ਪਰਸੈਂਟੇਜ ਡ੍ਰੌਪ ਹੋਏ ਤਾਂ ਉਹ ਕਹਿੰਦਾ ਇਹਨੂੰ ਰਿਵਰਸ ਨਹੀਂ ਕਰ ਸਕਦੇ ਅਸੀਂ। ਨਹੀਂ ਜੀ ਨਹੀਂ, ਇਹ ਇੱਥੇ ਜਿਹੜੀਆਂ ਬਹੁਤ ਸਾਰੀਆਂ ਸੁਸਾਇਟੀਜ਼ ਹੈ ਨੇ ਉਹਨਾਂ ਦੀ ਪ੍ਰੋਬਲਮ ਆ ਚੁੱਕੀ ਹੈ ਨਾ। ਹਾਂਜੀ, ਕਿ ਬਈ ਉੱਥੇ ਨੈਗੇਟਿਵ ਗਰੋਥ ਹੈ, ਤੇ ਉਹਦੀ ਸਭ ਤੋਂ ਪਹਿਲਾ ਨਤੀਜਾ ਤੇ ਇਹ ਨਿਕਲੇਗਾ ਕਿ ਬੁੱਢੇ ਜ਼ਿਆਦਾ ਹੋ ਜਾਣਗੇ ਤੇ ਜਵਾਨ ਘੱਟ ਰਹਿ ਜਾਣਗੇ। ਬਿਲਕੁਲ, ਜਿਹਦਾ ਮਤਲਬ ਉਹ ਖਾਣ ਵਾਲੇ ਬਹੁਤੇ ਹੋਣਗੇ ਤੇ ਕਮਾਉਣ ਵਾਲੇ ਘੱਟ ਹੋਣਗੇ। ਹਾਂਜੀ, ਤੇ ਅਸੀਂ ਫਿਰ ਇੱਥੇ ਨੂੰ ਅੱਜ ਰੋਕੀਏ। ਠੀਕ ਹੈ ਜੀ, ਉਹ ਜਿਹੜਾ ਸਵਾਲ ਹੈ ਨਾ ਅਗਲੀ ਵਾਰੀ ਲਈ, ਉਹ ਸਵਾਲ ਇੱਕ ਵਾਰੀ ਬਸ ਸਿਰਫ ਰਿਪੀਟ ਕਰ ਦਿਓ। ਚਲੋ ਠੀਕ ਹੈ। ਅਗਲੀ ਵਾਰੀ ਵਾਲੀ ਸਵਾਲ ਇਹ ਹੈ ਕਿ ਅਸੀਂ ਇਹ ਦੇਖਣਾ ਹੈ ਕਿ ਜਿਹੜੀ ਜ਼ਰੀ ਸੁਸਾਇਟੀ ਤੋਂ ਤਜਾਰਤੀ, ਕਮਰਸ਼ੀਅਲ ਔਰ ਇੰਡਸਟਰੀਅਲ ਸੁਸਾਇਟੀ ਵੱਲ ਜਾਣਦੇ ਹਾਂ, ਜਿਹੜੀਆਂ ਇਨੀਸ਼ੀਅਲ ਸਟੇਜਸ ਨੇ, ਇਹਨਾਂ ਦੇ ਉੱਤੇ ਰਿਲੀਜੀਅਸ ਸੋਚ
ਕੌਮ ਪ੍ਰਸਤੀ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਉਂ ਵੱਧਦੀਆਂ ਨੇ? ਠੀਕ। ਅਗਲੀ ਵਾਰੀ ਅਸੀਂ ਯੂਰਪ ਦੀ ਜਿਹੜੀ ਟਰਾਂਸਫਰਮੇਸ਼ਨ ਹੋਈ ਸੀ ਉੱਥੋਂ ਸ਼ੁਰੂ ਕਰਕੇ ਫੇਰ ਆਵਾਂਗੇ ਆਪਣੇ ਵਾਲੇ ਪਾਸੇ। ਠੀਕ ਠੀਕ ਹੈ ਜੀ, ਓਕੇ ਜੀ, ਫਿਰ ਠੀਕ ਹੈ ਡਾਕਟਰ ਸਾਹਿਬ। ਚੰਗਾ ਜੀ, ਬੜੀ ਬਾਏ ਬਾਏ ਜੀ।